ਸਵਾਗਤ ਜੀ। ਹਾਜ਼ਰੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਆਪਣੇ ਸਮੇਂ ਮੁਤਾਬਕ ਅਸੀਂ ਅੱਪੜ ਜਾਂਦੇ ਹਾਂ। ਹੁਣ ਤੁਸੀਂ ਪਤਾ ਨਹੀਂ ਵੀ ਹੋ ਸਕਦਾ ਘਰੇ ਟੀਵੀ ਅੱਗੇ ਬੈਠੇ ਹੋ ਸੋਫੇ ਤੇ, ਵੀ ਹੋ ਸਕਦਾ ਵੀ ਕੋਈ ਕੰਮ ਧੰਦਾ ਚੱਲਦਾ ਹੋਵੇ, ਕੋਈ ਕਿਤੇ ਟਰੈਵਲ ਕਰਦੇ ਹੋ, ਡਰਾਈਵਰੀ ਕਰੀ ਜਾਂਦੇ ਹੋਵੋ। ਇਹ ਵੀ ਹੋ ਸਕਦਾ ਵੀ ਹੁਣ ਜਿਵੇਂ ਪੰਜਾਬ ਦੇ ਹਿਸਾਬ ਨਾਲ ਕਹਾਂ ਤੇ ਝੋਨੇ ਦਾ ਸੀਜ਼ਨ ਆ, ਵੀ ਟਰੈਕਟਰ ਵਗਦਾ ਵੀ ਹੋ ਸਕਦਾ, ਝੋਨਾ ਲੱਗਦਾ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਤੇ ਇਹ ਵੀ ਹੋ ਸਕਦਾ ਵੀ ਜੇ ਆਪਾਂ ਸੰਗਰੂਰ ਹਲਕੇ ਦੀ ਗੱਲ ਕਰ ਲਈਏ ਤੇ ਉੱਧਰ ਕਿਉਂਕਿ ਇਲੈਕਸ਼ਨ ਵਾਲਾ ਕੰਮ ਆ ਤੇ ਕੋਈ ਇਲੈਕਸ਼ਨ ਵਾਲੀ ਗੱਡੀ ਜਾਂਦੀ ਆਉਂਦੀ, ਕੋਈ ਸਾਹਿਬ ਦੇ ਪ੍ਰਚਾਰ ਲਈ, ਕੋਈ ਲੀਡਰ ਸਾਹਿਬ ਨੂੰ ਲਿਆਉਣ ਲਈ ਜਾਣ ਲਈ, ਕਿਤੇ ਵੀ ਮਤਲਬ ਤੁਸੀਂ ਜਿੱਥੇ ਵੀ ਹੋ ਆਪ ਸਭ ਦਾ ਸਵਾਗਤ ਆ। ਤੇ ਖਬਰਾਂ ਜ਼ਰੂਰ ਆਪਾਂ ਇੱਕ ਤੇ ਜਿਹੜਾ ਉਹ ਸਕੀਮ ਸੀਗੀ ਨਵੀਂ ਭਰਤੀ ਵਾਲੀ, ਉਸ ਤੋਂ ਬਾਅਦ ਕਾਫੀ ਰੌਲਾ ਰੱਪਾ ਹੈ, ਹੁਣ ਉਹ ਕੰਮ ਕਾਫੀ ਵੱਧਦਾ ਜਾ ਰਿਹਾ। ਦੂਸਰੇ ਪਾਸੇ ਸੰਗਰੂਰ ਹਲਕੇ ਦੀ ਗੱਲਬਾਤ ਵੀ ਕਰ ਲਵਾਂਗੇ। ਫਿਰ ਕੁਛ ਖਬਰਾਂ ਜਿਹੜੀਆਂ ਨੇ ਉਹ ਯੂਪੀ ਤੱਕ ਜਾ ਕੇ ਨਿਕਲੀਆਂ ਹਰਿਆਣੇ 'ਚੋਂ ਗਈਆਂ ਯੂਪੀ ਨੂੰ, ਤੇ ਲਿੰਕ ਪੰਜਾਬ ਨਾਲ ਜੁੜਦਾ, ਉਹਦਾ ਜ਼ਿਕਰ ਵੀ ਕਰ ਲਾਂਗੇ। ਨਾਲ ਆਪਣੇ ਪਰਮੀਰ ਬਾਠ ਹੋ ਰਹੀ। ਹੋਰ ਬਾਠ ਸਾਹਿਬ ਕਿੱਦਾਂ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਕੋਈ ਮਿਸ ਤੇ ਨਹੀਂ ਕਰ ਰਿਹਾ ਵੀ ਦੋ ਗੁੱਛੀਆਂ ਹੱਥ 'ਚ ਹੋਣ ਪਨੀਰੀ ਦੀਆਂ ਤੇ ਮੈਂ ਇੱਕ ਵਾਰ ਮਤਲਬ ਚਲਾ ਕੇ ਮਾਰਾਂ? ਮੇਰੀ ਡਿਊਟੀ ਚਾਹ ਫੜਾਉਣ ਦੀ ਹੁੰਦੀ ਸੀ। ਚਲੋ ਉਹ ਵੀ ਤਾਂ ਹੈ ਨਾ, ਮਤਲਬ ਸਟੀਲ ਦਾ ਡੱਬਾ ਹੋਵੇ ਤੇ ਐ ਬੰਦਾ ਲਈ ਜਾਂਦਾ ਹੋਵੇ, ਉਹਦੇ 'ਚ ਇੱਕੋ ਗੱਲ ਹੁੰਦੀ ਸਟੀਲ ਦੇ ਡੱਬੇ। ਪਹਿਲਾਂ ਮੇਰੀ ਬੇਨਤੀ ਸੁਣੀ ਜੋ ਮੇਰੇ ਨਾਲ ਘਟਿਆ ਵਾਪਰਿਆ। ਨਹੀਂ ਸੁਣਾਓ। ਜਦੋਂ ਆਵਾਜ਼ ਪੈਣੀ ਨਾ ਚਾਹ ਦਾ ਟਾਈਮ ਹੋ ਚੱਲਿਆ, ਚਾਹੇ ਤਾਏ ਚਾਚੇ ਆਂਢੀ ਗੁਆਂਢੀ ਉਹਨਾਂ ਨੇ ਵੀ ਕਰੀ ਡਿਊਟੀਆਂ ਲਾਈਆਂ ਹੁੰਦੀਆਂ ਸੀ, ਉਹਲੇ ਪਹਿਲਾ ਕੰਮ ਹੁੰਦਾ ਬਾਹਰ ਨੂੰ ਦੇਖਣਾ, ਐਨ ਧੁੱਪ ਪੂਰੀ ਸਿਰੇ ਦੀ ਟਿਕਮੀ, ਫਿਰ ਅੱਖਾਂ ਜਿਹੀਆਂ ਘਾੜਦਿਆਂ, ਫਿਰ ਪਰਨਾ ਅੱਧਾ ਕੁ ਮੂੰਹ ਤੇ ਵੀ ਇੱਦਾਂ ਲੈਣਾ, ਪਿੱਛੇ ਧੌਣ ਤੇ ਵੀ ਹੋਵੇ, ਫਿਰ ਝੋਲੇ 'ਚ ਗਲਾਸ, ਜੇ ਕੁਛ ਨਾਲ ਕਿਤੇ ਬਣਿਆ ਸਰਿਆ ਖਾਣ ਪੀਣ ਨੂੰ ਵੀ ਉਹਨਾਂ ਦੇ, ਵੱਡਾ ਡੋਲੂ, ਇੱਕ ਪਾਸੇ ਹੈਂਡਲ ਦੇ ਝੋਲਾ, ਇੱਕ ਪਾਸੇ ਡੋਲੂ, ਤੇ ਆਮ ਤੌਰ ਦੇ ਉੱਤੇ ਹੁੰਦਾ ਨਿੱਕਰ ਜਾਂ ਕੈਪਰੀ ਜੀ ਪਾਈ ਹੁੰਦੀ, ਅੱਧੀ ਪੈਂਟ ਜਿਹੜੀ ਜੀਨ ਦੀ ਵੱਢ ਕੇ। ਤੇ ਜੇ ਤਾਂ ਬੜੇ ਵਧੀਆ ਤਰੀਕੇ ਨਾਲ ਜਾਂਦੇ ਰਿਹਾ, ਜੇ ਕਿਤੇ ਮੋੜਦਿਆਂ ਮਾਰਦਿਆਂ ਡੋਲੂ ਲੱਤ ਨੂੰ ਲੱਗ ਗਿਆ ਨਾ, ਫੇਰ ਜਿਹੜੀਆਂ ਚੀਕਾਂ ਨਿਕਲਦੀਆਂ ਸੀ ਤੇ ਮੂੰਹੋਂ ਜੋ ਨਿਕਲਦਾ ਸੀ, ਮੈਂ ਨਹੀਂ ਕਹਿਣਾ। ਤੁਸੀਂ ਇਹ ਦੇਖੋ ਵੀ ਬਾਕੀ ਗੱਲਾਂ ਦੀਆਂ ਗੱਲਾਂ, ਤੁਸੀਂ ਤੇ ਸਾਈਕਲ ਨੂੰ ਸਾਹਮਣੇ ਵਾਲੇ ਪਾਸੇ ਦੇਖ ਰਹੇ ਨਾ, ਮੇਰੇ ਅੰਦਰ ਦੂਸਰਾ ਡਾਇਰੈਕਟਰ ਵੀ ਆ ਗਿਆ, ਮੈਂ ਉਹ ਇਸੇ ਸ਼ਾਟ ਨੂੰ ਥੋੜਾ ਸਾਈਡ ਤੋਂ ਦੇਖ ਰਿਹਾ। ਇਹ ਦੇਖੋ ਵੀ ਸਾਈਡ ਤੋਂ ਬਾਠ ਸਾਹਿਬ ਜਾ ਰਿਹਾ, ਨਿੱਕਰ ਪਾਈ ਹੈ, ਚੰਗੀਆਂ ਮੋਟੀਆਂ ਮਜ਼ਬੂਤ ਵਿੱਚੋਂ ਲੱਤਾਂ ਨਾ ਓਕੇ ਭੁਲੇਖਾ ਪੈ ਸਕਦਾ ਵੀ ਸਾਈਕਲ ਦਾ ਡੰਡਾ ਕਿ ਲੱਤਾਂ ਹੈ ਨਾ। ਤੁਸੀਂ ਇਹ ਦੇਖੋ ਵੀ ਜਦੋਂ ਉਹਦੇ ਤੇ ਕੋਈ ਚਾਹ ਲੱਗਣੀ ਜਾਂ ਡੱਬਾ ਲੱਗਣਾ, ਉਹ ਹੱਡੀ ਤੱਕ ਸੇਕ ਜਾਣਾ, ਤੁਰਤਾ ਹੀ ਸੇਕ। ਮੈਂ ਵੀ ਇਹੋ ਜਿਹੀ ਗੱਲ ਹੀ ਕਰਨ ਲੱਗਾ ਸੀ ਵੀ ਮੇਰੇ ਕੋਲੇ ਤਾਂ ਇਹ ਹੁੰਦਾ ਵੀ ਪਹਿਲਾਂ ਥੋੜਾ ਚਿਰ ਮੈਂ ਸਾਈਕਲ ਤੇ ਵੀ ਖੜੀ ਰੋਟੀ ਚਾਹ, ਇੱਕ ਦਿਨ ਮੈਂ ਡੋਲੀ ਵੀ ਡੋਲਣੀ ਤਾਂ ਪੈਂਦੀ ਸੀ। ਆਹੋ ਹੈ ਨਾ। ਤੇ ਬਹੁਤਾ ਕਰਕੇ ਮੁਸ਼ਕਿਲ ਇਹ ਆਉਂਦੀ ਵੀ ਜੇ ਕਿਤੇ ਉਹ ਤੁਸੀਂ ਮੰਨ ਲਓ ਵੀ ਡਿੱਗੀ ਜਾਂ ਡੱਬਾ ਜਾਂ ਡੋਲੂ ਵੱਡਾ ਜਿਹੜਾ ਵੀ ਸਟੀਲ ਦਾ, ਤੁਹਾਨੂੰ ਐਂ ਲੱਗ ਜੇ ਡਿਊਟੀ ਵੀ ਹੁਣ ਨਾ ਤੂੰ ਐਂ ਕਰ ਵੀ ਉਹ ਕਿੱਥੇ ਇੰਨੇ ਜਾਣੇ ਤੁਰ ਕੇ ਆਉਣਗੇ, ਵੀ ਤੂੰ ਐਂ ਕਰ ਵੱਟੇ ਚੱਲ ਜਾ ਤੇ ਉੱਥੇ ਲੈ ਜਾ ਜੀ। ਉਹ ਸਭ ਤੋਂ ਵੱਡੀ ਔਖਿਆਈ ਵਾਲਾ ਕੰਮ ਹੁੰਦਾ ਹੈ ਵੀ ਤੁਸੀਂ ਉਹ ਗਲਾਸ ਜਿਹੜੇ ਆ ਉਹਨਾਂ ਦਾ ਬੈਲੈਂਸ ਵੀ ਰੱਖਣਾ, ਤੁਸੀਂ ਨਾਲ ਡੋਲੂ ਦਾ ਬੈਲੈਂਸ ਵੀ ਰੱਖਣਾ, ਵੱਟ ਦੀ ਨੋਕ ਤੇ ਤੁਰਨਾ, ਵੱਟ ਜਿਹੜੀ ਆ ਉਹਦੀ ਨੋਕ ਤੇ ਤੁਰਨਾ, ਤੇ ਵੱਟ ਵੀ ਗਿੱਲੀ ਆ। ਉਹਦੇ 'ਚ ਬੰਦੇ ਨੂੰ ਇਹ ਹੁੰਦਾ ਵੀ ਚਲੋ ਜੇ ਮੈਂ ਵੱਟ ਵਾਲੇ ਪਾਸੇ ਧਿਆਨ ਕੀਤਾ ਤੇ ਫਿਰ ਡੋਲੂ ਵਾਲੇ ਪਾਸਿਓਂ ਹਟ ਜਾਣਾ, ਤੇ ਉਹ ਫਿਰ ਪਿੰਜਣੀ ਤੇ ਲੱਗਦਾ ਹੁੰਦਾ ਸੀ, ਜਦੋਂ ਦੋ ਘਰਾਂ ਲੱਗਣਾ ਫਿਰ ਬੰਦੇ ਨੇ ਐਂ ਕਰਨਾ, ਤੇ ਜੇ ਤੇ ਉੱਥੋਂ ਤੱਕ ਪਹੁੰਚ ਗਈ ਤੇ ਫਿਰ ਅਗਲਿਆਂ ਦੀ ਬੱਲੇ ਬੱਲੇ, ਨਹੀਂ ਤੇ ਫਿਰ ਡੋਲ ਗਈ ਤੇ ਫਿਰ ਡੋਲ ਗਈ। ਹੁਣ ਫਿਰ ਮੈਂ ਤੇ ਮਸਾਂ ਬਜਾਂ ਲੱਤ ਟੁੱਟਣੋਂ ਤੁਹਾਨੂੰ ਚਾਹ ਦੀ ਪਈ ਮੁੜ ਕੇ ਇੱਦਾਂ ਕਰੀਏ ਹੁੰਦਾ। ਸੰਧਾਲੀਆ ਸਾਹਿਬ, ਦੋ ਤਿੰਨ ਚੀਜ਼ਾਂ ਹੋਰ ਜਿਹੜੀਆਂ ਆਪਾਂ ਬਿਲਕੁਲ ਨਹੀਂ ਭੁੱਲ ਸਕਦੇ, ਮਿਸ ਸਾਰੇ ਹੀ ਕਰਦੇ ਹੋਣੇ ਆ। ਇੱਕ ਤਾਂ ਇੱਕ ਬਹੁਤ ਵੱਡਾ ਰੌਲਾ ਹੁੰਦਾ ਸੀ ਕਿ ਆਮ ਤੌਰ ਤੇ ਡੋਲੂ ਦੇ ਵਿੱਚ ਕੱਪੜਾ ਲਿਫਾਫਾ ਢੱਕਣ 'ਚ, ਜਿਹਦੇ ਨਾਲ ਕਿ ਉਹ ਕੱਸਿਆ ਰਹੇ ਥੋੜਾ ਜਿਹਾ, ਡੁੱਲੇ ਨਾ, ਇੱਕ ਉਹ ਬੜਾ ਜ਼ਰੂਰੀ ਹੁੰਦਾ ਸੀ। ਦੂਸਰਾ ਵੀ ਬੀਬੀਆਂ ਨੇ ਗਲਾਸ ਗਿਣ ਕੇ ਦੇਣੇ ਤੇ ਇਹ ਕਹਿਣਾ ਹੌਲੀ ਜਾਈ, ਦੇਖ ਕੇ ਜਾਈ, ਤੇ ਸਾਰੇ ਗਲਾਸ ਮੋੜ ਲਈ, ਫੇਰ ਤਕਾਣਾ ਨੂੰ ਫੇਰ ਲੈ ਕੇ ਜਾਣੀ ਆ। ਦੂਸਰੇ ਪਾਸੇ ਜਦੋਂ ਉੱਥੇ ਚਲੇ ਜਾਣਾ, ਬਹਿ ਕੇ ਚਾਹ ਵੀ ਨਾਲ ਪੀਣੀ ਆ, ਆਪਣੀ ਤਾਂ ਗੱਲ ਹੁੰਦੀ ਸੀ, ਪੀ ਕੇ ਵੀ ਜਾਣੀ, ਜਾ ਕੇ ਵੀ ਪੀਣੀ, ਹੋ ਸਕਦਾ ਘਰੇ ਆ ਕੇ ਉੱਥੇ ਵੀ ਵਸ਼ੀ ਨਹੀਂ, ਜਾਂ ਦੋ ਘੁੱਟਾਂ ਹੈਗੀਆਂ ਤਾਂ ਪਾਇਓ ਗਲਾਸ 'ਚ ਨਾ। ਉੱਥੇ ਕਈਆਂ ਨੇ ਤਾਂ ਜਾਣੀ ਇਹ ਹੁੰਦਾ ਸੀ ਕਿ ਪਾਣੀ ਜੇ ਪੀਣ ਵਾਲਾ ਰੱਖਿਆ, ਉਹ ਮਾੜਾ ਜਿਹਾ ਫੇਰ ਕੇ ਗਲਾਸ ਵੀ ਮੁੜ ਕੇ ਚਾਹ ਜੰਮ ਜਾਣੀ ਆ। ਕਈਆਂ ਨੇ ਫਿਰ ਕੱਦੂ ਦੇ ਵਿੱਚੋਂ ਐਂ ਕਰਕੇ, ਤੇ ਜੇ ਕੱਦੂ 'ਚ ਵੀ ਅਜੇ ਕੁਛ ਨਾ ਹੋਵੇ, ਬੰਨੇ ਬੁੰਨੇ ਹੀ ਕੁਛ ਛਿਲਦਾ, ਤੇ ਉਹਨੇ ਫਿਰ ਮਿੱਟੀ ਨਾਲ ਜਿਹੜੀ ਸੁੱਕ ਮਾਂਜ ਕਰਕੇ ਗਲਾਸ ਚਮਕਦਾ ਸੀ ਨਾ, ਉਹਦੇ ਨਾਲ ਦੀ ਰੀਸ ਕੋਈ ਨਹੀਂ। ਨਹੀਂ ਇਹ ਤਾਂ ਹੈ, ਉਹ ਲਿਸ਼ਕ ਉਹ ਵਿਮ ਵੂਮ ਜੇ ਨਾਲ ਵੀ ਨਹੀਂ ਆਉਂਦੀ ਜਿਹੜੀ ਉਹਦੇ ਨਾਲ ਲਿਸ਼ਕ ਆਉਂਦੀ ਆ। ਇੱਕ ਚੀਜ਼ ਹੋਰ ਮੇਰੇ ਦਿਮਾਗ 'ਚ ਆਉਂਦੀ ਵੀ ਜਿਹੜੀ ਇਹ ਚਾਹ ਵਾਲੀ ਗੱਲ ਹੈ ਨਾ, ਤੁਸੀਂ ਇਹ ਦੇਖੋ ਵੀ ਚਾਹ ਤੇ ਐਸੀ ਆਪਾਂ ਨੂੰ ਨਸ਼ੇ ਵਾਂਗੂ ਲੱਗੀ ਵੀ ਸੜਦੀ ਧੁੱਪ 'ਚ ਬੰਦਾ ਸੜਦੀ ਚਾਹ ਪੀਂਦਾ ਹੁੰਦਾ। ਉਹ ਵੀ ਜੇ ਕਿਤੇ ਮਤਲਬ ਇਹ ਹੁੰਦਾ ਨਾ ਵੀ ਜਿਹੜਾ ਗਰਮੀ ਅੱਗੇ ਗੋਡੇ ਉੱਤੋਂ ਥੱਲੇ ਪਾਣੀ ਤੱਤਾ ਵੀ ਚੱਲ ਯਾਰ ਛਾਵੇਂ 2 ਮਿੰਟ ਬੈਠੇ ਆ, ਤੇ ਜਦੋਂ ਚਾਹ ਫੜ ਕੇ ਐਂ ਆਖਣਾ ਵੀ ਐਂ ਉਂਗਲਾਂ ਜੀਆਂ ਦੇ ਨਾਲ ਵੀ ਮਤਲਬ ਵੀ ਹੱਥ ਵੀ ਨਾ ਸੜੇ, ਜੇ ਵੇਖਿਆ ਨਾ ਵੀ ਯਾਰ
ਠੰਡੀ ਕਰ ਲਿਆ ਤੂੰ, ਨਾ ਠੰਡੀ ਗੱਲ ਤੱਤੀ ਕਰੋ, ਹੈ ਨਾ। ਮਤਲਬ ਇਹ ਵੀ ਬੜੀ ਹੈਰਾਨੀ ਵਾਲੀ ਗੱਲ ਵੀ ਇੰਨੀ ਗਰਮੀ ਚ ਉੱਤੋਂ ਜਿੱਥੋਂ ਸਾਰੇ ਪਾਸੇ ਅੱਗ ਵਰਨ ਦੀ, ਉਦੋਂ ਚਾਹ ਵੇਖਣਾ ਵੀ ਨਹੀਂ ਇਹ ਵੀ ਤੱਤੀ ਚਾਹੀਦੀ ਆ। ਲੌਜੀਕ ਆਪਣੇ ਕੋ ਪਤਾ ਨਹੀਂ ਉਹ MBBS ਕਿੰਨੇ ਕੀਤੀ ਸੀ, MD ਕੌਣ ਸੀ, ਬੜਾ ਵੱਡਾ ਲੌਜੀਕ ਹੁੰਦਾ, ਗਰਮੀ ਨੂੰ ਗਰਮੀ ਮਾਰਦੀ ਆ ਆਮ ਹੀ ਗੱਲ ਹੁੰਦੀ ਸੀ। ਹਾਂ, ਫਿਰ ਇਹਦੇ 'ਚ ਇੱਕ ਚੀਜ਼ ਤਾਂ ਹੈਗੀ ਹੈ ਵੀ ਦੇਖੋ, ਅੱਜ ਤੱਕ ਮੈਂ ਜਿੰਨੀ ਵਾਰ ਮਰਜ਼ੀ ਲੈ ਜਾ, ਜਿੰਨੀ ਵਾਰ ਮਰਜ਼ੀ ਜਿੱਥੋਂ ਮਰਜ਼ੀ ਚਾਹ ਪੀਤੀ, ਜਿਹੜੀ ਉਹ ਚਾਹ ਲੈ ਕੇ ਜਾਣੀ ਹੈ ਝੋਨੇ ਵਾਲਿਆਂ ਲਈ, ਆਪ ਵੀ ਜਦੋਂ ਝੋਨੇ ਦੇ ਸੀਜ਼ਨ 'ਚ ਲੈ ਕੇ ਜਾਣੀ, ਉਹ ਯਾਰ ਮਿੱਠਾ ਤੇ ਪਾ ਲੈਂਦੇ ਭੋਰਾ ਇਹਦੇ 'ਚ। ਹਾਲਾਂਕਿ ਉਹੋ ਜੀ ਚਾਹ ਜੇ ਤੁਸੀਂ ਵੈਸੇ ਅੱਜ ਦੀ ਡੇਟ 'ਚ ਇੱਥੇ ਉੱਥੇ ਪੀ ਲਓ ਤੇ ਨਾ ਗੁਰੂਆ ਦੇ ਬੁੱਲ ਹੀ ਜੁੜ ਗਏ ਸਾਰੇ, ਪਰ ਉੱਥੇ ਪੀਓ ਯਾਰ ਇਹਦੇ 'ਚ ਮਿੱਠਾ ਹੀ ਨਹੀਂ। ਗੱਲ ਪਤਾ ਕੀ ਆ, ਜਿਹੜੇ ਬੰਦਿਆਂ ਨੇ 5000 ਵਾਰੀ ਥੱਲੇ ਨੂੰ ਹੋ ਕੇ ਐਦਾਂ ਜਿਹਾ ਹੋ ਕੇ ਝੋਨਾ ਕੱਢਣਾ, ਫਿਰ ਉੱਪਰ ਨੂੰ ਹੋਣਾ, ਫਿਰ ਥੱਲੇ ਨੂੰ ਹੋਣਾ, ਫਿਰ ਉੱਪਰ ਨੂੰ ਹੋਣਾ, ਉਹਨਾਂ ਨੂੰ ਮਿੱਠੇ ਦੀ ਲੋੜ ਹੁੰਦੀ ਸੀ। ਹੁਣ ਜਿਹੜੇ ਬੰਦੇ ਨੇ ਸਿਰਫ ਸੋਫੇ ਤੇ ਬੈਠਣਾ ਤੇ ਸੋਫੇ ਤੋਂ 5 ਵਾਰੀ ਦਿਹਾੜੀ ਚੁੱਟਣਾ, ਉਹਨੇ ਫਿਰ ਬੁੱਲ ਜੁੜਨੀ। ਸੋ ਇਹ ਅਸੀਂ ਤੁਹਾਨੂੰ ਤਾਂ ਯਾਦ ਕਰਾਇਆ ਵੀ ਕਿਸੇ ਵੇਲੇ ਇਹ ਹੁੰਦਾ ਵੀ ਜਿਹੜਾ ਤੇ ਪੰਜਾਬ ਬੈਠਾ ਉਹਨੂੰ ਤੇ ਇਹ ਗੱਲਾਂ ਉਹਦੇ ਨਾਲ ਤੇ ਘੱਟ ਵਾਪਰ ਰਹੀਆਂ ਨਾ, ਉਹਨੂੰ ਤੇ ਲੱਗਣਾ ਵੀ ਯਾਰ ਇਹ ਵੀ ਕੋਈ ਗੱਲਾਂ ਜੋ ਗੱਲ ਹੈ, ਪਰ ਜਿਹੜਾ ਉਹਦੇ ਤੋਂ ਉਸ ਫੇਜ਼ ਚੋਂ ਨਿਕਲ ਗਿਆ ਉਹਨੂੰ ਯਾਦ ਆ ਗਿਆ। ਹੁਣ ਜਿੱਦਾਂ ਅੱਜ ਜੇ ਆਪਾਂ ਡੱਬਾ ਤੁਹਾਡੀ ਪਿੰਜਣੀ ਨੂੰ ਲਾਇਆ ਜਾਂ ਮੇਰੇ ਲੱਗਾ, ਕਈਆਂ ਨੇ ਅਜੇ ਵੀ ਹੋ ਸਕਦਾ ਨਿਸ਼ਾਨ ਹੋਵੇ ਕਿਤੇ, ਉਹ ਗੁਰੂਆ ਹੋ ਮੈਂ ਮਸਾਂ ਕਈਆਂ ਦੇ ਨਿਸ਼ਾਨ ਨਹੀਂ ਹੋਣਾ, ਉਸੇ ਵੇਲੇ ਉਹਨਾਂ ਦੇ ਸਾੜ ਜਾ ਪੈਣਾ ਕਿਉਂਕਿ ਉਹ ਚੇਤਾ ਥੋੜੀ ਭੁੱਲਦਾ। ਇੱਕ ਸੰਧਾਲੀਆ ਸਾਹਿਬ ਵੈਸੇ ਹੀ ਮਨ ਦੇ ਵਿੱਚ ਫੁਰਨਾ ਫੁਰਿਆ ਹੈ, ਸੱਚਾ। ਆਪਾਂ ਸਾਰੇ ਕਹਿੰਦੇ ਨੇ ਲਹੂ ਚਿੱਟਾ ਹੋ ਗਿਆ ਜੀ, ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਜੀ, ਭਰਾਵਾਂ 'ਚ ਫਿੱਕ ਪੈ ਗਿਆ, ਟੱਬਰਾਂ ਦੇ ਵਿੱਚ ਵੀ ਸ਼ਰੀਕੇਬਾਜ਼ੀਆਂ ਬਣ ਗਈਆਂ, ਵੀ ਹੁਣ ਨਹੀਂ ਪਹਿਲਾਂ ਵਾਲੀ ਗੱਲ। ਚਾਹੇ ਤੁਸੀਂ ਰਿਸ਼ਤੇਦਾਰੀ ਦੇ ਚਲ ਜਾਓ, ਚਾਹੇ ਤੁਸੀਂ ਆਂਢ ਗੁਆਂਢ ਚਲ ਜਾਓ, ਕਿਸੇ ਸੱਜਣ ਮਿੱਤਰ ਦੇ ਪਿੰਡ ਚਲ ਜਾਓ, 80% ਜੇ ਇਤਫਾਕ ਰੱਖਦੇ ਹੋ, ਜੇ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਟਿੱਪਣੀ ਕਰ ਦਿਓ। 80% ਆਪਾਂ ਕੀ ਸੁਣਦੇ ਆ, ਭਾਈਚਾਰਾ ਕਿੱਦਾਂ, ਜੇ ਤਾਂ ਪਿੰਡ ਦੇ ਹੀ ਬੰਦੇ ਜਿਹੜੇ ਕਿਰਤੀ ਬੰਦੇ ਨੇ, ਸਭ ਤੋਂ ਸੱਚੇ ਸੁੱਚੇ ਬੰਦੇ ਕਿਰਤੀ ਹੁੰਦੇ ਆ, ਜੇ ਤਾਂ ਪਿੰਡ ਦੇ ਹੀ ਬੰਦੇ ਜਾਂ ਆਂਢ ਗੁਆਂਢ ਦੇ ਪਿੰਡ ਦੇ ਬੰਦੇ ਪੰਜਾਬੀ ਬੰਦੇ ਝੋਨਾ ਲਾਉਂਦੇ ਆ, ਤਾਇਆ ਚਾਚਾ ਤਾਈ ਚਾਚੀ, ਆਮ ਤੌਰ ਤੇ ਪੁੱਛਣਾ ਫਿਰ ਭੈਣ ਕਿੱਦਾਂ, ਠੀਕ ਆ ਸਹੁਰਿਆਂ ਦੇ, ਇਦਾਂ ਦੇ ਸਬੰਧ ਹੁੰਦੇ ਸੀ। ਤੇ ਉੱਥੇ ਬੈਠੇ ਵੀ ਗੱਲਾਂ ਹੋਣੀਆਂ ਕਿ ਠੀਕ ਆ ਪੁੱਤ, ਤੁਹਾਨੂੰ ਤਾਂ ਨਹੀਂ ਪਤਾ ਜਦੋਂ ਤੁਹਾਡੇ ਦਾਦੇ ਹੁਣੀ ਹੁੰਦੇ ਸੀ ਬਹੁਤ ਚੰਗੇ ਹੁੰਦੇ ਸੀ ਉਹ ਬੰਦੇ, ਉਹਨਾਂ ਨੇ ਪੁਰਾਣੀਆਂ ਗੱਲਾਂ ਜੀ, ਵਿਆਹ ਤੇ ਇਦਾਂ ਹੋਇਆ ਸੀ, ਉਹਨਾਂ ਦੇ ਇਦਾਂ ਹੋਇਆ ਸੀ, ਸਾਰੀਆਂ ਗੱਲਾਂ ਐਂ ਲੱਗਦਾ ਨਹੀਂ ਸੀ ਕਿ ਕੋਈ ਇਹਦੇ ਵਿੱਚ ਸਮੱਸਿਆ ਤੇ ਜਾਣ ਲੱਗੇ ਪੱਠਿਆਂ ਦੀ ਭਰੀ ਉਹਨਾਂ ਨੇ ਵੱਢ ਕੇ ਲਿਜਾਣੀਆਂ ਜਾਂ ਹੋਰ ਕੁਛ ਆ, ਜਾਂ ਇਹ ਵੀ ਕਹਿਣਾ ਕਿ ਆਲੂ ਜਾਂ ਆਹ ਚੀਜ਼ਾਂ ਚਾਹੀਦੀਆਂ, ਜਾਂ ਆਮ ਹੀ ਜਾਣੀ ਉਹ ਵਸਤੂ ਵਟਾਂਦਰਾ ਯੋਗੀ ਸੀ ਇੱਕ ਤਰ੍ਹਾਂ ਦਾ। ਤੇ ਦੂਸਰੇ ਪਾਸੇ ਜੇ ਸਾਡੇ ਉਹਨਾਂ ਤੋਂ ਵੀ ਵੱਧ ਕਿਰਤੀ ਬੰਦੇ ਆ ਪ੍ਰਵਾਸੀ ਮਜ਼ਦੂਰ, ਬਿਹਾਰ ਦੇ, ਯੂਪੀ ਦੇ, ਝਾਰਖੰਡ ਦੇ, ਆਮ ਹੀ ਗੱਲ ਚੱਲਦੀ ਸੀ, ਇਹਨਾਂ ਨੂੰ ਤਾਂ 15 ਸਾਲ ਹੋ ਗਏ ਆ, ਇਹ ਆਪਣੇ ਹੀ ਆਉਂਦੇ ਆ, ਇਹਨਾਂ ਨੂੰ ਟੈਲੀਫੋਨ ਕਰਨ ਦੀ ਵੀ ਨਹੀਂ ਲੋੜ, ਇਹਨਾਂ ਨੇ ਬਸ ਚੱਲਣ ਲੱਗਿਆ ਨੇ ਦੱਸਣਾ ਕਿ ਸਾਨੂੰ ਪਰਸੋਂ ਨੂੰ ਰੇਲਵੇ ਸਟੇਸ਼ਨ ਤੋਂ ਲੈ ਜਿਓ। ਉੱਥੇ ਵੀ ਕਈ ਵਾਰੀ ਲੋੜ ਹੁੰਦੀ ਆ, ਇਹਨਾਂ ਦੇ ਹੁਣ ਛੱਤ ਪਾਉਣੀ ਸੀ, ਉੱਥੋਂ ਟੈਲੀਫੋਨ ਕੀਤੇ, ਆਪਾਂ ਪੈਸੇ ਭੇਜਦੇ ਪਏ ਨਹੀਂ। ਯਾਨੀ ਇੱਕ ਐਸਾ ਯਕੀਨ, ਇੱਕ ਐਸਾ ਵਿਸ਼ਵਾਸ, 80% ਬੰਦੇ ਜਿਹੜੇ ਨੇ ਉਹ ਪੱਕੇ ਹੀ ਹੁੰਦੇ ਆ। ਜੇ ਬੰਦੇ ਬਹੁਤੇ ਹੀ ਮਾੜੇ ਹੋਣ ਤਾਂ ਮੁੜ ਕੇ ਤੁਹਾਡੇ ਵੜਨੀ ਕਿੱਦਾਂ। ਜਿਹੜੀ ਇੱਕ ਕਹਿੰਦੇ ਜੀ ਯਕੀਨ ਤੇ ਵਿਸ਼ਵਾਸ ਦਾ ਧਾਗਾ ਟੁੱਟ ਗਿਆ, ਉਹ ਜੇ ਯਕੀਨ ਤੇ ਵਿਸ਼ਵਾਸ ਦਾ ਧਾਗਾ ਨਾ ਹੋਵੇ ਤਾਂ ਐਡਵਾਂਸ ਪੈਸੇ ਕਿੱਦਾਂ ਚਲੇ ਜਾਣ, ਜਾਂ ਉਹ ਵੀ ਗੈਰੀ ਕਹਿੰਦੇ ਹੁੰਦੇ ਆ, ਜੇ ਕਹਿਣਾ ਜੀ ਪੈਸੇ ਪੋਏ ਦੀ ਲੋੜ ਨਹੀਂ ਸੀਜ਼ਨ ਮੁੱਕੇ ਤੇ ਲੈਣੇ ਆ ਜੀ ਪੈਸੇ, ਫਿਰ ਮੁੜ ਕੇ ਇਕੱਠੇ ਪੈਸੇ ਬਣ ਜਾਂਦੇ। ਉਹਨਾਂ ਨੂੰ ਵੀ ਯਕੀਨ ਸੀ ਤੇ ਉਹਨਾਂ ਨੂੰ ਵੀ, ਹਾਂ ਜਿਹੜੇ 5-10% ਦੋਨਾਂ ਪਾਸਿਆਂ ਤੋਂ ਫਰਾਡ ਹੁੰਦੇ ਆ ਉਹ ਜ਼ਿਆਦਾ ਉੱਭਰ ਕੇ ਸਾਹਮਣੇ ਆ ਜਾਂਦੇ ਆ। ਇਦਾਂ ਦੀਆਂ ਜਿਹੜੀਆਂ ਭਾਈਚਾਰਕ ਸਾਂਝ ਦੀਆਂ ਤੰਦਾਂ ਉਹ ਕਦੇ ਖਬਰ ਨਹੀਂ ਪੜਦੀਆਂ, ਉਹ ਖਬਰ ਲੱਗਦੀਆਂ ਨਹੀਂ ਨਾ ਜੀ, ਕਿਉਂਕਿ ਉਹ ਤੇ ਰੋਜ਼ ਦੀ ਰੁਟੀਨ ਆ। ਹੁਣ ਜੇ ਆਪਾਂ ਵੈਸੇ ਗੱਲ ਕਰੀਏ ਵੀ ਪੰਜਾਬ ਦੀ ਜਿੰਨੀ ਜ਼ਮੀਨ ਆ, ਹੁਣ ਹੋ ਸਕਦਾ ਕਿਸੇ ਨੂੰ ਲੱਗਦਾ ਹੋਵੇ ਵੀ ਆਹ ਜ਼ਮੀਨ ਆ ਜੀ ਇਹ ਮੇਰੇ ਪਹਿਲਾਂ ਫਲਾਨਿਆਂ ਦੀ ਹੀ, ਇਹ ਫਲਾਨਿਆਂ ਦੀ, ਇਹ ਫਲਾਨਿਆਂ ਦੀ, ਉਹ ਹੋ ਸਕਦਾ ਵੀ ਜਿਹੜਾ ਉਹਦੇ 'ਚ ਮਾਲਕੀ ਜਿਹਦਾ ਨਾਮ ਬੋਲਦਾ ਹੈ ਉਹਨੂੰ ਲੱਗਦਾ ਹੋਵੇ, ਪਰ ਉਹ ਲੋਕ ਜਿਨ੍ਹਾਂ ਨੇ ਉੱਥੇ ਕਿਰਤ ਕੀਤੀ ਆ ਪੀੜ੍ਹੀਆਂ ਤੋਂ, ਉਹਨਾਂ ਨੂੰ ਲੱਗਦਾ ਵੀ ਇੱਥੇ ਸੀ ਪਹਿਲਾਂ ਹੀ ਆਇਆ ਪਹਿਲੇ ਹੀ, ਫਿਰ ਉੱਥੇ ਝੋਨਾ ਲਾਉਂਦੇ ਸੀ, ਇੱਥੇ ਕਣਕ ਵੱਢਦੇ ਸੀ, ਉਦੋਂ ਫਿਰ ਇੱਥੇ ਸਰੋਂ ਹੁੰਦੀ ਸੀ, ਇਹਦੇ 'ਚ ਅਸੀਂ ਤੋਰੀਆ ਲਾ ਲਿਆ, ਇਹ ਕਰਾਂ ਫਿਰ ਐਤਕੀਂ ਤਿਲ ਬੀਜ ਕੇ ਵੇਖ ਲਿਆ ਵੀ ਬੱਲੇ ਬੱਲੇ ਬੜੇ ਤੰਗ ਹੋਏ, ਐਤਕੀਂ ਕਹਿੰਦੇ ਹਰ ਲਾਉਣੀ, ਅਸੀਂ ਹਰ ਤੇ ਲਾ ਲਈ ਤੇ ਮੁੜ ਕੇ ਉੱਥੇ ਮੰਦਾ ਹਾਲ ਤੇ ਬੁਰਾ ਹਾਲ ਤੇ ਨਾ ਕੁਛ ਬਣੇ ਨਾ। ਉਹ ਗੱਲਾਂ, ਉਹ ਸਾਂਝਾਂ ਜਿਹੜੀਆਂ ਮੈਨੂੰ ਲੱਗਦਾ ਵੀ ਪਿੰਡਾਂ ਦੇ ਵਿੱਚ ਹੈ ਨਾ, ਉਹ ਖਬਰ ਇਸ ਕਰਕੇ ਨਹੀਂ ਬਣਦੀਆਂ ਕਿਉਂਕਿ ਆਮ ਰੂਟੀਨ ਦੀ ਗੱਲ ਹੈ। ਹਾਂ, ਉਹਦੇ ਵਿੱਚੋਂ ਵੀ ਫਿਰ ਕਹਿਣਾ ਤੇ ਆਪਣੇ ਭਾਈਚਾਰੇ ਦੇ ਹੀ ਨਾਂ ਲੈਣਾ ਵੀ ਉਹਦੇ 'ਚੋਂ ਵੀ ਸਾਨੂੰ ਕੁਛ ਲੱਭ ਜਾਵੇ ਖਬਰ, ਤੇ ਫਿਰ ਅਸੀਂ ਮਾਈਕ ਜ਼ਰੂਰ ਅਗਲੇ ਦੇ ਮੂੰਹ ਅੱਗੇ ਜਾ ਖੜਾ, ਇੱਦਾਂ ਕਿੱਦਾਂ ਹੋ ਗਿਆ, ਕੀ ਕਹਿਣਾ ਚਾਹੁੰਦੇ ਤੁਸੀਂ ਉੱਥੇ। ਅਗਲਾ ਵੀ ਕਹਿੰਦਾ ਹੁਣ ਇਹਨੂੰ ਮੈਂ ਵੀਰ ਕੀ ਕਹਾਂ, ਸ਼ਹਿਰੋਂ ਆ ਤੇ ਗਿਆ ਹੀ ਬੰਦਾ ਹੁਣ ਪੁੱਛਦਾ ਕੁਛ, ਚਲੋ ਪਰ ਉਹ ਗੱਲਾਂ ਸਾਰੀਆਂ ਠੀਕ ਆ, ਆਪਣੀ ਥਾਂ ਤੇ ਰਹਿ ਗਈਆਂ, ਭਾਈਚਾਰਾ ਬਣਿਆ ਰਹੇ। ਇੱਕ ਗੱਲ ਹੋਰ ਅੱਜ ਸਾਰੀਆਂ ਕਰਨੀਆਂ, ਅੱਜ ਮੈਨੂੰ ਲੱਗਦਾ ਸ਼ੁਰੂ 'ਚ ਤੁਸੀਂ ਐਸਾ ਉਹ ਡੋਲੂ ਲਵਾ ਲਿਆ ਵੰਜਣੀ ਤੇ ਸਾੜ ਨਹੀਂ ਜਾਂਦਾ। ਸੰਧਾਲੀਆ ਸਾਹਿਬ ਜਿਹੜਾ ਸਭ ਤੋਂ ਚੰਗਾ ਵਰਗ ਹੁੰਦਾ ਜਿਹਦਾ ਪਸੀਨਾ ਡੁੱਲਦਾ, ਜ਼ਮੀਨ ਵੀ ਉਹਦੀ, ਅਸਮਾਨ ਵੀ ਉਹਦਾ, ਕਿਉਂਕਿ ਉਹਦੇ ਸਿਰ ਦੇ ਉੱਤੇ ਸਾਰੇ ਰੋਟੀ ਖਾਂਦੇ ਆ।
ਤੁਸੀਂ ਇਹ ਦੇਖੋ ਕਿ ਆਮ ਤੌਰ ਦੇ ਉੱਤੇ ਨਾ ਜੇ ਕੋਈ ਖਬਰ ਆ ਜਾਵੇ ਜੀ ਉਹਨੇ ਆਹ ਕਰ ਲਈ ਜੀ, ਕਿਸੇ ਪਿੰਡ 'ਚ ਹੁੰਦਾ ਜੀ ਉਹਨੇ ਪੱਠੇ ਵੱਢ ਲਿਆ ਜੀ, ਉਹ ਆਹ ਲੈ ਗਿਆ ਜੀ, ਉਹਨੇ ਅਮਰੂਦ ਤੋੜ ਲਿਆ ਜੀ, ਆਹੀ ਗੱਲ ਹੁੰਦੀ ਹੈ। ਮੈਂ ਕਹਿੰਦਾ ਕਿ ਸਭ ਤੋਂ ਵੱਧ ਵਫਾਦਾਰ, ਸਭ ਤੋਂ ਵੱਧ ਤੁਹਾਡੇ ਨਾਲ ਜੁੜਿਆ, ਤੁਹਾਡੇ ਹਿੱਤਾਂ ਨੂੰ ਆਪਣੇ ਹਿੱਤ ਸਮਝਣ ਵਾਲਾ ਉਹ ਭਾਈਚਾਰਾ ਹੁੰਦਾ। ਆਮ ਤੌਰ ਦੇ ਉੱਤੇ ਮੰਡੀ ਦੇ ਵਿੱਚ ਜਦੋਂ 4-4 5-5 ਦਿਨ ਰੁਲਣਾ ਪੈਂਦਾ, ਅਸੀਂ ਕਹਿੰਦੇ ਯਾਰ ਤੂੰ ਰਹਿਣਾ ਹੀ ਰਾਤ, ਉਹ ਤੁਹਾਡੇ ਲਈ ਸਾਰੀ ਰਾਤ ਵਿੜਕ ਰੱਖਦਾ, ਲੜਦਾ। ਹਾਲਾਂਕਿ ਜੇ 2 ਪੀਪੇ ਕਣਕ ਦੇ ਜਾਂ ਝੋਨੇ ਦੇ ਉਹਦੇ ਵਿੱਚੋਂ ਲੈ ਗਿਆ, ਤੁਹਾਨੂੰ ਕਿਹੜਾ ਘਰੇ ਬੈਠਿਆਂ ਨੂੰ ਪਤਾ ਲੱਗਣਾ, ਤੇ ਉਹਨੂੰ ਦਿਹਾੜੀ ਉਨੀ ਉਹ ਮਿਲਣੀ ਆ ਜਿੰਨੀ ਉਹਦੇ ਨਾਲ ਤੈਅ ਕੀਤੀ ਆ। ਇਹਦੇ ਬਾਵਜੂਦ ਵੀ ਉਹਨੇ ਢੇਰੀ ਤੇ ਹੀ ਸੌਣਾ, ਮਾੜੀ ਜੀ ਵੀ ਅੱਖ ਖੁੱਲੇ ਤੋਂ ਉਹਨੇ ਡਾਂਗ ਲੈ ਕੇ ਆਲੇ ਦੁਆਲੇ ਘੁੰਮਣਾ ਫਿਰਨਾ। ਜੇ ਬੰਨਾ ਕਿਸੇ ਨੇ ਵੱਢ ਲਿਆ ਉਹਨੇ ਸਭ ਤੋਂ ਪਹਿਲਾਂ ਦੱਸਣਾ, ਹਾਲਾਂਕਿ ਬੰਨਾ ਛੋਟਾ ਰਹਿ ਗਿਆ, ਬੰਨਾ ਵੱਡਾ ਰਹਿ ਗਿਆ, ਕੋਈ ਪੱਠਿਆਂ ਦੇ ਟੱਕ ਦੇ ਵਿੱਚੋਂ ਪੱਠਿਆਂ ਦੀ ਭਰੀ ਲੈ ਗਿਆ, ਕੋਈ ਛੱਲੀਆਂ ਤੋੜ ਕੇ ਲੈ ਗਿਆ, ਉਹਨੂੰ ਫਰਕ ਨਹੀਂ ਹੈ, ਉਹਦਾ ਮਿਹਨਤਾਂ ਨਾ ਓਨਾ ਹੀ ਆ। ਇਹਦੇ ਬਾਵਜੂਦ ਵੀ ਕਈ ਵਾਰੀ ਤੁਹਾਡੇ ਕੰਮ ਦੇ ਲਈ ਅਗਲਾ ਬੰਦਾ ਆਪਣੀਆਂ ਦੁਸ਼ਮਣੀਆਂ ਪਾਲ ਬੈਂਦਾ, ਉਹਦੇ ਤੋਂ ਵੱਧ ਵਫਾਦਾਰ ਕੋਈ ਨਹੀਂ ਨਾ। ਇਹ ਤੇ ਗੱਲ ਹੈਗੀ। ਦੇਖੋ ਕਾਰਨ ਇਹ ਆ, ਅਜੇ ਤੇ ਸ਼ਾਇਦ ਕੋਈ ਬੰਦਾ ਪਤਾ ਨਹੀਂ ਹੁਣ ਉਸ ਚੀਜ਼ ਨੂੰ ਸਮਝਦਾ ਹੋਵੇ ਨਾ ਸਮਝਦਾ ਹੋਵੇ, ਰਿਸ਼ਤੇਦਾਰੀਆਂ 'ਚ ਵੀ ਪਛਾਣ ਹੁੰਦੀ ਹੈ। ਉਹਨਾਂ ਨੂੰ ਪਤਾ ਹੁੰਦਾ ਵੀ ਆ ਕੁੜੀ ਆਪਣੀ ਕਿੱਥੇ ਵਿਆਹੀ ਆ ਤੇ ਮੁੰਡਾ ਕਿੱਥੇ ਵਿਆਹਿਆ, ਤੇ ਉਹ ਜਿਹੜਾ ਫਲਾਨਾ ਬੰਦਾ ਤੁਰਿਆ ਆਉਂਦਾ ਵੀ ਮੈਂ ਅੱਜ ਭਾਊ ਨਹੀਂ ਮਿਲੇ ਸੀ ਉੱਥੇ ਸ਼ਹਿਰ ਵਾਲੇ, ਤੇ ਉਹ ਕੁੜੀ ਦੇ ਉੱਧਰੋਂ ਸਹੁਰਿਆਂ ਵਾਲੇ ਪਾਸਿਓਂ ਉਹ ਪੁੱਛਦੇ ਰਾਜੀ ਖੁਸ਼ੀ ਤੇ ਕਿੱਦਾਂ, ਜਾਂ ਜੇ ਇੱਧਰੋਂ ਕੋਈ ਨਾ ਫਲਾਨਾ ਕੰਮ ਤੂੰ ਐਂ ਕਰ ਵੀ ਤੂੰ ਸੁਨੇਹਾ ਦੇ ਆ। ਉਹ ਮੈਨੂੰ ਲੱਗਦਾ ਜਿਹੜੀਆਂ ਸਾਂਝਾਂ ਨੇ ਉਹਨਾਂ ਸਾਂਝਾਂ ਨੂੰ ਤੋੜਨਾ ਬੜਾ ਔਖਾ। ਹਾਂ ਪਿਛਲੇ ਸਮੇਂ 'ਚ ਰੌਲਾ ਰੱਪਾ ਜਿਹਾ ਬਹੁਤ ਪਿਆ ਸੀਗਾ, ਹੁਣ ਵੀ ਕਿਸੇ ਵੇਲੇ ਕੋਈ ਹਵਾ ਜੀ ਉਹੋ ਜਿਹੀ ਕੋਈ ਮਤਲਬ ਚਲਾਉਣ ਦੀ ਕੋਸ਼ਿਸ਼ ਕਰਦਾ, ਪਰ ਫਿਰ ਵੀ ਆਪਾਂ ਤਕੜੇ ਹਾਂ। ਮੈਨੂੰ ਲੱਗਦਾ ਵੀ ਉਹ ਜਿਹੜੇ ਮਿੱਟੀ ਨਾਲ ਜੁੜੇ ਲੋਕ ਉਹਨਾਂ ਨੂੰ ਫਰਕ ਨਹੀਂ ਪੈਂਦਾ, ਉਹਨੂੰ ਪਤਾ ਵੀ ਇੱਧਰੋਂ ਚੱਲ ਕੇ ਉੱਧਰ ਨੂੰ ਨਿਕਲ ਗਿਆ ਕੁਛ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਸ਼ਾਬਾਸ਼ ਹੈ ਜੀ, ਆਪਾਂ ਜਿਹੜੀ ਸਾਂਝ ਬਣਾ ਕੇ ਰੱਖੀਏ ਚੱਲਦੀ ਰਹੇ। ਦਿਨ ਥੋੜ੍ਹੇ ਜਿਹੇ ਔਖੇ ਆ, ਤੇ ਦਿਨਾਂ ਦੇ ਵਿੱਚ ਮੈਂ ਕੁਦਰਤੀ ਸੋਚਦਾ ਸੀ ਵੀ ETO ਸਾਹਿਬ, ਬਿਜਲੀ ਵਾਲੇ ਮੰਤਰੀ ਸਾਹਿਬ, ਹਾਂਜੀ, ਵਾਹਣ 'ਚ ਖਲੋਤੇ ਆ, ਲਾਗੇ ਖੰਭਾ ਡਿੱਗਾ ਪਿਆ ਵੱਡਾ, ਜਿਹੜਾ ਉਹ ਨਹੀਂ ਕਿ ਪਤਾ ਨਹੀਂ ਕਿੰਨੇ KV ਉਹਦੇ 'ਚ ਹੁੰਦੀ ਬੱਤੀ, ਉਹ ਬੋਰਡ ਜਿਹਾ ਲੱਗਾ ਜੇ ਤੇ ਲਿਖਿਆ, ਜਿਹਦੇ ਦੂਰ ਹੀ ਉਹ ਭੂਤੀਆ ਬਣਾ ਦਾ ਖਤਰਾ ਹੈ ਨਾ, ਉਹ ਵੀ ਡਿੱਗਾ ਕਹਿੰਦੇ ਜੰਗਾਲਿਆ ਗਿਆ ਸੀਗਾ। ਤੇ ਉਹ ਕਹਿੰਦੇ ਦੇਖੋ ਜੀ ਆਪਣੇ ਵੱਲੋਂ ਅਸੀਂ ਹੁਣ ਕੋਸ਼ਿਸ਼ ਕੀਤੀ ਆ, ਪਰ 2 ਦਿਨ ਲੱਗ ਗਏ ਸਾਨੂੰ, ਅਜੇ ਵੀ ਅੱਧਾ ਕੀ ਕੰਮ ਸੈੱਟ ਹੋਇਆ, ਜੇ ਥੋੜ੍ਹੇ ਜਿਹੇ ਦਿਨ ਲੱਗ ਜਾਣੇ ਹੋਰ ਬੱਤੀ ਬੁੱਤੀ ਸੈੱਟ ਕਰਦਿਆਂ। ਪਰ ਮੈਂ ਕੁਦਰਤੀ ਸੋਚਦਾ ਵੀ ਉਹ ਜੀਰਕਪੁਰ ਵਾਲੇ ਪਾਸੇ ਜਿੱਧਰ ਨੂੰ ਉਹ ਬੱਤੀ ਜਾਂਦੀ ਆ, ਲੋਕ ਤੇ ਕਹਿੰਦੇ ਵੀ ਹੁਣ ਹੌਲੀ ਹੌਲੀ ਰਿਸ਼ਤੇਦਾਰੀਆਂ 'ਚ ਵੀ ਫੋਨ ਕਰਨ ਦਾ, ਉਹ ਫਿਰ ਭੂਆ ਕੇ ਹੋ ਜਾਈਏ, ਫਿਰ ਸਾਡੇ ਤੇ ਬੜਾ ਮੰਦਾ ਹਾਲ ਹੈ, ਨਾ ਤੇ ਬੱਤੀ ਆ ਤੇ ਨਾ ਪਾਣੀ ਆ, ਤੇ ਕੀ ਕਰੀਏ ਹੁਣ ਦੱਸੋ। ਆਪ ਹੀ ਟੈਲੀਫੋਨ, ਨਿਆਣੇ ਛੱਡ ਜਾਓ ਇੱਥੇ, ਜੇ ਤੁਹਾਡੇ ਤੋਂ ਨਹੀਂ ਵੀ ਆ ਹੁੰਦਾ ਤਾਂ ਨਿਆਣੇ ਬਿਲਕਦੇ ਹੋਣੇ ਆ। ਦੇਖੋ ਕਿਦਾਂ ਪਸੀਨੇ ਨਾਲ, ਮੈਂ ਦੇਖਿਆ ਵੀਡੀਓ ਕਾਲ ਹੋਈ ਸੀ, ਇੱਥੇ ਛੱਡ ਜਾਓ, ਕਹਿੰਦਾ ਮੈਂ ਫੁੱਫੜ ਤੁਹਾਡੇ ਨੂੰ ਲੱਗੀ ਆ ਭੇਜਣ, ਫਿਰ ਤੁਹਾਨੂੰ ਪਤਾ ਹੀ ਆ ਨਾਲੇ ਉਹਨੇ ਕੁੱਕੜ ਖਾ ਜਾਣਾ, ਨਾਲੇ ਨਿਆਣੇ ਆਉਣੇ ਆ, ਜੇ ਕੁੱਕੜ ਬਚਾਉਣਾ ਤਾਂ ਨਿਆਣੇ ਆਪੇ ਹੀ ਛੱਡ ਜਾਓ। ਹਾਂ, ਸੋ ਇਹ ਥੋੜ੍ਹੀ ਜਿਹੀ ਪ੍ਰੋਬਲਮ ਆਈ ਹੈ ਜੀ ਉਸ ਪਾਸੇ। ਹਾਲਾਂਕਿ ਜੋ ਉੱਥੋਂ ਦੇ ਰਹਿਣ ਵਾਲੇ ਲੋਕ ਨੇ, ਵਸਨੀਕ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਵੀ ਅਸੀਂ ਬੜੀ ਵਾਰਾਂ ਪ੍ਰਸ਼ਾਸਨ ਨੂੰ ਜਾਂ ਮਹਿਕਮੇ ਨੂੰ ਕਹਿ ਚੁੱਕੇ ਹਾਂ ਵੀ ਮਹਾਰਾਜ ਇਹ ਜਿਹੜੇ ਖੰਭੇ ਇਹਨਾਂ ਨੂੰ ਜੰਗਾਲ ਲੱਗਾ, ਵੀ ਕੁਛ ਪਤਾ ਨਹੀਂ ਕਦੋਂ ਇਹ ਟੇਢੇ ਹੋ ਜਾਣ। ਉਹ ਕਹਿੰਦੇ ਸਾਡੀ ਗੱਲ ਕਿਸੇ ਨੇ ਗੌੜੀ ਨਹੀਂ। ਦੂਜੇ ਪਾਸੇ ਮਹਿਕਮਾ ਕਹਿੰਦਾ ਜੀ ਦੇਖੋ ਕੁਛ ਵੀ ਆ ਸਾਡੇ ਧਿਆਨ 'ਚ ਆ, ਵੀ ਅਸੀਂ ਇਹਨੂੰ ਸਾਰੇ ਕੁਛ ਨੂੰ ਠੀਕ ਕਰ ਰਹੇ ਹਾਂ, ਬੜੀ ਛੇਤੀ ਸਾਰਾ ਕੁਛ ਸੈੱਟ ਹੋ ਜਾਊਗਾ। ਚਲੋ ਇਹਨਾਂ ਦਿਨਾਂ ਦੇ ਵਿੱਚ ਔਖੇ ਤਾਂ ਹੈਗੇ ਆ ਜੀ ਦਿਨ ਕੱਟਣੇ, ਖਾਸ ਤੌਰ ਦੇ ਉੱਤੇ ਸ਼ਹਿਰੀ ਆਬਾਦੀਆਂ ਦੇ ਵਿੱਚ ਜਿਹੜੇ ਲੋਕ ਵੱਸਦੇ ਨੇ, ਕਿਉਂਕਿ ਨਾ ਲਾਗੇ ਧਰੇਕ, ਨਾ ਟਾਹਲੀ, ਨਾ ਨਿੰਮ, ਨਾ ਪਿੱਪਲ, ਨਾ ਬੋੜ, ਜਿਹੜੀ ਸ਼ਾਮੇ ਮੰਜਾ ਘੜੀਸ ਕੇ ਬੰਦਾ ਇੱਧਰ ਲੈ ਜਾਵੇ। ਤੇ ਹੋ ਸਕਦਾ ਕਿ ਜ਼ੀਰਕਪੁਰ ਦੇ ਬਹੁਤ ਸਾਰੇ ਲੋਕਾਂ ਨੇ ਇੱਕ ਦੂਜੇ ਨੂੰ ਪਹਿਲੀ ਵਾਰੀ ਦੇਖਿਆ, ਕਿਉਂਕਿ ਆਮ ਤੌਰ 'ਤੇ ਤਾਂ ਕੰਮਾਂ 'ਤੇ ਚਲੇ ਜਾਣਾ, ਕੰਮਾਂ 'ਤੇ ਆ ਜਾਣਾ, ਇੱਕ ਦੂਜੇ ਨਾਲ ਬਹੁਤਾ ਵਾਹ ਜਿਹੜਾ ਆਂਢ ਗੁਆਂਢ ਤੋਂ ਬਿਨਾਂ ਨਹੀਂ ਪੈਂਦਾ ਹੁੰਦਾ। ਜਦੋਂ ਸਾਰੇ ਜਣੇ ਪੱਖੀਆਂ ਲੈ ਕੇ ਬਾਹਰ ਹੀ ਘੁੰਮਦੇ ਹੋਣੇ ਆ, ਫਿਰ ਪਤਾ ਅੱਛਾ ਤੁਸੀਂ ਵੀ, ਮੈਂ ਆ ਭੈਣ ਜੀ ਨੂੰ ਦੇਖਿਆ ਤਾਂ ਬਹੁਤ ਵਾਰੀ ਆ, ਜਦੋਂ ਤੇਲ ਲੈਣ ਜਾਂਦੇ ਆ, ਖੰਡ ਸਾਬਣ ਲੈਣ ਜਾਂਦੇ ਆ, ਕਦੇ ਗੱਲ ਨਹੀਂ। ਹੋਰ ਭੈਣ ਜੀ ਸੁਣਾਓ, ਪੇਕੇ ਕਿੱਥੇ ਆਪਣੇ? ਵੀ ਉੱਥੋਂ ਸਾਂਝ ਨਹੀਂ। ਅੱਛਾ ਲੈ ਤੁਸੀਂ ਉੱਥੋਂ ਦੇ ਆ, ਲੈ ਮੈਨੂੰ ਲੱਗਾ ਵੀ ਤੁਸੀਂ ਕਹਿੰਦੇ ਉੱਥੋਂ ਦੇ ਆ। ਮੈਂ ਕਰੀ ਸਿਆਣਾ, ਜਦੋਂ ਤੁਸੀਂ ਉਦੋਂ ਖੰਡ ਮੰਗੀ ਨਾ, ਉਹਨਾਂ ਤੋਂ ਬਰੀਕ ਖੰਡ, ਮੈਂ ਕਿਹਾ ਆਵਾਜ਼ ਤਾਂ ਆਪਣੇ ਵਾਲੀ ਲੱਗਦੀ ਆ, ਫੇਰ ਉਦੋਂ ਤੁਹਾਨੂੰ ਪਤਾ ਹੀ ਆ ਭੈਣ ਜੀ ਕਾਲੀ ਬਹੁਤ ਹੁੰਦੇ ਆ। ਚਲੋ ਇਹ ਵੀ ਸਾਰਾ ਕੁਝ ਵਿੱਚ ਚੱਲੀ ਜਾਂਦਾ। ਹੁਣ ਗੱਲ ਇਹ ਆ ਵੀ ਇੱਕ ਪਾਸੇ ਤੇ ਇਹ ਗੱਲ ਆ, ਦੂਜੇ ਪਾਸੇ ਕਾਰਨ ਆ ਵੀ ਇਹ ਤੇ ਹੋ ਗਈ ਵੀ ਜਿਹੜੀ ਉਹ ਕਿਰਤ ਹੈ ਜਿਹੜੀ ਪੰਜਾਬ ਦਾ ਹਰੇਕ ਬਸ਼ਿੰਦਾ ਕਰਦਾ। ਦੂਜੇ ਪਾਸੇ ਸਾਡੇ ਡਿਪਾਰਟਮੈਂਟ ਵਾਲਿਆਂ ਦੀ ਵੀ ਕਿਰਤ ਹੈ, ਸੁੱਖ ਨਾਲ ਕੀ ਕਰੀਏ, ਜ਼ਿਮਨੀ ਚੋਣ ਆ ਗਈ ਹੈ, ਸੰਗਰੂਰ ਜਿੱਤਣਾ, ਉੱਥੇ ਵੀ ਕਹਿੰਦੇ ਵੀ ਗਲੀਆਂ 'ਚ ਘਟਾ ਉੱਡਦਾ, ਤੇ ਤੜਕੇ ਠੰਡੇ ਅਗਲਾ ਕਹਿੰਦਾ ਵੀ ਯਾਰ ਉਦੋਂ ਜਾ ਕੇ ਮਿਲ ਲਓ, ਨਹੀਂ ਤੇ ਮੁੜ ਕੇ ਉਹਨੂੰ ਨਿਕਲ ਜਾਣਾ, ਵੀ ਕੰਮ ਧੰਦਿਆਂ ਦੇ ਫਿਰ ਉਦੋਂ ਲੱਭਦਾ ਨਹੀਂ। ਅੱਜ ਕੱਲ੍ਹ ਕਹਿੰਦੇ ਆ ਵੀ ਉੱਥੇ ਹੁਣ ਲੀਡਰ ਸਾਹਿਬਾਨਾਂ ਨੂੰ ਵੀ ਤੜਕੇ ਮਨੇਰੇ ਛਾਪਾ ਮਾਰਨਾ ਪੈਂਦਾ, ਫੇਰ ਜਾ ਕੇ 4 ਬੰਦੇ ਜੁੜਦੇ ਜਿਹਨਾਂ ਨੂੰ ਕਹਿੰਦੇ ਵੀ ਯਾਰ ਵੋਟ ਜ਼ਰੂਰ ਪਾਇਓ। ਐਤਕੀ ਕਹਿੰਦੇ ਆ ਜੀ ਪੰਜਾਬ ਦੇ ਬਹੁਤੇ ਲੀਡਰਾਂ ਨੂੰ ਪਹਿਲੀ ਵਾਰੀ ਪਤਾ ਲੱਗਾ ਯਾਰ ਗਰਮੀਆਂ ਨੂੰ ਸਵੇਰੇ ਇਦਾਂ ਦੀ ਵੀ ਹੁੰਦੀ ਆ, ਨਹੀਂ ਤਾਂ ਆਪ ਤਾਂ ਉੱਠਣ ਦਾ ਟਾਈਮ ਉਹੀ ਹੁੰਦਾ, AC ਲੱਗੇ ਹੁੰਦੇ, AC ਕਾਰ ਹੁੰਦੀ, ਜਿੱਥੇ ਜਾਣਾ ਉੱਥੇ ਵੀ AC, ਨਾ ਵੀ AC ਹੋਵੇ ਅਗਲਿਆਂ ਨੇ ਪੁਖਤਾ ਪ੍ਰਬੰਧ ਕੀਤੇ ਹੁੰਦੇ ਪਾਣੀ ਵਾਲੇ ਕੂਲਰ ਦੇ, ਕਿ ਲੀਡਰ ਸਾਹਿਬ ਦੇ ਕੋਲੇ ਜ਼ਰੂਰ ਲਾ ਕੇ ਰੱਖਣਾ।
ਹੁਣ ਸੰਧਾਲੀਆ ਲੀਡਰ ਸਾਹਿਬ ਦੇ ਕੋਲੇ ਤਾਂ ਐ ਏਸੀ ਲਾ ਕੇ ਰੱਖਦੇ ਆ ਵੀ ਜਿੱਦਾਂ ਲੀਡਰ ਸਾਹਿਬ ਦਾ ਰੇਡੀਏਟਰ ਲੀਕ ਹੁੰਦਾ ਵੀ ਪਤਾ ਨਹੀਂ ਪਾਣੀ ਘਟ ਜਾਣਾ, ਇਹਦੀ ਸੂਈ ਨਾ ਗਰਮ ਹੋ ਜਾਏਗੀ। ਇਹ ਤਾਂ ਮੋਮਬੱਤੀਆਂ ਵਾਂਗੂ ਕਿਤੇ ਪਿਘਲ ਹੀ ਜਾਣਾ, ਮੁੜ ਕੇ ਇਕੱਠਾ ਕਰਨਾ ਔਖਾ ਹੋ ਜਾਣਾ। ਚਲੋ ਕੋਈ ਗੱਲ ਨਹੀਂ। ਸੰਧਾਲੀਆ ਸਾਹਿਬ ਗੱਲ ਇਦਾਂ ਮੈਨੂੰ ਕਦੇ ਕਦੇ ਐਂ ਲੱਗਦਾ ਹੁੰਦਾ, ਆਮ ਲੋਕਾਂ ਵਾਲੇ ਪਾਸੇ ਨਹੀਂ, ਲੀਡਰਾਂ ਨੂੰ ਕਈਆਂ ਗਈਆਂ ਗੱਲਾਂ ਨੂੰ ਸੁਣ ਵੇਖ ਕੇ ਕਿ ਆਪਾਂ ਘਰ ਦਾ ਮੁਖੀ ਚੁਣੀਏ, ਸਭ ਤੋਂ ਸਿਆਣਾ ਬੰਦਾ ਚੁਣੀਦਾ। ਆਪਾਂ 5-7 ਬੰਦਿਆਂ ਨੂੰ ਮੰਨ ਲਓ ਕਿ ਵਿਆਹ ਸ਼ਾਦੀ ਕੋਈ ਦਿਨ ਸੁਧ ਹੈਗਾ ਤੇ ਸਬਜ਼ੀ ਮੰਡੀ ਸਬਜ਼ੀ ਲੈਣ ਭੇਜੀਏ ਤੜਕੇ, ਉਹਨਾਂ ਦੇ ਵਿੱਚੋਂ ਸਾਰਿਆਂ ਨੂੰ ਪੈਸੇ ਨਹੀਂ ਫੜਾਈਦੇ। ਹਿਸਾਬ ਜਿਹਾ ਲਾ ਕੇ ਕਿ ਆਹ ਸਿਆਣਾ ਬੰਦਾ, ਇਹ ਪੈਸੇ ਗਿਣ ਕੇ ਦਊਗਾ, ਮੁੜ ਕੇ ਸਾਂਭ ਕੇ ਰੱਖੂਗਾ, ਜ਼ਿੰਮੇਵਾਰ ਹੈ, ਰਿਸਪੌਂਸੀਬਲ ਆ, ਪੈਸੇ ਵੀ ਉਹਨੂੰ ਫੜਾਈਦੇ ਆ, ਕੋਈ ਵੀ ਕੰਮ ਹੋਵੇ। ਪਰ ਜਦੋਂ ਆਪਾਂ ਸੂਬਾ ਫੜਾ ਦਿੰਨੇ ਆ, ਸੂਬਾ ਕਿਹੜਾ ਕੀਲੇ ਨਾਲ ਖੋਲ ਕੇ ਫੜਾਈਦਾ, ਉਦੋਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਦੇਖਦੇ ਵਾਚਦੇ ਨਹੀਂ। ਇਹ ਮੈਂ ਨਹੀਂ ਕਹਿੰਦਾ, ਨਾ ਪੰਜਾਬ ਦੇ ਲੋਕ ਕਹਿੰਦੇ ਆ, ਇਹ ਲੀਡਰ ਇੱਕ ਦੂਜੇ ਨੂੰ ਕਹਿੰਦੇ ਆ। ਹੁਣ ਤੁਸੀਂ ਦੇਖੋ ਕਿ ਕੁਝ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਸਾਹਿਬ ਨੇ ਗੱਲ ਆਖੀ ਸੀ, ਤੇ ਉਸ ਲੀਡਰ ਸਾਹਿਬ ਦਾ ਨਾਮ ਹੈ ਡਾਕਟਰ ਰਾਜਕੁਮਾਰ ਵੇਰਕਾ। ਹੋ ਸਕਦਾ ਕਿ ਬਹੁਤ ਸਾਰੇ ਸੱਜਣ ਅਜੇ ਥੋੜੀ ਜਿਹੀ ਘਮੇੜੀ ਖਾ ਜਾਂਦੇ ਹੁਣ ਕਿ ਅੱਛਾ ਭਾਜਪਾ ਦੇ ਲੀਡਰ, ਕਿਉਂਕਿ ਉਹ ਕਾਂਗਰਸ ਚੋਂ ਗਏ ਆ। ਉਹ ਕਹਿੰਦੇ ਜੀ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਜੇ ਕਿਸੇ ਸਿਆਸੀ ਪਾਰਟੀ 'ਚ ਹੈਗਾ, ਜਾਂ ਸਭ ਤੋਂ ਜ਼ਿਆਦਾ ਭ੍ਰਿਸ਼ਟ ਜੇ ਕੋਈ ਪਾਰਟੀ ਹੈ ਤੇ ਉਹ ਆਮ ਆਦਮੀ ਪਾਰਟੀ ਹੈ। ਚਲੋ ਆਪਾਂ ਆਮ ਆਦਮੀ ਪਾਰਟੀ ਦਾ ਐ ਆਟੇ ਦੇ ਵਿੱਚੋਂ ਥੋੜਾ ਜਿਹਾ ਆਟਾ ਚੱਕ ਕੇ ਉਹਦਾ ਗੋਲਾ ਕਰਕੇ ਪੇੜਾ ਕਰਕੇ ਉਹਨੂੰ ਪਾਸੇ ਰੱਖਤਾ। ਦੂਜੇ ਪਾਸੇ ਨਹੀਂ, ਇਹ ਮਤਲਬ ਸੁੱਕੀ ਕਿ ਇਹਦੇ ਵਿੱਚ ਵੀ ਨਹੀਂ, ਸੁੱਕੀ ਅਜੇ ਸੁੱਕੀ ਰੋਟੀ ਨਹੀਂ, ਮੈਂ ਕਿਹਾ ਮਤਲਬ ਮਿੱਸੀ ਰੋਟੀ ਬਣਾਉਣੀ, ਇਹਦੇ ਵਿੱਚ ਵੀ ਕੋਈ ਅੱਛਾ ਉਹ ਨਹੀਂ ਕੰਮ। ਹਰਪਾਲ ਸਿੰਘ ਚੀਮਾ, ਉਹ ਆਮ ਆਦਮੀ ਪਾਰਟੀ ਦੇ ਨੇਤਾ ਨੇ, ਸੁੱਖ ਨਾਲ ਕੈਬਨਿਟ ਮੰਤਰੀ ਵੀ ਹੈ। ਉਹ ਹੁਣ ਸੰਬੋਧਨ ਕਰਦੇ ਸੀ, ਉਹਨਾਂ ਨੇ ਸਿੱਧਾ ਹੀ ਅਕਾਲੀ ਦਲ ਦਾ ਨਾਂ ਲਿਆ, ਜਾਣੀ ਕਿ ਅਸੀਂ ਜਾਈਏ, ਆਮ ਲੋਕ ਤਾਂ ਜਾਈਏ ਕਿੱਧਰ ਨੂੰ। ਉਹ ਕਹਿੰਦੇ ਜੀ ਗੈਂਗਸਟਰ ਕਲਚਰ ਅਕਾਲੀ ਦਲ ਦਾ ਦੇਣ। ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜ਼ਿਕਰ ਕੀਤਾ, ਨਾਲ ਹੀ ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਭ੍ਰਿਸ਼ਟ ਲੀਡਰ ਪਹਿਲਾਂ ਤਾਂ ਮੁੱਖ ਮੰਤਰੀ ਹੁੰਦਿਆਂ ਬਚਾਏ, ਤੇ ਹੁਣ ਹੌਲੀ ਹੌਲੀ ਕਰਕੇ ਇੱਕ ਇੱਕ ਕਰਕੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰਾਈ ਜਾਂਦੇ ਆ। ਆਪਾਂ ਬੀਜੇਪੀ ਦੇ ਲੀਡਰ ਸਾਹਿਬ ਦੀ ਗੱਲ ਵੀ ਸੱਤ ਕਹਿ ਕੇ ਮੰਨੀ, ਆਪਾਂ ਉਹ ਪੇੜਾ ਇੱਕ ਆਮ ਆਦਮੀ ਪਾਰਟੀ ਵਾਲਾ ਲਾਂਭੇ ਰੱਖਤਾ ਸੀ। ਆਪਾਂ ਚੀਮਾ ਸਾਹਿਬ ਦੀ ਸੱਤ ਵਚਨ ਕਹਿ ਕੇ ਮੰਨ ਲੈਂਦੇ ਆ, ਆਪਾਂ ਅਕਾਲੀ ਦਲ ਦਾ ਵੀ ਪੇੜਾ ਕਰਕੇ ਪਾਸੇ ਰੱਖ ਦਿੱਤਾ, ਕੈਪਟਨ ਸਾਹਿਬ ਦੀ ਪੰਜਾਬ ਲੋਕ ਕਾਂਗਰਸ ਦਾ ਵੀ ਪਾਸੇ ਰੱਖ ਦਿੱਤਾ। ਹੁਣ ਬਾਕੀ ਪਾਰਟੀਆਂ ਬਾਰੇ ਵੀ ਤਾਂ ਸਾਰੇ ਕੁਝ ਕਹੀ ਜਾਂਦੇ, ਸਿਮਰਨਜੀਤ ਸਿੰਘ ਮਾਨ ਸਾਹਿਬ, ਭਗਵੰਤ ਮਾਨ ਸਾਹਿਬ ਨੇ ਸਾਰੇ ਹੀ ਲਪੇਟੇ। ਜਾਣੀ ਜੇ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਧਿਰਾਂ ਇੰਨੀਆਂ ਹੀ ਮਾੜੀਆਂ ਨੇ ਤਾਂ ਸੰਧਾਲੀਆ ਸਾਹਿਬ ਕਿਤੇ ਨਾ ਕਿਤੇ ਪੰਜਾਬ ਦੇ 3.25 ਕਰੋੜ ਜਿਹੜੇ ਲੋਕ ਨੇ ਜਾਂ ਵੋਟਰ ਨੇ, ਉਹਨਾਂ ਨੂੰ ਸੋਚਣਾ ਤਾਂ ਪਊਗਾ ਨਾ ਕਿ ਭਾਈ ਅਸੀਂ ਟਮਾਟਰ ਲੈਣ ਲੱਗੇ, ਇੱਕ ਟਮਾਟਰ ਚੱਕ ਕੇ ਸਾਰੇ ਹੀ ਆਲੇ ਦੁਆਲੇ ਦੇਖਦੇ ਆ ਕਿਤੇ ਦਾਗੀ ਤਾਂ ਨਹੀਂ, ਫੇਰ ਦੂਜਾ ਟਮਾਟਰ ਚੱਕਦੇ ਆ। 117 ਸਿਆਸੀ ਬੰਦੇ ਚੁਣ ਲੱਗੇ, ਆਪਾਂ ਦੇਖਦੇ ਦੂਖਦੇ ਕਿ ਨਹੀਂ। ਉਹ ਬੰਦਾ ਕਿਸੇ ਵੇਲੇ ਕਹਿੰਦਾ ਵੀ ਇੱਕ ਹੁੰਦਾ ਨਾ ਆਪਣੇ ਪੰਜਾਬੀਆਂ ਦਾ ਸੁਭਾਅ, ਕੁਛ ਟਾਈਮ ਤੇ ਆਪਾਂ ਕਰਦੇ ਆ ਵੀ ਚੱਲ ਨਹੀਂ ਇੱਦਾਂ ਨਹੀਂ ਇੱਦਾਂ ਕਰਨਾ, ਨਹੀਂ ਇੱਦਾਂ ਨਹੀਂ ਇੱਦਾਂ ਕਰਨਾ। ਦੋ ਤਰ੍ਹਾਂ ਦੇ ਬਜ਼ੁਰਗ ਹੁੰਦੇ ਆਪਣੇ ਘਰਾਂ 'ਚ। ਇੱਕ ਬਜ਼ੁਰਗ ਹੁੰਦਾ ਵੀ ਜਿਹੜਾ ਮਤਲਬ ਜਿੰਨੇ ਉਡਾਉਣੀ ਪਾ ਲੈਣੀ ਵੀ ਨਾ ਇੱਦਾਂ ਕਿੱਦਾਂ, ਉਹਨੇ ਮੰਜੀ ਡਾਲਣੀ ਉੱਥੇ ਵੀ ਹੋਊ ਤੇ ਇੱਦਾਂ ਹੀ ਹੋਊ, ਨਹੀਂ ਤੇ ਨਾ ਹੋਊ। ਵੀ ਸਵਾਦ ਦਾ ਆਉਂਦਾ ਨਾ ਵੀ ਕੋਠੀ ਪਾਉਣੀ, ਉਹ ਕਹਿੰਦਾ ਕੋਠੀ ਦੇ ਵਿੱਚ ਨਾ ਅੱਜ ਕੱਲ੍ਹ ਓਪਨ ਕਿਚਨ ਰੱਖਦੇ ਬਾਪੂ। ਲੈ ਓਪਨ ਕਿਚਨ ਰੱਖਦੇ, ਤੁਸੀਂ ਵੱਡੇ ਸਿਆਣੇ ਆ ਗਏ, ਬੁੜੀਆਂ ਉੱਥੇ ਰੋਟੀ ਲਾਉਣ ਡਈਆਂ, ਇੱਧਰ ਬੰਦੇ ਬੈਠੇ ਹੋਣ, ਇੱਦਾਂ ਨਹੀਂ ਨਾ ਲਾਓ ਬੂਆ ਇਹਨੂੰ, ਉਹਨੇ ਮੰਜੀ ਡਾਲਣੀ। ਕੁਛ ਇੱਕ ਦਾ ਹੁੰਦਾ ਵੀ ਉਹਨੇ ਦੋ ਘਰਾਂ ਤਰਾਜ ਕਰਨਾ, ਜਦੋਂ ਉਹਨੇ ਵੇਖਿਆ ਨਾ ਵੀ ਨਹੀਂ ਮੰਨਿਆ ਕਰੋ ਮਰਜ਼ੀਆਂ, ਫਿਰ ਬਾਪੂ ਨੇ ਹੌਲੀ ਬੁੜਬੁੜ ਕਰਦੇ ਬਾਹਰ ਨਿਕਲ ਜਾਣਾ। ਇਹ ਮਤਲਬ ਦਾ ਵੀ ਬਹੁਤਾ ਕਰਕੇ ਆਪਣੇ ਵੋਟਰ ਜਿੰਨੇ ਵੀ ਪੰਜਾਬ ਦੇ ਹੈਗੇ ਨੇ ਉਹ ਦੂਜੀ ਤਰ੍ਹਾਂ ਦੇ ਬਾਪੂ ਵਰਗੇ ਆ। ਉਹ ਦੋ ਘਰਾਂ ਦੇ ਕਹਿੰਦੇ ਯਾਰ ਇਹਨਾਂ ਨੇ ਕੁਛ ਕਰਨਾ ਤਾਂ ਨਹੀਂ, ਚਲੋ ਪੁੱਛ ਕੇ ਦੇਖ ਲਓ। ਜਦੋਂ ਅਗਲਾ ਕਹਿੰਦਾ ਨਾ ਵੋਟ ਪਾਇਓ, ਅਸੀਂ ਕਰਾਂਗੇ। ਅਗਲਾ ਕਹਿੰਦਾ ਮਗਰੋਂ ਲਾ ਯਾਰ ਨਿਆਣਿਆਂ ਨੂੰ, ਚੱਲ ਆ ਮੈਂ ਪਾਤੀ ਵੋਟ ਭਰਾਵਾ, ਤੂੰ ਖਹਿੜਾ ਛੱਡ, 5 ਸਾਲ ਤੂੰ ਨਜ਼ਾਰੇ ਲੈ, ਮੈਂ ਆਪਣੀ ਕੱਟਦਾ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਇੱਕ ਕਾਰਨ ਹੈਗਾ ਜਿਹਦਾ ਕਰਕੇ ਲੀਡਰ ਸਾਹਿਬਾਨਾਂ ਦਾ ਕੰਮ ਹੀ ਚੱਲੀ ਜਾਂਦਾ ਵੀ 5 ਸਾਲ ਬਾਅਦ ਕਦੀ ਕੋਈ PK ਸਾਹਿਬ ਨੂੰ ਲੈ ਆਉਂਦਾ, ਕਦੀ ਕੋਈ ਉਹ ਕਾਨੂੰਗੋਲੂ ਸਾਹਿਬ ਨੂੰ ਫੜ ਕੇ ਲੈ ਆਉਂਦਾ, ਕਦੀ ਉਹ ਕਹਿੰਦਾ ਵੀ ਨਹੀਂ ਸਾਡੇ ਵਿੱਚ ਹੀ ਬੜੇ ਸਲਾਹਕਾਰ ਹੈਗੇ, ਅਸੀਂ ਉਹਨਾਂ ਦੀ ਸਲਾਹ ਦੇ ਨਾਲ ਐਤਕੀ ਵੋਟਾਂ ਪਵਾ ਲੈਣੀਆਂ। ਸਾਰਾ ਕੁਝ ਚੱਲਦਾ ਆਉਂਦਾ। ਪਰ ਮੈਨੂੰ ਇਹ ਲੱਗਦਾ ਵੀ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਫਿਰ ਲੋਕ ਵੀ ਹੁਣ ਹੌਲੀ ਹੌਲੀ ਸਿਆਣੇ ਹੋ ਕੇ ਕਹਿੰਦੇ ਪੁੱਤ ਵੇ ਸਾਡੀ ਲੰਘੀ, ਤੂੰ ਆਪਣਾ ਕੁਛ ਨਾ ਕੁਛ ਹੀਲਾ ਕਰ ਲਾ। ਤੇ ਜੇ ਉਸ ਹਿਸਾਬ ਨਾਲ ਚੱਲਦਾ ਰਿਹਾ ਤਾਂ ਫਿਰ ਇਹ ਨਾ ਹੋਵੇ ਵੀ ਮੈਨੂੰ ਤਾਂ ਇਹ ਯਾਦ ਹੁੰਦਾ ਵੀ 10-20 ਸਾਲ ਬਾਅਦ ਉੱਥੇ ਵੀ ਜਦੋਂ ਵੋਟਾਂ ਮੰਗਣ ਜਾਇਆ ਕਰਨ ਲੀਡਰ ਸਾਹਿਬਾਨ, ਤੇ ਉਹ ਕਹਿਣ ਵੀ ਦੇਖੋ ਸਾਡੀ ਤੁਹਾਡੇ ਨਾਲ ਸਾਂਝ ਹੈ ਪੀੜ੍ਹੀਆਂ ਦੀ। ਅਗਲਾ ਕਹੇ साहब हम तो 2 साल हुए आए हैं, कैसी सांझ है? वो जिनके साथ थी वो तो चले गए सर, सांझ तो अभी हुई नहीं। हाँ अभी हुई नहीं सर, अभी तो वोट डालेंगे आपको। मतलब जे ਤਾਂ ਉਹ ਦਿਨ ਨਹੀਂ ਦੇਖਣੇ ਤੇ ਫਿਰ ਲੀਡਰ ਸਾਹਿਬਾਨਾਂ ਨੂੰ ਵੀ ਚਾਹੀਦਾ ਵੀ ਵੀਰ ਇਹ ਕਾਰਨ ਹੈ ਨਾ ਵੀ ਮਤਲਬ ਡਰਾਮੇ 'ਚ ਦਾਣੇ ਪਾਵਾਂਗੇ ਫੇਰ ਹੀ ਖਾਣੇ ਆ।
ਤੇ ਜੇ ਹਰੇਕ ਵੇਲੇ ਆਪਾਂ ਕੱਢਣ ਤੇ ਹੀ ਆਧਾਰ ਰੱਖਣਾ ਵੀ ਕੋਈ ਗੱਲ ਨਹੀਂ ਡਰਮ 'ਚ ਦਾਣੇ ਆਪੇ ਆ ਜਿਹੜੇ, ਇਦਾਂ ਨਹੀਂ ਆਉਣੇ। ਨਹੀਂ, ਮੁਸ਼ਕਲ ਹੋ ਜਾਣੀਆਂ। ਦੋ ਲੀਡਰਾਂ ਦੇ ਬਿਆਨ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਨਾਲ ਸੰਬੰਧ ਰੱਖਦੇ। ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਕਹਿੰਦੇ ਮਾਫੀ ਮੰਗੀ ਤੁਹਾਡੇ ਤੋਂ ਪਹਿਲੀ ਕਿ ਤੁਸੀਂ 2017 ਦੇ ਵਿੱਚ ਸਾਨੂੰ ਜਿਤਾਇਆ ਸੀ, ਪਰ ਉਹਦਾ ਤਾਂ ਰਾਜ ਹੀ ਕਹਿੰਦੇ ਮਹਾਰਾਜਿਆਂ ਨੇ ਕੀਤਾ। ਅਸੀਂ ਤੁਹਾਡੀਆਂ ਆਸਾਂ ਦੇ ਪੂਰਾ ਨਹੀਂ ਉਤਰ ਸਕੇ, ਪਰ ਯਕੀਨ ਰੱਖੋ 2027 ਦੇ ਵਿੱਚ 92 ਨਹੀਂ 95 ਸੀਟਾਂ ਜਿੱਤ ਕੇ ਸਰਕਾਰ ਬਣਾਵਾਂਗੇ, ਕਰੀ ਨਾਲ ਤੁਰੋ। ਹੁਣ ਅਸੀਂ ਉਹ ਬੰਦੇ ਲਾਂਭੇ ਕਰ ਦਿੱਤੇ, ਵੈਸੇ ਉਹ ਗਏ ਆ, ਲਾਂਭੇ ਨਹੀਂ ਕੀਤੇ। ਹੋ ਸਕਦਾ 95 ਅਸੀਂ ਕਹਿੰਦੇ 105 ਆਉਣ ਤੁਹਾਨੂੰ। ਨਹੀਂ, ਪਰ ਜਿੱਦਾਂ ਵੜਿੰਗ ਸਾਹਿਬ ਨੇ ਕਿਹਾ ਵੀ ਹੁਣ 2027 ਤੱਕ ਲੋਕ ਫਿਰ ਨਿਮਤਲੇ ਪੰਜਾ ਕਰ ਲੈਣ। ਅਗਲਾ ਜੇ ਕੋਈ ਪੁੱਛੇ, ਮੰਨ ਲਓ ਕੋਈ ਹੁਣ ਦੀ ਰਾਸ਼ਟਰ ਦੀ ਪਾਰਟੀ ਦਾ ਆ ਗਿਆ ਤੇ ਅਗਲਾ ਕਿ ਮੈਂ ਤੁਹਾਡਾ ਫਲਾਨਾ ਲੀਡਰ, ਤੇ ਅਗਲਾ ਕਹਿੰਦਾ ਨਾ ਤੇਰੇ ਨਾਲ ਸਾਨੂੰ ਕੋਈ ਲੈਣ ਦੇਣਾ ਨਹੀਂ, 27 ਆਉਣ ਦੇ। ਉਹ ਤਾਂ ਮਾੜੀ ਬੜੀ ਆ। ਅੱਛਾ, ਉਹ ਮਾੜੀ ਉਹ ਮਾੜੀ ਬਹੁਤ। 27 ਤੋਂ ਪਹਿਲਾਂ ਜਾਣੀ ਉਦੋਂ ਤੱਕ ਨਾਲ ਤੁਰੋ, ਉਹ ਕਹਿੰਦੇ ਜੀ ਸਾਡੇ। ਚਲੋ, ਸੁਖਬੀਰ ਸਿੰਘ ਬਾਦਲ ਸਾਹਿਬ ਉਹਨਾਂ ਨੇ ਵੀ ਇੱਕ ਜਗ੍ਹਾ ਦੇ ਉੱਤੇ ਜਾ ਕੇ ਕਿਹਾ, ਉਹ ਕਹਿੰਦੇ ਪੰਜਾਬ ਦੇ ਲੋਕੋ ਤੇ ਸੰਗਰੂਰ ਦੇ ਵੋਟਰੋ, ਕਿਉਂਕਿ ਵੋਟਾਂ ਸੰਗਰੂਰ ਵਾਲੇ ਨੇ ਪਾਉਣੀਆਂ, ਤੁਸੀਂ 1999 ਵਾਲਾ ਇਤਿਹਾਸ ਦੁਹਰਾ ਦਿਓ ਇੱਕ ਵਾਰੀ। ਤੁਸੀਂ ਉਦੋਂ ਜੇਲ੍ਹ ਦੇ ਵਿੱਚ ਬੈਠੇ ਬੰਦੇ ਜਿਤਾਤੇ ਸੀ, ਸਿਮਰਜੀਤ ਸਿੰਘ ਮਾਨ ਹੋਰੀ। ਐਤਕੀ ਵੀ ਪੰਥ ਦੇ ਭਲੇ ਦੇ ਲਈ ਬੀਬੀ ਕਮਲਦੀਪ ਕੌਰ ਹੋਰਾਂ ਨੂੰ ਵੋਟਾਂ ਪਾ ਕੇ ਜਿਤਾ ਦਿਓ, ਸਿੱਖ ਕੈਦੀਆਂ ਦੀ ਰਿਹਾਈ ਦੇ ਲਈ ਜ਼ਰੂਰੀ ਹੈ। ਇਹ ਜਿਹੜੀ ਲਾਈਨ ਹੈ ਨਾ, ਇਹ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਹੁਤ ਰੌਲਾ ਕੀ ਉਹ ਉਨੀ ਗਰਾਈਨ ਕੱਟ ਕੇ ਤੇ ਉਹਦੀ ਚਰਚਾ ਚਲਾਈ ਜਾਂਦੇ। ਉਹ ਕਹਿੰਦੇ ਆਹ ਦੇਖੋ ਜੀ, ਹੁਣ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਕਹਿ ਦਿੱਤਾ ਵੀ 1999 ਵਾਲਾ ਜਿਹੜਾ ਇਤਿਹਾਸ ਉਹ ਦਿਖਾ ਦਿਓ। 1999 ਦੇ ਵਿੱਚ ਕਹਿੰਦੇ ਸਿਮਰਜੀਤ ਸਿੰਘ ਮਾਨ ਸਾਹਿਬ ਜਿੱਤੇ ਸੀ, ਐਤਕੀ ਵੇ ਜਿਤਾ ਦਿਓ, ਤੇ ਉਹ ਵੀ ਆਖੀ ਜਾਂਦੇ। ਉਹ ਦੇਖੋ, ਇਹ ਤੇ ਪ੍ਰੋਬਲਮ ਹੈ ਦੀ ਸੋਸ਼ਲ ਮੀਡੀਆ ਦੇ ਵਿੱਚ, ਜਿਹੜੀ ਚੀਜ਼ ਨੂੰ ਜਿਵੇਂ ਮਰਜ਼ੀ ਮੈਨੂਪਲੇਟ ਕਰਕੇ ਛਾਪ ਦਿਓ ਜੀ। ਹੁਣ ਜਦੋਂ ਆਪਣੀਆਂ ਵੀਡੀਓਜ਼ ਵੀ ਕਈ ਵਾਰ ਕੱਟ ਕੇ ਪਾਜ ਦਿੱਤੀਆਂ ਜਾਂਦੀਆਂ, ਆਪਾਂ ਫਿਰ ਬੇਨਤੀ ਕਰਦੇ ਹਾਂ ਵੀਰ ਪੂਰੀ ਸੁਣ ਲਿਆ ਕਰੋ, ਪਹਿਲਾਂ ਕੀ ਕਿਹਾ ਬਾਅਦ ਚ ਕੀ ਕਿਹਾ, ਆਪਣੇ ਮਤਲਬ ਜਿਹਦੀ ਕੱਟ ਕੇ ਨਾ ਰੱਖ ਲਿਆ ਕਰੋ ਵੀ ਨਾ ਬਾਕੀ ਠੀਕ ਆ, ਥੋੜਾ ਜਿਹਾ ਬਰਫੀ ਦਾ ਪੀਸ ਲਾ ਦਿਓ, ਬਾਕੀ ਮੈਂ ਖਾਣਾ ਕੁਝ ਇਦਾਂ ਨਹੀਂ। ਬਿਲਕੁਲ ਠੀਕ ਹੈ। ਉਧਰੋਂ ਮਨਜੀਤ ਸਿੰਘ ਜੀਕੇ, ਉਹ ਹੈਗੇ ਦਿੱਲੀ ਦੇ ਲੀਡਰ ਨੇ, ਆਪਾਂ ਸਾਰਿਆਂ ਨੂੰ ਪਤਾ। ਕਿਸੇ ਵੇਲੇ ਅਕਾਲੀ ਦਲ ਬਾਦਲ ਦੇ ਵਿੱਚ ਹੀ ਹੁੰਦੇ ਸੀ, ਅੱਜ ਕੱਲ੍ਹ ਪਾਰਟੀ ਆਪਣੀ ਬਣਾ ਲਈ ਹੈ ਜਾਗੂ। ਉਹ ਵੱਖਰੀ ਗੱਲ ਹੈ ਕਿ ਸੀਟਾਂ ਥੋੜੀਆਂ ਮਿਲੀਆਂ। ਉਹ ਕਹਿੰਦੇ ਜੀ ਦੇਖੋ, ਮੈਂ ਇੱਕ ਬੇਨਤੀ ਕਰਨੀ ਹੈ ਕਿ ਨਾ ਤਾਂ ਮੈਂ ਬੀਬੀ ਕਮਲਦੀਪ ਕੌਰ ਨੂੰ ਅਜੇ ਸਪੋਰਟ ਕਰਨ ਦਾ ਐਲਾਨ ਕੀਤਾ, ਨਾ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਸਪੋਰਟ ਕਰਨ ਦਾ ਐਲਾਨ ਕੀਤਾ। ਮੇਰੀਆਂ ਫੋਟੋ ਕਹਿੰਦੇ ਜੀ ਕਈ ਬੰਦੇ ਛਾਪੀ ਛੂਪੀ ਜਾਂਦੇ ਆਪੇ, ਮੈਂ ਨਹੀਂ ਅਜੇ ਕਿਸੇ ਨੂੰ ਵੋਟਾਂ ਪਾਉਣ ਨੂੰ ਕਿਹਾ। ਸਾਨੂੰ ਨਹੀਂ ਪਤਾ ਮਨਜੀਤ ਸਿੰਘ ਜੀ ਕੇ ਹੋਰਾਂ ਦੇ ਪਿੱਛੇ ਸੰਗਰੂਰ ਲੋਕ ਸਭਾ ਹਲਕੇ 'ਚ ਕਿੰਨੀਆਂ ਵੋਟਾਂ ਨੇ, ਪਰ ਉਹ ਕਹਿੰਦੇ ਜੀ ਮੈਂ ਅਜੇ ਕਿਸੇ ਧਿਰ ਦੀ ਸਪੋਰਟ ਨਹੀਂ ਕੀਤੀ, ਕਿਉਂਕਿ ਉਹ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਜਿੱਥੇ ਅਕਾਲੀ ਦਲ ਬਾਦਲ ਵਾਲੇ ਵੀ ਸੀ ਤੇ ਜਿੱਥੇ ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਸਾਹਿਬ ਵੀ ਸੀ। ਹਾਂ, ਉਹਨਾਂ ਨੇ ਇੱਕ ਗੱਲ ਕਹਿ ਦਿੱਤੀ। ਉਹ ਕਹਿੰਦੇ ਜੀ ਇੱਕ ਸਲਾਹ ਹੈਗੀ ਹੈ ਕਿ ਜੇ ਅਕਾਲੀ ਦਲ ਬਚਾਉਣਾ ਹੈ, ਉਹਦਾ ਸਰੂਪ ਕਾਇਮ ਰੱਖਣਾ ਹੈ, ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨਾ, ਜੇ ਕਹਿੰਦੇ ਮੈਂ ਕਹਿੰਦੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਸਲਾਹ ਦਿੰਦਾ ਕਿ ਜੇ ਬਾਦਲ ਪਰਿਵਾਰ ਦੇ ਲਾਂਭੇ ਹੋਣ ਦੇ ਨਾਲ ਅਕਾਲੀ ਦਲ ਪੁਨਰ ਸੁਰਜੀਤ ਹੁੰਦਾ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਗੰਭੀਰਤਾ ਨਾਲ ਸੋਚਣਾ ਵਿਚਾਰਨਾ ਚਾਹੀਦਾ। ਸਲਾਹ ਦਿੱਤੀ ਉਹਨਾਂ ਨੇ। ਇਹ ਸਲਾਹ ਨਹੀਂ ਦਿੱਤੀ, ਇਹ ਉਹਨਾਂ ਨੇ ਇਨਡਾਇਰੈਕਟ ਵੇ ਨਾਲ ਇੰਨਾ ਕੁ ਦੱਸਿਆ ਵੀ ਜੇ ਕੱਲ ਨੂੰ ਮੈਂ ਕਿਹਾ ਵੀ ਵੋਟਾਂ ਪਾਓ ਤੇ ਮੈਂ ਕਿਹੜੇ ਪਾਸੇ ਕਹੂੰਗਾ, ਹੈ ਨਾ। ਸੋ ਇਹ ਦੇਖੋ, ਸਿਆਸਤ ਆ, ਸਿਆਸਤ ਦੇ ਵਿੱਚ ਹਰੇਕ ਨੂੰ ਹੱਕ ਹੈ ਭਾਈ ਸਾਹਿਬ, ਉਹਨੇ ਆਪਣਾ ਆਪਣਾ ਬਿਆਨ ਦੇਣਾ। ਹੁਣ ਦੇਖੋ, ਇੱਕ ਗੱਲ ਤੇ ਪੱਕੀ ਹੈ ਕਿ ਵੀ ਜਿੱਦਾਂ ਪਹਿਲਾਂ ਚੈਲੰਜ ਕੀਤਾ ਸੀ ਅਕਾਲੀ ਦਲ ਵੱਲੋਂ ਵੀ ਉਹ ਕਹਿੰਦੇ ਵੀ ਮੁੱਖ ਮੰਤਰੀ ਸਾਹਿਬ ਮਹਾਰਾਜ ਸਿਕਿਉਰਿਟੀ ਤੋਂ ਬਿਨਾਂ ਆ ਕੇ ਵਿਖਾਉਣ, ਇੱਥੇ ਆਉਂਦੇ ਸੀ ਵੀ ਮੈਂ ਇੱਥੋਂ ਹੀ ਗਿਆ, ਮੇਰੀ ਆਪਣੀ ਕਰਮ ਭੂਮੀ ਆ, ਸੰਗਰੂਰ ਵਾਲੇ ਤਾਂ ਮੇਰੇ ਆਪਣੇ ਨੇ। ਉਹ ਕਹਿੰਦੇ ਵੀ ਹੁਣ ਆ ਕੇ ਦਿਖਾਉਣ। ਉਦੋਂ ਬਾਅਦ ਹੁਣ ਲਗਾਤਾਰ ਜਿੱਦਾਂ ਦਾ ਪ੍ਰੋਗਰਾਮ ਰੱਖਿਆ ਭਗਵੰਤ ਮਾਨ ਹੋਰਾਂ ਨੇ, ਉਹ ਰੋਜ਼ ਇੱਕ ਦੋ ਹਲਕਿਆਂ ਦੇ ਵਿੱਚ ਰੋਡ ਸ਼ੋਅ ਕਰਦੇ ਆ, ਤੇ ਉਸ ਰੋਡ ਸ਼ੋਅ ਦੇ ਦੌਰਾਨ ਪੁੱਛਣ ਵਾਲਿਆ ਤੇ ਆਪਣਾ ਕੰਮ ਭਾਈਚਾਰੇ ਦਾ ਕੰਮ ਤੇ ਪੁੱਛਣਾ ਹੀ ਹੈ ਨਾ। ਉਹ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਗੱਲ ਇਹ ਆ ਜੀ ਕਿ ਵੀ ਲੋਕ ਹੈ ਨਹੀਂ ਤੁਹਾਡੇ ਨਾਲ ਜੀ, ਲੋਕ ਬਹੁਤ ਨਾਰਾਜ਼ ਨੇ ਤੁਹਾਡੇ ਤੋਂ। ਉਹ ਕਹਿੰਦੇ ਅੱਛਾ ਜੀ, ਆ ਅੱਗੇ ਜਿਹੜੇ ਤੁਰੇ ਫਿਰਦੇ ਜਾਂ ਜਿਹੜੇ ਆ ਪਿੱਛੇ ਤੁਰੇ ਆਉਂਦੇ ਇਹ ਨਾਰਾਜ਼ ਤੁਰੇ ਫਿਰਦੇ ਮੇਰੇ ਤੋਂ, ਦੱਸੋ। ਉਹ ਕਹਿੰਦੇ ਜੀ ਨਹੀਂ ਬਹੁਤ ਜ਼ਿਆਦਾ ਦਹਿਸ਼ਤ ਹੈ ਲੋਕਾਂ ਦੇ ਮਨਾਂ 'ਚ। ਉਹ ਕਹਿੰਦੇ ਲੋਕਾਂ 'ਚ ਕੋਈ ਦਹਿਸ਼ਤ ਨਹੀਂ ਹੈਗੀ ਵੀਰ, ਦਹਿਸ਼ਤ ਉਹਨਾਂ ਦੇ ਮਨਾਂ 'ਚ ਹੈ ਜਿਨ੍ਹਾਂ ਨੇ ਕੁਛ ਨਾ ਕੁਛ ਇੱਧਰੋਂ ਉੱਧਰੋਂ ਸੱਜੇ ਖੱਬੇ ਖਾਧਾ ਪੀਤਾ, ਤੇ ਹੁਣ ਗੈਸ ਵਾਲੀ ਗੋਲੀ ਮਿਲਦੀ ਨਹੀਂ ਗੀ। ਕੋਈ ਗੱਲ ਨਹੀਂ, ਪ੍ਰਬੰਧ ਅਸੀਂ ਕਰ ਰਹੇ ਹਾਂ। ਇਹ ਪ੍ਰਬੰਧ ਤੋਂ ਕੀ ਭਾਵ ਹੈ ਤੁਹਾਡਾ? ਕੋਈ ਨਹੀਂ ਕਹਿੰਦੇ ਟਾਈਮ ਆਉਣ 'ਤੇ ਦੱਸਾਂਗੇ। ਨਹੀਂ ਵੀ ਥੋੜ੍ਹਾ ਜਿਹਾ ਤਾਂ ਦੱਸੋ। ਉਹ ਕਹਿੰਦੇ ਬਸ 3-4 ਬੰਦੇ ਹੈਗੇ ਆ ਸਾਡੇ ਰਡਾਰ 'ਤੇ, ਇਹਨਾਂ ਵੀ ਅਗਲਾ ਦਾ ਕੰਮ ਆਪਾਂ ਇਦਾਂ ਦਾ ਕਰਨਾ ਵੀ ਕੱਲ੍ਹ ਨੂੰ ਅਗਲਾ ਬੰਦਾ ਬਾਹਰ ਨਾ ਆ ਸਕੇ, ਤੇ ਜਦੋਂ ਬਾਹਰ ਆ ਜਾਂਦਾ ਫਿਰ ਉਹ ਕਹਿੰਦੇ ਬਦਲਾਖੋਰੀ ਦੀ ਕਾਰਵਾਈ। ਉਹ ਕਹਿੰਦੇ ਬਦਲਾਖੋਰੀ ਦੀ ਕਾਰਵਾਈ ਕੋਈ ਨਹੀਂ ਲੱਗੂਗੀ, ਬਕਾਇਦਾ ਸਬੂਤ ਪ੍ਰੂਫ ਦੇ ਨਾਲ ਅਸੀਂ ਉਹ ਸਾਰਾ ਕੰਮ ਸੈੱਟ ਕਰਨਾ, ਤਾਂ ਜੋ ਜਿਹੜੇ ਲੋਕਾਂ ਨੇ ਵੀ ਪੰਜਾਬ ਦਾ ਕੋਈ ਚਵਾਨੀ ਧੇਲੀ ਪੌਲੀ ਰੁਪਈਆ 2-2.5 ਰੁਪਈਏ ਦੱਬੇ ਨੇ ਜਾਂ ਇੱਧਰੋਂ ਉੱਧਰੋਂ ਕਰਕੇ ਖਾਧੇ ਨੇ, ਉਹ ਕਹਿੰਦੇ ਕਢਾਉਣੇ। ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਰੋਡ ਸ਼ੋਅ ਕੀਤਾ, ਤੇ ਜਦੋਂ ਕਿਸੇ ਦੀ ਸਰਕਾਰ ਹੁੰਦੀ ਹੈ ਵਿਰੋਧ ਹੋਣਾ ਲਾਜ਼ਮੀ ਹੈ। ਹਾਲਾਂਕਿ ਵਿਰੋਧੀ ਸਿਰਫ ਉੱਥੋਂ ਦਿਖਾਉਂਦੇ ਆ ਜਿੱਥੋਂ ਵਿਰੋਧ ਹੁੰਦਾ।
ਆਮ ਆਦਮੀ ਪਾਰਟੀ ਵਾਲੇ ਵੀਡੀਓ ਜਾਰੀ ਕਰਦੇ ਆ ਜਿੱਥੇ ਸਾਰੇ ਹੱਕ ਦੇ ਨੇ, ਜਦ ਕਿ ਦੋਨੇ ਗੱਲਾਂ ਪੂਰੀਆਂ ਸਹੀ ਨਹੀਂ। ਕੁਝ ਥਾਵਾਂ ਤੇ ਮਜ਼ਦੂਰਾਂ ਨੇ ਵਿਰੋਧ ਕੀਤਾ, ਕੁਝ ਥਾਵਾਂ ਤੇ ਬੇਰੁਜ਼ਗਾਰਾਂ ਨੇ ਵਿਰੋਧ ਕੀਤਾ, ਕੁਝ ਥਾਵਾਂ ਤੇ ਕੱਚੇ ਬੰਦਿਆਂ ਨੇ ਵਿਰੋਧ ਕੀਤਾ। ਸੰਗਰੂਰ ਦੇ ਵਿੱਚ ਟੈਂਕੀ ਤੇ ਕੁਝ ਬੀਬੀਆਂ ਵੀ ਚੜੀਆਂ ਹੋਈਆਂ ਨੇ, ਅਧਿਆਪਕ ਬੀਬੀਆਂ। ਸਿਮਰਨਜੀਤ ਸਿੰਘ ਮਾਨ ਉੱਪਰ ਜਾ ਕੇ ਟੈਂਕੀ ਤੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਆਏ। ਕਹਿੰਦੇ ਕੇਜਰੀਵਾਲ ਸਾਹਿਬ ਪਹਿਲਾਂ ਤੁਹਾਨੂੰ ਭੈਣ ਕਹਿੰਦੇ ਸੀ, ਹੁਣ ਵੀ ਉਹਨਾਂ ਨੂੰ ਆਣ ਕੇ ਤੁਹਾਡੀਆਂ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਸੀ। ਠੀਕ ਹੈ, ਇਹ ਗੱਲ ਸੱਚ ਹੈ ਕਿ ਕੁਝ ਥਾਵਾਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦਾ ਵਿਰੋਧ ਹੋਇਆ, ਪਰ ਨਾਲ ਇਹ ਵੀ ਗੱਲ ਸੱਚ ਹੈ ਕਿ ਬਹੁਤੀਆਂ ਥਾਵਾਂ ਦੇ ਉੱਤੇ ਉਹਨਾਂ ਦੇ ਸਮਰਥਕ ਪੂਰੇ ਉਤਸ਼ਾਹ ਦੇ ਵਿੱਚ ਵੀ ਨਜ਼ਰ ਆਏ ਗਰਮੀ ਦੇ ਬਾਵਜੂਦ। ਕਿਉਂਕਿ ਜਦੋਂ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਪਈਆਂ ਸੀ ਤਾਂ ਸਾਰਾ ਪ੍ਰਚਾਰ ਹੋਇਆ ਜਨਵਰੀ 'ਚ, ਤੇ ਜਨਵਰੀ ਦੇ ਵਿੱਚ 10 ਵਜੇ ਤਾਂ ਬੰਦਾ ਲੋਈ ਦੀ ਬੁੱਕਲ ਲਾ ਕੇ ਜਾ ਕੇ ਬਹਿੰਦਾ, ਤੇ ਹੁਣ 10 ਵਜੇ ਬੰਦਾ ਅੰਦਰ ਵੜ ਜਾਂਦਾ। ਗਰਮੀ ਇੰਨੀ ਆ। ਪਰ ਹੁਣ ਤੁਸੀਂ ਇਹ ਦੇਖੋ ਕਿ ਭਗਵੰਤ ਮਾਨ ਹੋਰਾਂ ਨੇ ਜਿਹੜਾ ਢੰਗ ਤਰੀਕਾ ਵਰਤ ਲਿਆ, ਉਹ ਕਹਿੰਦੇ ਜੀ ਗੱਲ ਬੜੀ ਸਿੱਧੀ ਫਸਦੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਸਹਿਣ ਨਹੀਂ ਕਰਨਾ। ਬੰਦੇ 3-4 ਅੰਦਰ ਦੇਤੇ ਆ, 3-4 ਬੰਦੇ ਅੰਦਰ ਹੋਰ ਦੇ ਦੇਣੇ ਆ, ਬਸ ਤਿਆਰੀਆਂ ਸਾਡੀਆਂ ਫੁੱਲ ਨੇ, ਸਬੂਤ ਇਕੱਠੇ ਹੋ ਰਹੇ ਆ, ਅਸੀਂ ਹੌਲੀ ਤੁਰਦੇ ਆ, ਪਰ ਹੱਥ ਇਦਾਂ ਪਾਉਣੇ ਆ ਕਿ ਮੁੜ ਕੇ ਕੈਂਚੀ ਛੁੱਟਦੀ ਨਹੀਂ। ਇਹ ਗੱਲ ਬੜੀ ਕਲੀਅਰ ਹੈ। ਹਾਂ, ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਹੋਰਾਂ ਨੇ ਇਸ ਸਾਰੀ ਪ੍ਰਕਿਰਿਆ ਦੇ ਵਿੱਚੋਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਜੀ ਉਹ ਅਗਨੀਪਥ ਭਾਰਤੀ ਫੌਜ ਦੇ ਵਿੱਚ ਭਰਤੀ ਦਾ ਨਵਾਂ ਜਿਹੜਾ ਮਸਲਾ ਹੈ ਕਿ ਨਵੇਂ ਤਰੀਕਿਆਂ ਦੇ ਨਾਲ ਭਰਤੀ ਕਰਨੀ ਹੈ, ਉੱਥੇ ਥੋੜ੍ਹਾ ਜਿਹਾ ਤੱਤਾ ਬੋਲੇ। ਉਹਨਾਂ ਨੇ ਟਵੀਟ ਵੀ ਕੀਤਾ, ਕਹਿੰਦੇ ਜੀ ਮੈਂ ਬਿਲਕੁਲ ਵਿਰੋਧ ਕਰਦਾ ਨਵੀਂ ਨੀਤੀ ਦਾ। 4 ਸਾਲ ਦੇ ਲਈ ਕੋਈ ਭਰਤੀ ਨਹੀਂ ਹੋਣੀ ਚਾਹੀਦੀ, ਪੱਕੀ ਭਰਤੀ ਹੋਣੀ ਚਾਹੀਦੀ ਹੈ। ਪੈਨਸ਼ਨ ਨਾ ਦੇਣਾ ਨੌਜਵਾਨਾਂ ਦੇ ਨਾਲ ਧੋਖਾ, ਭਾਰਤੀ ਫੌਜ ਦਾ ਅਪਮਾਨ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਭਾਰਤ ਸਰਕਾਰ ਪੁਰਾਣੀ ਜਿਹੜੀ ਭਰਤੀ ਨੀਤੀ ਆ, ਪਾਲਿਸੀ ਹੈ ਭਾਰਤੀ ਫੌਜ ਦੇ ਵਿੱਚ, ਉਹੀ ਜਾਰੀ ਰੱਖੇ। ਨਵੀਂ ਭਰਤੀ ਨੀਤੀ ਰੱਦ ਕੀਤੀ ਜਾਵੇ। ਇਹ ਠੀਕ ਨਹੀਂ, ਨਾ ਦੇਸ਼ ਲਈ, ਨਾ ਨੌਜਵਾਨਾਂ ਲਈ, ਨਾ ਭਾਰਤੀ ਫੌਜ ਦੇ ਲਈ। ਤੇ ਜਦੋਂ ਪੱਤਰਕਾਰਾਂ ਨੇ ਅੱਗੋਂ ਸਵਾਲ ਕੀਤੇ ਉਹ ਕਿ ਜੀ ਉਹ ਤਾਂ ਕਹਿੰਦੇ ਆ ਜੀ ਬਹੁਤ ਵਧੀਆ, ਕਿਉਂਕਿ ਬੀਜੇਪੀ ਦੀ ਲੀਡਰਸ਼ਿਪ ਨੇ ਕਿਹਾ, ਕਈ ਕੇਂਦਰੀ ਮੰਤਰੀਆਂ ਦੇ ਬਿਆਨ ਆਏ ਆ, ਕਹਿੰਦੇ ਜੀ ਵਧੀਆ। ਉਹ ਕਹਿੰਦੇ ਜੇ ਬਹੁਤ ਵਧੀਆ ਤਾਂ ਫਿਰ ਐਂ ਕਰਦੇ ਆ ਆਪਾਂ ਇਹਨਾਂ ਨੂੰ ਕਹਿੰਦੇ ਕਿ ਲੀਡਰਾਂ ਨੂੰ ਕਿ ਆਪਣੇ ਧੀਆਂ ਪੁੱਤੇ ਦੇ ਵਿੱਚ ਭਰਤੀ ਕਰਾਓ, ਖਾਸ ਤੌਰ ਦੇ ਉੱਤੇ ਪੁੱਤਰ ਬੇਟੇ ਜਿਹੜੇ ਨੇ ਜੀ ਇੰਨੀ ਵਧੀਆ, ਫਿਰ ਆਪਦੀ ਸੰਤਾਨ ਨੂੰ ਉੱਥੇ ਭਰਤੀ ਕਿਉਂ ਨਹੀਂ ਕਰਾਉਂਦੇ? ਸਾਨੂੰ ਤਾਂ ਕਹਿੰਦੇ ਜੀ ਪੱਕੀਆਂ ਭਰਤੀਆਂ ਚਾਹੀਦੀਆਂ। ਹੁਣ ਜਦੋਂ ਭਗਵੰਤ ਮਾਨ ਹੋਰਾਂ ਨੇ ਇਸ ਮੁੱਦੇ ਤੇ ਗੱਲ ਕਰਤੀ, ਵਿਰੋਧ ਵੀ ਹੋਣਾ ਲਾਜ਼ਮੀ ਹੈ। ਇਹ ਵਿਰੋਧ ਤਾਂ ਹੋਊਗਾ ਹੀ। ਦੇਖੋ, ਕਾਰਨ ਹੈ ਵੀ ਬੀਜੇਪੀ ਵਾਲੇ ਪਾਸਿਓਂ ਜਿੰਨੀ ਲੀਡਰਸ਼ਿਪ ਹੈ ਉਹ ਤੇ ਕਹਿ ਰਹੀ ਵੀ ਬਹੁਤ ਵਧੀਆ। ਰਾਜਨਾਥ ਸਿੰਘ ਹੋਰੀ, ਕਿਉਂਕਿ ਉਹਨਾਂ ਦਾ ਮਹਿਕਮਾ, ਉਹਨਾਂ ਨੇ ਤੇ ਬਕਾਇਦਾ ਇੱਕ ਐਕਸਪਲੇਨੇਸ਼ਨ ਵੀ ਦਿੱਤੀ ਇਹਦੀ। ਉਹ ਕਹਿੰਦੇ ਦੇਖੋ ਕਾਰਨ ਆ ਵੀ ਇਹ ਕੋਵਿਡ ਦਾ ਕਰਕੇ, ਕਿਉਂਕਿ ਭਰਤੀ ਬੰਦ ਸੀ ਫੌਜ ਦੇ ਵਿੱਚ, ਵੀ 2 ਸਾਲ ਹੋ ਗਏ ਭਰਤੀ ਨਹੀਂ ਹੋਈ। ਹੁਣ 2 ਸਾਲਾਂ ਦੇ ਵਿੱਚ ਉਹ ਮੁੰਡੇ ਜਿਨ੍ਹਾਂ ਦੀ ਏਜ ਉਦੋਂ ਜਮਾਂ ਟਿਕਾਣੇ ਸੀ, ਵੀ ਮੰਨ ਲਓ 21 ਦਾ ਹੋ ਗਿਆ ਜੀ, ਉਦੋਂ ਬਾਅਦ ਓਵਰ ਏਜ ਹੋ ਜਾਣਾ, ਉਹ ਕਹਿੰਦੇ ਵੀ ਉਹਨਾਂ ਨੂੰ ਅਸੀਂ 2 ਸਾਲ ਹੋਰ ਐਕਸਟੈਂਸ਼ਨ ਦਿੱਤੀ, ਵੀ 23 ਸਾਲ ਤੱਕ, 1 ਸਾਲ ਲਈ ਹੈ ਨਾ, ਵੀ 2 ਸਾਲ ਤੁਹਾਡੇ ਉਧਰੋਂ ਨਿਕਲ ਗਏ ਤੇ 23 ਤੱਕ ਵੀ ਚਲੇ ਜਾਣਗੇ। ਫਿਰ ਉਹ ਕਹਿੰਦੇ ਵੀ ਜਿਹੜੇ ਇਸ ਯੋਜਨਾ ਦੇ ਵਿੱਚ ਆਉਣਗੇ ਉਹਨਾਂ ਦੇ ਲਈ ਇੱਕ ਮਾਣ ਦੀ ਗੱਲ ਹੈ ਵੀ ਅਗਲਾ ਬਾਅਦ 'ਚ ਕਹਿ ਸਕਦਾ ਵੀ ਮੈਂ ਅਗਨੀਪਥ ਯੋਜਨਾ ਦੇ ਵਿੱਚ ਭਰਤੀ ਹੋਇਆ ਸੀ, ਮੈਂ ਉਹ ਅਗਨੀਵੀਰ ਹਾਂ। ਐਂਡ ਉਹ ਉਹਨਾਂ ਦੇ ਨਾਲ ਤਾਂ ਉਮਰ ਦੇ ਲਈ ਇੱਕ ਟੈਗ ਲੱਗ ਜਾਣਾ, ਜਿੱਥੇ ਜੇ ਵੀ ਜਾਣਗੇ ਉਹਨਾਂ ਨੂੰ ਹਰੇਕ ਚੀਜ਼ ਦੇ ਵਿੱਚ ਪ੍ਰਾਇਓਰਿਟੀ ਮਿਲੂਗੀ। ਤੇ ਇਹ ਇੱਕ ਐਸੀ ਯੋਜਨਾ ਜਿਹਦੇ ਨਾਲ ਹੁਣ ਤੱਕ ਉਹਨਾਂ ਦੇ ਅਕੋਰਡਿੰਗਲੀ ਵੀ ਹੁਣ ਤੱਕ ਕਿਸੇ ਵੀ ਸਰਕਾਰ ਨੇ ਉਸ ਪਾਸੇ ਧਿਆਨ ਨਹੀਂ ਸੀ ਦਿੱਤਾ ਵੀ ਪੂਰੇ ਭਾਰਤ ਦੇ ਵਿੱਚੋਂ ਹਰੇਕ ਨੌਜਵਾਨ ਨੂੰ ਇੱਕ ਬਰਾਬਰ ਦਾ ਮੌਕਾ ਦਿੱਤਾ ਜਾਣਾ। ਉਹ ਇਹਨੂੰ ਇੱਦਾਂ ਸਮਝਦੇ ਆ ਜੀ। ਸੰਧਾਲੀਆ ਸਾਹਿਬ ਦੇਖੋ, ਇਹਦੇ ਤੋਂ ਪਹਿਲਾਂ ਕਿ ਜਿਹੜਾ 11 ਸੂਬਿਆਂ ਦੇ ਵਿੱਚ ਵਿਰੋਧ ਹੋਇਆ, ਰੇਲ ਗੱਡੀਆਂ ਸਾੜੀਆਂ ਗਈਆਂ, ਵਹੀਕਲਸ ਭੰਨੇ ਗਏ, ਸੜਕ ਤੇ ਰੇਲ ਰਸਤੇ ਜਾਮ ਕੀਤੇ ਨੌਜਵਾਨਾਂ ਨੇ ਕਿ ਇਹ ਨੀਤੀ ਠੀਕ ਨਹੀਂ। 11 ਸੂਬਿਆਂ ਦੇ ਵਿੱਚ ਵਿਰੋਧ ਹੋਇਆ। ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਕੋਈ ਭੰਤੜ ਹੋਵੇ, ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਜਿਹਦੇ ਨਾਲ ਕੋਈ ਬੰਦਾ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲਵੇ। ਸੰਵੇਦਨਸ਼ੀਲ ਮੁੱਦਾ। ਪਰ ਉਹ ਵਿਰੋਧ ਵਾਲੇ ਪਾਸੇ ਜਾਣ ਤੋਂ ਪਹਿਲਾਂ ਰਾਜਨਾਥ ਸਿੰਘ ਹੋਰਾਂ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਸਾਹਿਬ ਦਾ ਧੰਨਵਾਦ ਕੀਤਾ ਕਿ ਤੁਸੀਂ 2 ਸਾਲ ਉਮਰ ਹੱਦ ਵਧਾਈ 1 ਸਾਲ ਦੇ ਲਈ। ਤੁਸੀਂ ਨੌਜਵਾਨਾਂ ਨੂੰ ਬਹੁਤ ਧਿਆਨ ਦੇ ਵਿੱਚ ਰੱਖਦੇ ਹੋ, ਉਹਨਾਂ ਦੀਆਂ ਆਸਾਂ, ਉਮੀਦਾਂ, ਉਹਨਾਂ ਦੀਆਂ ਲਿਮਿਟੇਸ਼ਨਸ। ਮੈਂ ਪ੍ਰਧਾਨ ਮੰਤਰੀ ਸਾਹਿਬ ਤੁਹਾਡਾ ਧੰਨਵਾਦ ਕਰਦਾ ਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤਿਆਰੀ ਰੱਖੋ, ਚੰਦ ਦਿਨਾਂ ਦੇ ਵਿੱਚ ਆਪਾਂ ਪ੍ਰੋਸੈਸ ਸ਼ੁਰੂ ਕਰਨ ਜਾ ਰਹੇ ਹਾਂ। ਜਾਣੀ ਜਦੋਂ ਬਹੁਤ ਵੱਡੀ ਪੱਧਰ ਤੇ ਵਿਰੋਧ ਹੁੰਦਾ ਸੀ, ਕੁਝ ਕੁ ਧਿਰਾਂ ਤੇ ਕੁਝ ਕੁ ਸੂਬਾ ਸਰਕਾਰਾਂ ਨੇ ਵੀ ਕਿਹਾ ਕਿ ਠੀਕ ਨਹੀਂ, ਲੱਗਦਾ ਸੀ ਕਿ ਸ਼ਾਇਦ ਸਰਕਾਰ ਦੁਬਾਰਾ ਵਿਚਾਰ ਕਰੂ। ਪਰ ਜੋ ਕੇਂਦਰੀ ਕੈਬਨਿਟ ਮੰਤਰੀ ਰਾਜਨਾਥ ਸਿੰਘ ਹੋਰਾਂ ਦਾ ਟਵੀਟ ਹੈ ਕੁਝ ਹੋਰ ਦੱਸਦਾ। ਭਾਰਤ ਦੇ ਜਿਹੜੇ ਹਵਾਈ ਸੈਨਾ ਦੇ ਮੁਖੀ ਨੇ ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਦੇਖੋ ਇਦਾਂ ਦੀ ਗੱਲ ਨਹੀਂ ਹੈ ਕਿ ਬਿਨਾਂ ਸੋਚੇ ਸਮਝੇ ਪਾਲਿਸੀ ਨਹੀਂ ਬਣਾਈ। ਕਾਰਗਿਲ ਯੁੱਧ ਤੋਂ ਬਾਅਦ ਜਿਹੜੀਆਂ ਰਿਪੋਰਟਾਂ ਤਿਆਰ ਹੋਈਆਂ, ਉਹਨਾਂ ਰਿਪੋਰਟਾਂ ਦੇ ਵਿੱਚੋਂ ਵੀ ਕਹਿੰਦੇ ਜੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਵੱਧ ਤੋਂ ਵੱਧ ਯੂਥ ਚਾਹੀਦਾ ਭਾਰਤੀ ਫੌਜ ਦੇ ਵਿੱਚ, ਵੱਧ ਤੋਂ ਵੱਧ ਯੂਥ। ਫਿਰ ਕਹਿੰਦੇ ਜੀ ਉਹ ਸਾਰੀਆਂ ਚੀਜ਼ਾਂ ਕਿ 20-80 ਦੀ ਰੇਸ਼ੋ ਰੱਖੀਏ, 80-20 ਦੀ ਰੱਖੀਏ, 50-50 ਦੀ ਰੱਖੀਏ, 70-30 ਦੀ ਰੱਖੀਏ, 25-75 ਦੀ ਰੱਖੀਏ। ਹੁਣ ਕਹਿੰਦੇ ਜੀ ਉਹਦੇ ਵਿੱਚੋਂ ਹੀ ਆ ਸਾਰੀ ਪਾਲਿਸੀ ਨਿਕਲ ਕੇ ਸਾਹਮਣੇ ਆਈ ਹੈ।
ਬਹੁਤ ਸਾਰੀਆਂ ਜਥੇਬੰਦੀਆਂ ਨਾਲ, ਬਹੁਤ ਸਾਰੇ ਇੰਟੈਲੈਕਚੁਅਲਸ ਜਿਹੜੇ ਨੇ, ਡਿਫੈਂਸ ਦੇ ਜਿਹੜੇ ਐਕਸਪਰਟ ਨੇ, ਰੱਖਿਆ ਮਾਹਿਰ ਨੇ ਜਿਹੜੇ, ਉਹਨਾਂ ਦੇ ਨਾਲ ਚਰਚਾ ਕਰਨ ਤੋਂ ਬਾਅਦ ਹੀ ਇਹ ਕੀਤਾ। ਉਹ ਕਹਿੰਦੇ ਇਦਾਂ ਦੀ ਗੱਲ ਕੋਈ ਨਹੀਂ, ਆ 2 ਦਿਨਾਂ ਦੇ ਵਿੱਚ ਅਸੀਂ ਭਰਤੀ ਪ੍ਰਕਿਰਿਆ ਜਾਰੀ ਕਰ ਦੇਣੀ ਹੈ। 24 ਤਰੀਕ ਤੋਂ ਹਵਾਈ ਸੈਨਾ ਦੇ ਲਈ ਜਿਹੜੇ ਅਗਨੀਵੀਰ ਨੇ ਉਹਨਾਂ ਦੀ ਭਰਤੀ ਸ਼ੁਰੂ ਹੋ ਜਾਣੀ ਹੈ, ਤਿਆਰੀ ਰੱਖੋ ਤੁਸੀਂ। ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਸਾਹਿਬ ਨੇ, ਉਹ ਕਹਿੰਦੇ ਜੀ ਪ੍ਰਾਪਰਟੀ ਨੂੰ ਨੁਕਸਾਨ ਨਾ ਪਹੁੰਚਾਓ, ਚੰਗਾ ਨਹੀਂ ਦੇਸ਼ ਦੀ ਪ੍ਰਾਪਰਟੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਵੈਸ਼ਨਵ ਸਾਹਿਬ ਨੇ ਬਿਲਕੁਲ ਠੀਕ ਆਖਿਆ। ਪਰ ਸੰਧਾਲੀਆ ਸਾਹਿਬ, ਜੋ ਹਾਲਾਤ ਨੇ ਗਰਾਊਂਡ ਦੇ ਉੱਤੇ, ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਦੇਸ਼ ਦੀ ਸੁਰੱਖਿਆ ਨਾਲ ਸੰਬੰਧਿਤ ਮੁੱਦਾ, ਕੋਈ ਬੰਦਾ ਪੇਤਲੀ ਟਿੱਪਣੀ ਨਾ ਕਰੇ। ਸਾਡੇ ਦੇਸ਼ ਤੇ ਸਵੈਮਾਨ ਦਾ ਵੀ ਮੁੱਦਾ। ਬਿਹਾਰ ਦੇ ਵਿੱਚ 5 ਰੇਲ ਗੱਡੀਆਂ ਸਾੜੀਆਂ, ਬਿਹਾਰ ਦੇ ਵਿੱਚ ਥਾਂ ਤੇ ਚੱਕਾ ਜਾਮ ਹੋਇਆ, ਰੇਲਵੇ ਟ੍ਰੈਫਿਕ ਜਾਮ ਹੋਇਆ, ਲਾਠੀ ਚਾਰਜ ਵੀ ਹੋਇਆ। ਯਾਨੀ ਤਕਰੀਬਨ 20 ਥਾਵਾਂ ਦੇ ਉੱਤੇ ਨੌਜਵਾਨ ਇਕੱਠੇ ਹੋਏ। ਇਸੇ ਤਰੀਕੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇੱਕ ਜਗ੍ਹਾ ਦੇ ਉੱਤੇ ਟ੍ਰੇਨ ਸਾੜੀ, ਕੁਝ ਥਾਵਾਂ ਦੇ ਉੱਤੇ ਸੜਕ ਜਾਮ ਕੀਤੀ, ਰੇਲਵੇ ਟ੍ਰੈਫਿਕ ਜਾਮ ਕੀਤਾ, ਉੱਥੇ ਵੀ ਲਾਠੀ ਚਾਰਜ ਹੋਇਆ। ਹਰਿਆਣੇ ਦੇ ਵਿੱਚ ਵੀ ਇਸੇ ਹੀ ਤਰੀਕੇ ਰੇਲਵੇ ਟ੍ਰੈਫਿਕ ਤੇ ਸੜਕੀ ਆਵਾਜਾਈ ਜਿਹੜੀ ਜਾਮ ਕੀਤੀ ਗਈ, ਕੁਝ ਵਹੀਕਲਸ ਦੀ ਭੰਨਤੋੜ ਹੋਈ। ਕੀ ਤੇਲੰਗਾਨਾ, ਕੀ ਰਾਜਸਥਾਨ, ਕੀ ਮੱਧ ਪ੍ਰਦੇਸ਼, ਕੀ ਹਿਮਾਚਲ ਪ੍ਰਦੇਸ਼, ਕੀ ਉੱਤਰਾਖੰਡ, ਪੰਜਾਬ ਦੇ ਸੰਗਰੂਰ ਦੇ ਵਿੱਚ ਵੀ ਨੌਜਵਾਨ ਇਕੱਠੇ ਹੋਏ, ਪੱਛਮੀ ਬੰਗਾਲ ਦੇ ਵਿੱਚ ਵੀ ਇਕੱਠੇ ਹੋਏ ਤੇ ਉਹਨਾਂ ਨੇ ਵਿਰੋਧ ਕੀਤਾ ਕਿ ਭਾਈ ਸਾਨੂੰ ਆ ਭਰਤੀ ਪ੍ਰਕਿਰਿਆ ਨਹੀਂ ਚਾਹੀਦੀ। ਸਾਡੇ ਕੋਲ ਇੱਕੋ ਇੱਕ ਸਾਧਨ ਹੁੰਦਾ ਸੀ ਕਿ ਅਸੀਂ ਫੌਜ ਦੇ ਵਿੱਚ ਜਾਵਾਂਗੇ, ਦੇਸ਼ ਦੀ ਸੇਵਾ ਵੀ ਹੋਈ, ਟੱਬਰ ਵੀ ਪਾਲਾਂਗੇ। ਉਹ ਖੂਨ ਡਏ ਤੁਸੀਂ। ਮਤਲਬ 2 ਤਰ੍ਹਾਂ ਨਾਲ ਵਿਰੋਧ ਹੈ। ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਤੇ ਉਹ ਇਹ ਕਹਿੰਦੇ ਆ ਵੀ ਸਾਡੇ ਕੋਲੇ ਬਹੁਤ ਲਿਮਟਿਡ ਟਾਈਮ ਹੈ। ਮੰਨ ਲਓ ਹੁਣ ਜੇ ਤੁਸੀਂ 3-4 ਸਾਲ ਦੇ ਲਈ ਜੌਬ ਕਰਵਾਉਣੀ ਹੈ ਤੇ 3-4 ਸਾਲ ਬਾਅਦ ਜਿਹੜਾ ਵੀ ਬੰਦਾ ਉੱਥੋਂ ਬਾਹਰ ਆ ਗਿਆ, ਨਾ ਤਾਂ ਉਹਦੇ ਕੋਲੇ ਪੈਨਸ਼ਨ, ਨਾ ਉਹਦੇ ਕੋਲੇ ਕੁਝ ਹੋਰ ਆ। ਹਾਂ, ਜਿਹੜਾ ਵੀ ਕੋਈ 12 ਲੱਖ ਰੁਪਈਆ ਮਿਲਣਾ, ਉਹੀ ਇੱਕ ਰਕਮ ਹੋਣੀ ਆ। ਉਸ ਤੋਂ ਬਾਅਦ ਕੋਈ ਕਾਰੋਬਾਰ ਖੋਲ੍ਹ ਲੇ, ਕੋਈ ਕੰਮਕਾਰ ਚਲੇ ਜੇ, ਉਹਦੇ ਆਪਣੇ ਤੇ ਵੀ ਜੇ ਆਪਾਂ ਇਹ ਕਹੀਏ ਵੀ ਫਿਊਚਰ ਸਿਕਿਉਰ ਆ ਤੇ ਉਹਦੇ ਵਾਲੀ ਗੱਲ ਨਹੀਂ। ਦੂਜੇ ਪਾਸੇ ਜਿਹੜਾ ਬਹੁਤਾ ਵਿਰੋਧ ਹੈ ਉਹ ਹੋ ਰਿਹਾ ਸਟਰਕਚਰ ਨੂੰ ਲੈ ਕੇ, ਕਿਉਂਕਿ ਭਾਰਤੀ ਫੌਜ ਦੇ ਜਦੋਂ ਆਪਾਂ ਬਹੁਤਾ ਕਰਕੇ ਮੇਰੇ ਖਿਆਲ ਨਾਲ ਜੇ ਕਿਸੇ ਨੇ ਸਮਝਣਾ ਹੋਵੇ ਤੇ 26 ਜਨਵਰੀ ਵਾਲੀ ਆਪਾਂ ਪਰੇਡ ਦੇਖਦੇ ਹੁੰਦੇ। 26 ਜਨਵਰੀ ਵਾਲੀ ਪਰੇਡ ਦੇ ਵਿੱਚ ਅਲੱਗ-ਅਲੱਗ ਟੁਕੜੀਆਂ ਆਉਂਦੀਆਂ ਹੁੰਦੀਆਂ, ਉਹਨਾਂ ਅਲੱਗ-ਅਲੱਗ ਟੁਕੜੀਆਂ ਦੇ ਬਾਰੇ 'ਚ ਉਹਨਾਂ ਦਾ ਇਤਿਹਾਸ ਕੀ ਹੈ, ਉਹਨਾਂ ਨੇ ਕਿੱਥੇ-ਕਿੱਥੇ ਕਿਹੜੀਆਂ ਮੱਲਾਂ ਮਾਰੀਆਂ, ਫਿਰ ਉਹਨਾਂ ਦੀ ਅਲੱਗ-ਅਲੱਗ ਤਰ੍ਹਾਂ ਦੀ ਵਰਦੀ, ਅਲੱਗ-ਅਲੱਗ ਤਰ੍ਹਾਂ ਦਾ ਉਹਨਾਂ ਦਾ ਮਾਰਚ ਕਰਨ ਦਾ ਢੰਗ ਤਰੀਕਾ। ਉਹ ਜਦੋਂ ਸਾਰਾ ਕੁਝ ਸਾਹਮਣੇ ਆਉਂਦਾ ਸੀ ਤੇ ਫਿਰ ਬੰਦੇ ਲੱਗਦਾ ਵੀ ਯਾਰ ਇਹ ਕੈਸੀ ਅਨੇਕਤਾ 'ਚ ਏਕਤਾ ਵਾਲੀ ਗੱਲ। ਹੁਣ ਜਦੋਂ ਬਹੁਤੇ ਇੰਟਲੈਕਚੁਅਲ ਈਵਨ ਬੜੇ ਲੋਕ, ਚਾਹੇ ਉਹ ਪਹਿਲਾਂ ਆਰਮੀ ਦੇ ਵਿੱਚ ਰਹੇ ਨੇ, ਚਾਹੇ ਉਹ ਡਿਫੈਂਸ ਮਾਹਰ ਨੇ, ਉਹਨਾਂ ਦਾ ਕਹਿਣਾ ਵੀ ਜਿਹੜਾ ਇੱਕੋ ਤਰ੍ਹਾਂ ਦੀ ਨੀਤੀ ਜਾਂ ਇੱਕੋ ਤਰ੍ਹਾਂ ਦੀ ਫੌਜ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਜਿਹੜੀ ਵਿਭਿੰਨਤਾ ਸੀਗੀ ਅਨੇਕਤਾ 'ਚ ਏਕਤਾ ਵਾਲੀ, ਉਹਨੂੰ ਸ਼ਾਇਦ ਸੱਟ ਮਾਰੇ। ਉਹਦੇ 'ਤੇ ਵੀ ਸੋਚਣਾ ਚਾਹੀਦਾ। ਹੁਣ ਇਹ ਦੇਖੋ ਮੁੱਦੇ ਡਿਸਕਸ਼ਨ 'ਚ ਆ ਗਏ ਆ ਦੋਵੇਂ, ਬਾਕੀ ਹੁਣ ਸਰਕਾਰ ਨੇ ਫੈਸਲਾ ਲੈਣਾ ਵੀ ਉਹ ਕੀ ਕਰਦੀ ਕੀ ਨਹੀਂ ਕਰਦੀ। 2 ਚੀਜ਼ਾਂ ਇੱਥੇ ਸੰਧਾਲੀਆ ਸਾਹਿਬ ਸਾਨੂੰ ਸਮਝ ਕੇ ਚੱਲਣਾ ਪਊਗਾ, ਕਿਉਂਕਿ ਸਰਕਾਰ ਨੇ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਕੀਤੀਆਂ। ਕਿਉਂਕਿ ਇੱਕ ਚਰਚਾ ਚੱਲਦੀ ਸੀ ਨਾ ਕਿ 4 ਸਾਲਾਂ ਬਾਅਦ ਉਹ ਟ੍ਰੇਨਡ ਬੰਦਾ ਉਹ ਕਰੂਗਾ ਕੀ। ਉਮਰ ਕਿੰਨੀ ਹੋਣੀ? ਜਿਹੜਾ 17.5 ਦਾ ਭਰਤੀ ਹੋ ਗਿਆ 21 ਤੱਕ, ਜਿਹੜਾ 21 ਦਾ ਭਰਤੀ ਹੋ ਗਿਆ 25 ਤੱਕ, ਵੱਧ ਤੋਂ ਵੱਧ 25 ਦੇ ਸੇਵਾ ਮੁਕਤੀ ਹੈ 75% ਲੋਕਾਂ ਦੀ। ਉਹ ਕਹਿੰਦੇ ਜੀ ਇੱਕ ਤਾਂ 12.25 ਲੱਖ ਰੁਪਈਆ ਮਿਲਣਾ, ਕਾਰੋਬਾਰ ਸ਼ੁਰੂ ਹੋ ਸਕਦਾ। ਦੂਸਰਾ, ਬਹੁਤ ਸਾਰੇ ਸੂਬਿਆਂ ਦੇ ਵਿੱਚ ਆਰਮਡ ਫੋਰਸਿਸ ਹੁੰਦੀਆਂ ਰਿਜ਼ਰਵ, ਉਹਦੇ ਵਿੱਚ ਭਰਤੀ ਹੁੰਦੀ ਤਾਂ ਤੁਹਾਡੀ ਪਹਿਲ ਹੋਏਗੀ। ਤੀਸਰਾ, ਕੋਈ ਕਾਰੋਬਾਰ ਸ਼ੁਰੂ ਕਰਨਾ, ਤੁਹਾਨੂੰ ਪੈਸੇ ਹੋਰ ਚਾਹੀਦੇ ਆ, ਕਰਜ਼ ਤੁਹਾਨੂੰ ਆਸਾਨੀ ਨਾਲ ਮਿਲੂਗਾ। ਅੱਗੇ ਕੋਈ ਉਚੇਰੀ ਸਿੱਖਿਆ ਹਾਸਲ ਕਰਨੀ ਆ, ਭਰਤੀ ਜਿਹੜੀ ਪੜ੍ਹਾਈ ਕਰਨੀ ਆ, ਉਹਦੇ ਲਈ ਕੋਈ ਲੋਨ, ਐਜੂਕੇਸ਼ਨ ਲੋਨ ਚਾਹੀਦਾ, ਤੁਹਾਨੂੰ ਪਹਿਲ ਦੇ ਆਧਾਰ ਦੇ ਉੱਤੇ ਮਿਲੂਗਾ। ਜਾਣੀ ਇੱਕ ਤੋਂ ਬਾਅਦ ਇੱਕ ਬਹੁਤ ਸਾਰੀਆਂ ਚੀਜ਼ਾਂ ਗਣਾਈਆਂ ਗਈਆਂ ਕਿ ਭਾਈ ਉਹਨਾਂ ਨੂੰ ਖਾਲੀ ਨਹੀਂ ਛੱਡ ਰਿਹਾ। ਪਰ ਇਹਦੇ ਬਾਵਜੂਦ ਵੀ ਸੰਤੁਸ਼ਟੀ ਨਹੀਂ। ਸੰਧਾਲੀਆ ਸਾਹਿਬ, ਹੋ ਸਕਦਾ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਆਵੇ ਕਿ ਇੱਕੋ ਦਮ ਇੰਨੇ ਨੌਜਵਾਨ ਕਿੱਦਾਂ ਇਕੱਠੇ ਹੋ ਜਾਂਦੇ ਆ ਕਿ ਅੱਜ ਪਾਲਿਸੀ ਦਾ ਐਲਾਨ ਹੋਇਆ, ਕੱਲ੍ਹ ਹੀ ਵਿਰੋਧ। 4 ਸੂਬੇ ਐਸੇ ਨੇ ਜਿਨ੍ਹਾਂ ਦੇ ਵਿੱਚ ਬਿਹਾਰ, ਉੱਤਰ ਪ੍ਰਦੇਸ਼, ਹਰਿਆਣਾ ਤੇ ਵਿੱਚ ਵਿਚਾਲੇ ਹਿਮਾਚਲ ਪ੍ਰਦੇਸ਼ ਵੀ ਆਉਂਦਾ ਹੈ। ਕਿਉਂਕਿ ਜਦੋਂ ਫੌਜ ਦੀ ਆਮ ਹੀ ਇੱਕ ਸ਼ਬਦ ਚੱਲਦਾ ਹੁੰਦਾ ਕਿ ਮੈਂ ਭਰਤੀ ਹੈ ਜੀ, ਭਰਤੀ ਦੇਖਣ ਚੱਲਿਆ। ਭਰਤੀ ਦੇਖਣ ਦਾ ਮਤਲਬ ਭਰਤੀ ਰੈਲੀ ਹੁੰਦੀ, ਇਸ਼ਤਿਹਾਰ ਹੈ ਫੌਜ ਦੀ ਭਰਤੀ ਰੈਲੀ ਫਿਰੋਜ਼ਪੁਰ 'ਚ, ਹਰਿਆਣੇ ਦੇ ਕਿਸੇ ਸ਼ਹਿਰ 'ਚ, ਯੂਪੀ ਬਿਹਾਰ ਦੇ ਕਿਸੇ ਸ਼ਹਿਰ 'ਚ, ਇੱਦਾਂ ਹੀ ਹੁੰਦਾ ਨਾ। ਰੇਲ ਗੱਡੀਆਂ ਦੀਆਂ ਛੱਤਾਂ ਤੇ ਬਹਿ ਕੇ, ਬੱਸਾਂ ਦੀਆਂ ਛੱਤਾਂ ਤੇ ਬਹਿ ਕੇ ਨੌਜਵਾਨ ਜਾਂਦੇ ਆ। ਫੌਜ ਦੀ ਨੌਕਰੀ ਔਖੀ ਬਹੁਤ ਹੈ। ਘਰੋਂ ਤੁਸੀਂ ਬਾਹਰ ਰਹਿਣਾ, ਕੰਮ ਮਿਹਨਤ ਮੁਸ਼ੱਕਤ ਵਾਲਾ ਕਰਨਾ ਪੈਣਾ, ਲੋਕਾਂ ਸੌਣਾ, ਤੁਸੀਂ ਰਾਤ ਨੂੰ ਜਾਗਣਾ। ਬਰਫ਼ ਪੈਂਦੀ ਆ, ਲੋਕ ਕਹਿੰਦੇ ਜੇ ਅੱਜ ਸਨੋ ਪੈਣੀ ਹੈ, ਬਰਫ਼ ਪੈਣੀ ਹੈ, ਘਰ ਦੇ ਅੰਦਰ ਰਹਿਣਾ। ਉਹਨਾਂ ਨੇ ਬਾਰਡਰ ਸੇਫ ਕਰਨੇ ਆ। ਜਦੋਂ ਬਹੁਤ ਗਰਮੀ ਪੈਣੀ ਹੈ, ਉਹਨਾਂ ਨੇ ਤਾਂ ਵੀ ਬਾਹਰ ਡਿਊਟੀ ਦੇਣੀ। ਇਹਦੇ ਬਾਵਜੂਦ ਵੀ ਸੰਧਾਲੀਆ ਸਾਹਿਬ 2 ਸਾਲ ਪਹਿਲਾਂ ਤੱਕ, ਜਦੋਂ ਤੱਕ ਕਰੋਨਾ ਨਹੀਂ ਸੀ ਆਇਆ, ਬਿਹਾਰ, ਯੂਪੀ ਤੇ ਹਰਿਆਣੇ 'ਚ ਇੱਕ ਭਰਤੀ ਰੈਲੀ 'ਚ ਲੱਖ ਨੌਜਵਾਨ ਪਹੁੰਚਦਾ ਰਿਹਾ। 1 ਲੱਖ 90,000, 70,000 ਤੋਂ 90,000 ਆਮ ਹੁੰਦਾ ਸੀ। ਸਾਰੇ ਭਰਤੀ ਨਹੀਂ ਹੁੰਦੇ ਉਹ, ਪਰ ਇਹਦਾ ਮਤਲਬ ਹੈ ਕਿ ਉਹ 1 ਲੱਖ ਮੁੰਡਾ ਜਾਂ 90,000 ਬੰਦਾ, ਉਹ ਡੰਡ ਬੈਠਕਾ ਮਾਰਨ ਵਾਲਾ, ਉਹ ਦੌੜ ਲਾਉਂਦਾ ਸਵੇਰੇ ਸ਼ਾਮ ਉੱਠ ਕੇ,
ਉਹ ਇੰਟਰਵਿਊ ਦੀ ਤਿਆਰੀ ਕਰਦਾ, ਉਹਦਾ ਕੱਦ ਚੰਗਾ, ਉਹਦੀ ਛਾਤੀ ਠੀਕ ਹੈ, ਜਿਹੜੀ ਕਿ ਫੌਜ ਦੇ ਵਿੱਚ ਭਰਤੀ ਦੇ ਮਾਨਕ ਮਿਆਰ ਜਿਹੜੇ ਨੇ ਉਹਨਾਂ ਦੇ ਉੱਤੇ ਖਰਾ ਉਤਰਨ ਵਾਲਾ। ਤਾਂ ਜੇ ਉਹ ਬੰਦੇ ਘਰੋਂ ਕਿਰਾਇਆ ਖਰਚ ਕੇ 1-1 ਲੱਖ ਬੰਦਾ ਉਸ ਭਰਤੀ ਰੈਲੀ 'ਚ ਪਹੁੰਚ ਸਕਦਾ, ਉਹਨਾਂ ਦੇ ਵਿੱਚੋਂ ਕਿੰਨੇ ਹੋਣੇ ਆ ਜਿਨ੍ਹਾਂ ਦੀ ਸਾਰੀ ਆਸ ਹੀ ਇਹ ਆ। ਤਾਂ ਫਿਰ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਭਾਈ ਸਾਡਾ ਉਹ ਕਾਰਜਕਾਲ ਸੇਵਾ ਮੁਕਤੀ ਤੋਂ ਘਟ ਕੇ 4 ਸਾਲ ਦਾ ਰਹਿ ਗਿਆ, ਫਿਰ ਉਹਨਾਂ ਦਾ ਇਕੱਠੇ ਹੋਣਾ ਕਿਤੇ ਨਾ ਕਿਤੇ ਬਹੁਤ ਵੱਡਾ ਕਾਰਨ ਨਹੀਂ ਹੈ। ਇਕੱਠੇ ਫਿਰ ਉਹ ਹੋ ਹੀ ਸਕਦੇ ਆ ਤੇ ਹੋ ਰਿਹਾ, ਪਰ ਮਸਲਾ ਸੁਲਝੇ, ਦੇਸ਼ ਹਿੱਤ ਦੇ ਵਿੱਚ ਹੋਵੇ, ਸਰਕਾਰ ਨੂੰ ਦੁਬਾਰਾ ਸੋਚਣਾ ਪੈਂਦਾ ਉਹ ਸੋਚੇ, ਹੋਰ ਕੋਈ ਵੀ ਬੰਦਾ ਇਹਨੂੰ ਸਿਆਸੀ ਪੁੱਠ ਨਾ ਚਾੜੇ। ਬਿਲਕੁਲ ਸੀ, ਉਹ ਬੜਾ ਜ਼ਰੂਰੀ ਹੈ ਕਿਉਂਕਿ ਸਿਆਸਤ ਦੇ ਲਈ ਹੋਰ ਬਹੁਤ ਸਾਰੇ ਮੁੱਦੇ ਮਸਲੇ ਹੋ ਸਕਦੇ ਆ। ਇਸ ਮਾਮਲੇ ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਤੇ ਨਾ ਹੀ ਕੋਈ ਉਹੋ ਜਿਹੀ ਟਿੱਪਣੀ ਹੋਣੀ ਚਾਹੀਦੀ ਹੈ ਜਿਹੜੀ ਕਿ ਵੀ ਵੰਡ ਪਾਉਣ ਵਾਲੀ ਹੋਵੇ। ਜੀ ਦੂਜੀ ਗੱਲ ਇਹ ਕਿ ਵੀ ਲੋਕ ਤੇ ਕਹਿੰਦੇ ਕਿ ਵੀ ਆਪਣੇ ਵੱਲੋਂ ਸੁੱਤੇ ਸੀਗੇ, ਹਨੇਰਾ ਵੇਲਾ ਜਾਂ ਜਿਵੇਂ ਵੀ ਸੀਗਾ ਤੜਕੇ ਜੇ ਕਰਕੇ, ਤੇ ਫਿਰ ਕਹਿੰਦੇ ਵੀ ਜਦੋਂ ਫੋਟੋਆਂ ਆਈਆਂ ਫਿਰ ਹੌਲੀ ਹੌਲੀ ਵੀਡੀਓ ਵੀ ਆ ਗਈ ਤੇ ਪਤਾ ਇਹ ਲੱਗਿਆ ਕਿ ਜਿਹੜੀ ਉਹ ਹਰਿਆਣੇ ਵਾਲੀ ਜੇਲ੍ਹ ਹੈ ਉਹਦੇ 'ਚੋਂ 30 ਦਿਨਾਂ ਦੀ ਪੈਰੋਲ ਦੇ ਉੱਪਰ ਡੇਰਾ ਸਿਰਸਾ ਮੁਖੀ ਹੋਰਾਂ ਨੂੰ ਯੂਪੀ ਦੇ ਵਿੱਚ ਜਿਹੜਾ ਉਹਨਾਂ ਦਾ ਡੇਰਾ ਉੱਥੇ ਭੇਜ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ। ਐਪਲੀਕੇਸ਼ਨ ਕਿਉਂਕਿ ਦੇ ਸਕਦੇ ਆ ਜੀ, ਹਾਲਾਂਕਿ ਉਹ ਇਸ ਤੋਂ ਪਹਿਲਾਂ ਚਰਚਾ ਚੱਲਦੀ ਹੁੰਦੀ ਹੈ ਵੀ ਉਹਨਾਂ ਨੇ ਪੈਰੋਲ ਮੰਗੀ ਆ ਜੀ, ਮਿਲਦੀ ਹੈ ਕਿ ਨਹੀਂ ਮਿਲਦੀ ਜੀ, ਉਹ ਚਰਚਾ ਚੱਲ ਪਈ ਜੀ, ਫਲਾਣੇ ਨੇ ਵਿਰੋਧ ਕੀਤਾ ਜੀ, ਢੀਂਗੜੇ ਨੇ ਵਿਰੋਧ ਕੀਤਾ ਜੀ। ਪੈਰੋਲ ਮਿਲਣ ਤੋਂ 2-3 ਦਿਨ ਪਹਿਲਾਂ ਤੱਕ ਪੂਰਾ ਕੰਮ ਹੁੰਦਾ, ਪਰ ਪਿਛਲੀ ਜਿਹੜੀ ਫਰਲੋ ਮਿਲੀ ਸੀ ਫਰਵਰੀ 'ਚ ਮੇਰਾ ਖਿਆਲ 21 ਦਿਨਾਂ ਦੀ, ਉਦੋਂ ਵੀ ਚਰਚਾ ਚੱਲ ਪਈ ਵੀ ਉਹ ਕਿ ਜੀ ਉਹ ਉਹਨਾਂ ਨੂੰ ਫਰਲੋ ਮਿਲ ਗਈ ਹੈ ਜੀ। ਪਰ ਐਤਕੀਆਂ ਵਾਲੀ ਪੈਰੋਲ ਜਿਹੜੀ ਜਿਸ ਤਰੀਕੇ ਨਾਲ ਗੁਪਚੁਪ ਤਰੀਕੇ ਨਾਲ ਮਿਲੀ ਤੇ ਉਸ ਤੋਂ ਬਾਅਦ ਜਾ ਕੇ ਸਾਰਾ ਕੁਝ ਸਾਹਮਣੇ, ਉਹਦੇ ਨਾਲ ਹਰੇਕ ਬੰਦਾ ਬੜਾ ਹੈਰਾਨ ਹੈ ਵੀ ਇਹ ਜਿਹੜੀ ਚੀਜ਼ ਹੈ ਜੀ ਇਹ ਜੱਗੋਂ 13ਵੀਂ ਗੱਲ ਤੇ ਨਹੀਂ ਜਾਪਦੀ ਕਿਤੇ। ਸੰਧਾਲੀਆ ਸਾਹਿਬ ਸਾਰਾ ਕੁਝ ਲੱਗਦਾ ਹੈ ਕਿ ਕਾਨੂੰਨ ਦੇ ਮੁਤਾਬਕ ਹੀ ਹੋਇਆ ਹੋਣਾ, ਕਿਉਂਕਿ ਉਹਨਾਂ ਨੇ ਸ਼ਕਤੀ ਮਾਰ ਕੇ ਤਾਂ ਪੈਰੋਲ ਲਈ ਨਹੀਂ। ਪਰ ਬਹੁਤੇ ਲੋਕਾਂ ਦਾ ਸਵਾਲ ਇਹ ਹੁੰਦਾ ਹੈ ਕਿ ਕੀ ਹਰ ਕੈਦੀ ਨੂੰ, ਕੈਦੀ ਉਹ ਬੰਦਾ ਜਿਹਨੂੰ ਸਜ਼ਾ ਹੋ ਚੁੱਕੀ ਹੈ, ਕੀ ਹਰ ਕੈਦੀ ਨੂੰ ਇੰਨੀ ਛੇਤੀ ਪੈਰੋਲ ਮਿਲ ਜਾਂਦੀ ਹੈ? ਹੋ ਸਕਦਾ ਕੋਈ ਬੰਦਾ ਆਖੇ ਜੇਲ੍ਹ ਮੰਤਰੀ ਨੇ ਹਰਿਆਣੇ ਦੇ ਰਣਜੀਤ ਸਿੰਘ ਚੌਟਾਲਾ, ਉਹ ਬੰਦੇ ਰਣਜੀਤ ਸਿੰਘ ਹੋਰੀ ਜੇਲ੍ਹ ਮੰਤਰੀ ਹਰਿਆਣਾ, ਉਹ ਕਹਿੰਦੇ ਜੀ ਕਾਨੂੰਨ ਦੇ ਮੁਤਾਬਕ ਹੋਇਆ ਸਾਰਾ, ਨਿਯਮਾਂ ਦੇ ਮੁਤਾਬਕ, ਸ਼ਰਤ ਸ਼ੁਰਤ ਕੋਈ ਨਹੀਂ ਹੈ, ਜਿੱਦਾਂ ਬਾਕੀਆਂ ਨੂੰ ਪੈਰੋਲ ਮਿਲਦੀ ਹੈ ਉੱਦਾਂ ਹੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਹੈ। ਠੀਕ ਹੈ ਬਈ, ਯੂਪੀ ਦੇ ਆਸ਼ਰਮ ਦੇ ਵਿੱਚ ਇੱਕ ਉਹਨਾਂ ਨੇ ਰਹਿਣਾ, ਉੱਥੇ ਚਲੇ ਗਏ ਬਾਬਾ ਜੀ। ਹੁਣ ਗੁਰਮੀਤ ਰਾਮ ਰਹੀਮ ਪੈਰੋਲ ਮਿਲ ਗਈ, ਜੇ ਤਾਂ ਸਾਰਿਆਂ ਨੂੰ ਮਿਲਦੀ ਹੈ, ਜਿਹੜੀ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਹੈ, ਜੇ ਉੱਥੇ ਕਿਸੇ ਹੋਰ ਕੈਦੀ ਨੇ ਵੀ ਅਰਜ਼ੀ ਦਿੱਤੀ ਹੈ ਕਿ ਭਾਈ ਮੈਂ ਜਾਣਾ ਚਾਹੁੰ ਨਹੀਂ, ਜੇ ਤਾਂ ਇੰਨੀ ਛੇਤੀ ਇੰਨੀ ਸ਼ਿੱਦਤ ਦੇ ਨਾਲ ਉਹਨੂੰ ਟੱਬਰ ਨਾਲ ਮਿਲਾ ਦਿੰਦੇ ਆ, ਕਹਿ ਦਿੰਦੇ ਕਿ ਚਲ ਜਾ ਭਾਈ ਕੋਈ ਗੱਲ ਨਹੀਂ, ਫਿਰ ਤਾਂ ਸਾਰਾ ਕੁਝ ਠੀਕ ਹੈ। ਪਰ ਜੇ ਬਾਕੀਆਂ ਦੇ ਲਈ ਔਖਾ ਤਾਂ ਕਿਸੇ ਇੱਕ ਦੇ ਲਈ ਸੌਖਾ, ਫਿਰ ਇਤਰਾਜ਼ ਹੋਣੇ ਸੁਭਾਵਿਕ ਹੈ। ਹੁਣ ਦੇਖੋ ਤੁਸੀਂ ਇੱਥੇ ਕਮਾਲ ਦੀ ਗੱਲ, ਕਿਸੇ ਨੂੰ ਵੀ ਆਸ ਨਹੀਂ ਸੀ ਕਿ ਇੰਨੀ ਛੇਤੀ ਗੁਰਮੀਤ ਰਾਮ ਰਹੀਮ ਖੁੱਲੀ ਹਵਾ 'ਚ ਸਾਹ ਲਊਗਾ। 2 ਆਪਣੀਆਂ ਜਿਹੜੀਆਂ ਚੇਲੀਆਂ ਨੇ ਉਹਨੂੰ ਧਾਰਮਿਕ ਤੌਰ ਦੇ ਉੱਤੇ ਆਗੂ ਮੰਨਣ ਵਾਲੀਆਂ, ਉਹਨਾਂ ਦੇ ਨਾਲ ਜਬਰ ਜਨਾਹ ਦੇ ਦੋਸ਼ ਸਾਬਿਤ ਹੋਏ ਤੇ ਸਜ਼ਾ ਮਿਲੀ ਹੈ ਉਹਨੂੰ। 2 ਕਤਲਾਂ ਦੇ ਵਿੱਚੋਂ ਸਾਜ਼ਿਸ਼ ਘਾੜੇ ਦੇ ਤੌਰ ਦੇ ਉੱਤੇ ਸਾਬਿਤ ਹੋ ਚੁੱਕਿਆ। ਸਾਧੂਆਂ ਨੂੰ ਨਪੁੰਸਕ ਬਣਾਉਣ ਵਾਲਾ ਮਸਲਾ ਤੇ ਹੋਰ ਕਈ ਕੇਸ ਨੇ ਜਿਹੜੇ ਅਜੇ ਚੱਲ ਰਹੇ ਨੇ। ਇਹਦੇ ਬਾਵਜੂਦ ਵੀ ਜਿਸ ਤਰੀਕੇ ਪੈਰੋਲ ਮਿਲਦੀ ਹੈ ਤੇ ਲਗਾਤਾਰ ਮਿਲਦੀ ਹੈ, ਕਦੇ 1 ਦਿਨ ਦੀ, ਕਦੇ ਕੁਝ ਘੰਟਿਆਂ ਦੀ, ਕਦੇ 23 ਦਿਨ ਦੀ, ਫਿਰ ਮੁੜ ਕੇ ਮਹੀਨੇ ਦੀ, ਕਹਿੰਦੇ ਜੀ ਸ਼ਰਤ ਵੀ ਕੋਈ ਨਹੀਂ, ਤਾਂ ਫਿਰ ਬਹੁਤ ਸਾਰੇ ਸਵਾਲ ਉੱਠ ਰਹੇ ਲਾਜ਼ਮੀ ਆ। ਤੇ ਉਹਨੇ ਵੀ ਆਉਂਦੇ ਨੇ, ਬੰਦੇ ਨੇ ਛਤਰੀ ਲਈ ਆ ਕਿ ਧੁੱਪ ਲੱਗਦੀ ਹੋਣੀ ਆ, ਹੈ ਨਾ। ਹੁਣ ਛਤਰੀ ਲੈ ਕੇ ਧੁੱਪ, ਕਹਿੰਦੇ ਜੀ ਦੇਖੋ ਪ੍ਰਸ਼ਾਸਨ ਦਾ ਹੁਕਮ ਮੰਨਣਾ ਹੀ, ਸਾਡੇ ਕੋਲ ਕਿਸੇ ਨੇ ਨਹੀਂ ਆਉਣਾ, ਤੁਹਾਨੂੰ ਬਹੁਤ ਸਾਰਾ ਆਸ਼ੀਰਵਾਦ, ਤੁਹਾਨੂੰ ਬਹੁਤ ਸਾਰਾ ਆਸ਼ੀਰਵਾਦ, ਪਿਆਰ ਢੇਰਾਂ। ਤੇ ਨਾਲ ਹੀ ਇਹ ਵੀ ਕਹਿਤਾ ਕਿ ਐਡਮ ਬਲਾਕ ਤੋਂ ਬੰਦੇ ਆਉਣਗੇ, ਜਾਣੀ ਕਿ ਪ੍ਰਬੰਧਕੀ ਬਲਾਕ ਜਿਹੜਾ, ਹੁਣ ਉੱਥੋਂ ਬੰਦੇ ਆਉਣਗੇ, ਕਹਿੰਦੇ ਜਾਂ ਉਹ ਆਪ ਆਉਣਗੇ ਜਾਂ ਬੰਦਿਆਂ ਨੂੰ ਭੇਜਣਗੇ, ਉਹਨਾਂ ਦੀ ਗੱਲ ਮੰਨਣੀ ਜੇ, ਉਹਨਾਂ ਦੀ ਗੱਲ ਮੰਨਣੀ ਜੇ, ਇੱਥੇ ਨਹੀਂ ਆਉਣਾ। ਜਿੱਦਾਂ ਪਿਛਲੀ ਵਾਰੀ ਗੁੜਗਾਉਂ ਵਾਲੇ ਆਸ਼ਰਮ ਮੈਂ ਆਇਆ ਸੀ, ਤੁਸੀਂ ਸਾਰੇ ਆਪਣੇ ਘਰੇ ਰਹਿ ਸੀ, ਤੁਹਾਨੂੰ ਪਰਮਾਤਮਾ ਦਾ ਆਸ਼ੀਰਵਾਦ ਮਿਲਿਆ ਸੀ, ਐਤਕੀ ਵੀ ਕਹਿੰਦੇ ਤੁਸੀਂ ਇਦਾਂ ਹੀ ਕਰਨਾ। ਹਾਂਜੀ, ਇਹ ਸਾਰੀ ਘਟਨਾ 'ਚ ਮੇਰੇ ਖਿਆਲ ਨਾਲ 2 ਗੱਲਾਂ ਦੇ ਉੱਪਰ ਥੋੜੀ ਚਰਚਾ ਜ਼ਿਆਦਾ ਚੱਲਦੀ। ਇੱਕ ਤਾਂ ਜੇਲ੍ਹ ਮੰਤਰੀ ਸਾਹਿਬ ਦਾ ਜਿਹੜਾ ਬਿਆਨ ਸੀ, ਇਹਦੇ 'ਚ ਉਹਨਾਂ ਨੇ ਇਹ ਗੱਲ ਸਮਝਾਈ ਵੀ ਦੇਖੋ ਜੀ ਹੱਕ ਬਣਦਾ, ਇਹਦੇ 'ਚ ਕਿਹੜੀ ਗੱਲ ਜੀ। ਨਾਲ ਉਹਨਾਂ ਦਾ ਮੈਂ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਦੇਖੋ ਕਾਰਨ ਹੈ ਵੀ 70 ਦਿਨ ਦੀ ਪੈਰੋਲ ਮਿਲ ਸਕਦੀ ਹੈ, 21 ਦਿਨ ਦੀ ਫਰਲੋ, ਮਤਲਬ ਕੁੱਲ ਮਿਲਾ ਕੇ 91 ਦਿਨ ਹੋ ਗਏ। ਉਹ ਕਹਿੰਦੇ ਵੀ 21 ਦਿਨ ਦੀ ਫਰਲੋ ਉਹਨਾਂ ਨੂੰ ਮਿਲ ਗਈ, 30 ਦਿਨ ਦੀ ਪੈਰੋਲ ਉਹਨਾਂ ਨੂੰ ਹੁਣ ਦਿੱਤੀ ਹੈ। ਅਜੇ ਮੇਰਾ ਖਿਆਲ 6 ਮਹੀਨੇ ਸਾਲ ਲੰਘਿਆ ਤੇ 40 ਦਿਨ ਦੀ ਉਹਨਾਂ ਦੀ ਕਹਿੰਦੇ ਪੈਰੋਲ ਅਜੇ ਹੋ ਰਹੀ, ਜਦੋਂ ਮਰਜ਼ੀ ਲੈ ਸਕਦੇ ਹੋ, ਜਾਣੀ ਉਹਨਾਂ ਦੀ ਪੂਰੀ ਕਰਨੀ ਆ। ਹਾਂ, ਮਤਲਬ ਸਾਲ ਦੇ ਵਿੱਚ। ਹਾਂ, ਦੂਸਰੀ ਗੱਲ ਇਹ ਮਿਲ ਸਕਦੀ ਹੁੰਦੀ, ਜ਼ਰੂਰੀ ਨਹੀਂ ਹੁੰਦੀ ਵੀ ਦੇਣੀ ਜ਼ਰੂਰੀ ਆ। ਨਹੀਂ, ਜਦੋਂ ਜੇਲ੍ਹ ਮੰਤਰੀ ਸਾਹਿਬ ਨੇ, ਮੈਨੂੰ ਲੱਗਦਾ ਵੀ ਉਹਨਾਂ ਨੇ ਜਦੋਂ ਇਹ ਗੱਲ ਕਹਿਦਾ ਵੀ ਮਨ 'ਚ ਐਵੇਂ ਵਹਿਮ ਨਾ ਰੱਖਿਓ, ਪ੍ਰਪੇਅਰ ਰਹੋ ਵੀ ਅਜੇ ਤੇ 30 ਦੇਣੀ ਹੈ, ਵੀ ਅਜੇ 6 ਮਹੀਨੇ ਅਗਲੇ ਜਿਹੜੇ ਉਹਨਾਂ ਦੇ ਵਿੱਚ 40 ਦਿਨ ਉਹਨਾਂ ਦੇ ਕੋਲ ਹੋਰ ਹੈਗੇ, ਉਹ ਜਦੋਂ ਮਰਜ਼ੀ ਚਾਹੇ 20 ਕਰਕੇ 2 ਵਾਰਾਂ ਲੈ ਲੈਣ, ਉਹਨਾਂ ਦੀ ਮਰਜ਼ੀ।
ਦੂਜੀ ਚੀਜ਼ ਜਿਹੜੀ ਉਹਨਾਂ ਨੇ ਕਿਹਾ ਵੀ ਪ੍ਰਬੰਧਕੀ ਬਲਾਕ ਤੋਂ ਬੰਦੇ ਆਉਣਗੇ, ਉਹਨਾਂ ਦੀ ਗੱਲ ਮੰਨਣੀ ਹੈ, ਉਹਦੇ ਤੇ ਇਤਰਾਜ਼ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ। ਉਹ ਕਹਿੰਦੇ ਵੀ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੇ ਸੀ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਨੇ ਵੀ ਉਜਰ ਕੀਤਾ। ਉਹ ਕਹਿੰਦੇ ਵੀ ਆਹ ਜੋ ਕੁਝ ਚੱਲ ਰਿਹਾ ਵੀ ਸਾਨੂੰ ਇਹ ਨੋਰਮਲ ਗੱਲ ਨਹੀਂ ਲੱਗਦੀ, ਸਾਨੂੰ ਇਹਦੇ ਵਿੱਚ ਕੋਈ ਨਾ ਕੋਈ ਰਾਜਨੀਤੀ ਲੱਗਦੀ ਆ, ਵੀ ਇਹ ਦਿਲ ਦਿਖਾਉਣ ਵਾਲੀਆਂ ਗੱਲਾਂ ਨੇ। ਵੀ ਜਦੋਂ ਵੀ ਕਿਤੇ ਕੋਈ ਇਲੈਕਸ਼ਨ ਹੁੰਦੀ ਆ, ਹੁਣ ਉਹਨਾਂ ਨੇ ਫਿਰ ਜੋੜੀ, ਉਹ ਕਹਿੰਦੇ ਵੀ ਸੰਗਰੂਰ ਵਾਲੀ ਇਲੈਕਸ਼ਨ ਹੈ, ਪ੍ਰਭਾਵ ਸਾਰਿਆਂ ਨੂੰ ਪਤਾ ਵੀ ਕਿਹਦਾ ਕਿੱਥੇ ਕਿੰਨਾ ਕੁ ਹੈ। ਅਤੇ ਇਸ ਮੌਕੇ ਦੇ ਉੱਪਰ ਦੁਬਾਰਾ ਕਹਿੰਦੇ ਪਹਿਲਾਂ ਵੀ ਉਦੋਂ ਇਲੈਕਸ਼ਨਾਂ ਸੀ ਜਦੋਂ ਫਰਲੋ ਦਿੱਤੀ ਗਈ, ਅਤੇ ਹੁਣ ਵੀ ਇਲੈਕਸ਼ਨ ਹੈ ਜਦੋਂ ਇਹ ਦੁਬਾਰਾ ਪੈਰੋਲ ਮਿਲੀ ਆ। ਫਿਰ ਉਹਨਾਂ ਦਾ ਇਤਰਾਜ਼ ਇਹ ਹੈ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਪ੍ਰਬੰਧਕੀ ਬਲਾਕ ਵਾਲੇ ਬੰਦੇ ਜਿੱਦਾਂ ਕਹਿਣਗੇ ਕਰ ਲੈਣੀ ਆ, ਇਹ ਕਿਤੇ ਇਨਡਾਇਰੈਕਟ ਵੇ ਨਾਲ ਸੁਨੇਹਾ ਤਾਂ ਨਹੀਂ ਵੀ ਪ੍ਰਬੰਧਕੀ ਬਲਾਕ ਵਾਲੇ ਬੰਦੇ ਫਿਰ ਖੁਦ ਆਣ ਕੇ ਦੱਸਣਗੇ ਵੀ ਫਿਰ ਆਹੋ। ਦੇਖੋ ਜੀ ਸੰਧਾਲੀਆ ਸਾਹਿਬ, ਗੱਲ ਇੱਦਾਂ ਕਿ ਵਿਧਾਨ ਸਭਾ ਦੀਆਂ ਚੋਣਾਂ ਸੀ ਜਦੋਂ, ਜਿਹੜੇ ਮਾਲਵੇ ਦੇ ਵਿੱਚ ਮੰਨਿਆ ਜਾਂਦਾ ਸੀ ਕਿ ਡੇਰੇ ਦਾ ਪ੍ਰਭਾਵ ਹੈ, ਉੱਥੋਂ ਤਾਂ ਕਈ ਤਰ੍ਹਾਂ ਨੇ ਪਾਣੀ ਨਹੀਂ ਮੰਗਿਆ, ਨਾ ਕਾਹਨੂੰ ਲੈਣਾ। ਜਿੱਥੋਂ ਉਹਨਾਂ ਦੇ ਬੰਦੇ ਜਿੱਤੇ ਸੀ ਉੱਥੇ ਡੇਰੇ ਦਾ ਪ੍ਰਭਾਵ ਕੋਈ ਨਹੀਂ। ਐਤਕੀ ਸਿਆਸੀ ਤੌਰ ਦੇ ਉੱਤੇ ਜੇ ਕੋਈ ਸਿੱਧੀ ਕੋਈ ਗੱਲ ਹੈਗੀ ਵੀ ਆ ਤਾਂ ਕੀ ਖੂਨ ਖੋਹਦੇ ਆ, ਐਤਕੀ ਪਤਾ ਲੱਗਣਾ, ਰਹਿੰਦੇ ਖੋਹਦੇ ਤਲਾਂ ਦੇ ਵਿੱਚੋਂ ਤੇਲ ਐਤਕੀ ਨਿਕਲ ਜਾਣਾ ਹੀ। ਹਾਂ, ਦੂਸਰੀ ਗੱਲ ਇਹ ਜ਼ਰੂਰ ਹੈ, ਮੰਨਿਆ ਜਾ ਰਿਹਾ ਕਿਤੇ ਨਾ ਕਿਤੇ ਕਿ ਡੇਰੇ ਦੇ ਅੰਦਰ ਬਹੁਤ ਸਾਰੇ ਰੌਲੇ ਨੇ। ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਕਿ 10 ਚਿੱਠੀਆਂ ਲਿਖੀਆਂ ਸੀ ਡੇਰਾ ਮੁਖੀ ਨੇ। ਇਹਦੇ ਤੋਂ ਬਾਅਦ ਡੇਰਾ ਮੁਖੀ ਦੇ ਪਰਿਵਾਰ ਦਾ ਇੱਕ ਵੱਡਾ ਹਿੱਸਾ ਯੂਰਪ ਸ਼ਿਫਟ ਹੋ ਗਿਆ ਸੀ। ਉਹਨਾਂ ਨੇ ਉੱਥੋਂ ਜਾ ਕੇ ਇੱਕ ਬੜੀ ਭਾਵੁਕ ਜਿਹੀ ਚਿੱਠੀ ਲਿਖੀ ਸੀ। ਹੁਣ ਹਨੀਪ੍ਰੀਤ, ਉਹ ਬਾਗਪਤ ਵਾਲਾ ਜਿਹੜਾ ਯੂਪੀ ਦਾ ਡੇਰਾ ਜਿੱਥੇ ਗੁਰਮੀਤ ਰਾਮ ਰਹੀਮ ਗਿਆ, ਉੱਥੇ ਉਹ ਵੀ ਨਾਲ ਹੈ। ਬੀਬੀ ਇੱਕ ਚਚੇਰਾ ਭਰਾ ਜਿਹੜਾ ਗੁਰਮੀਤ ਰਾਮ ਰਹੀਮ ਦਾ, ਉਹ ਵੀ ਹੈ, ਕਿਉਂਕਿ ਅੱਧਾ ਕੁ ਟੱਬਰ ਤਾਂ ਆਲਰੇਡੀ ਸ਼ਿਫਟ ਹੋ ਗਿਆ ਵਿਦੇਸ਼ 'ਚ, ਅੱਧਾ ਟੱਬਰ ਹੋਰ ਸ਼ਿਫਟ ਹੋ ਜਾਣਾ, ਪਰ ਜਿਹੜੇ ਨਾਲ ਗਏ ਨੇ ਉਹਨਾਂ ਨੇ ਸ਼ਿਫਟ ਨਹੀਂ ਹੋਣਾ। ਕਿਤੇ ਨਾ ਕਿਤੇ ਡੇਰੇ ਦੇ ਅੰਦਰ ਕਿ ਅਧਿਕਾਰੀ ਕੌਣ ਹੋਏਗਾ, ਕਿਹਦਾ ਹੁਕਮ ਚੱਲੂਗਾ, ਕਿਹਦੀ ਪ੍ਰਭੂ ਸੱਤਾ ਕਾਇਮ ਰਹੂਗੀ, ਉਹ ਵੀ ਬਹੁਤ ਵੱਡਾ ਰੌਲਾ। ਤੇ ਕਹਿੰਦੇ ਕਿ ਐਤਕੀ ਦੀ ਫੇਰੀ ਦੇ ਵਿੱਚ ਡੇਰਾ ਮੁਖੀ ਨੇ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਿਬੇੜਨਾ ਕਿ ਇਹਦੇ ਤੋਂ ਪਹਿਲਾਂ ਕਿ ਤੰਦ ਤਾਣੀ ਉਲਝ ਜਾਏ, ਮਸਲਾ ਸੁਲਝਾ ਲਈਏ ਤਾਂ ਚੰਗਾ। ਚਲੋ, ਇਹ ਮੇਰਾ ਖਿਆਲ ਵੀ ਡੇਰੇ ਦਾ ਆਪਣਾ ਅੰਦਰੂਨੀ ਮਸਲਾ, ਇਹਦੇ ਨਾਲ ਕਿਸੇ ਨੂੰ ਲੈਣਾ ਦੇਣਾ ਵੀ ਕੀ ਹੈ। ਵੀ ਜੇ ਮੰਨ ਲਓ ਕੋਈ ਡੇਰਾ ਹੈ, ਉਹਦਾ ਕੋਈ ਅੱਜ ਮੰਨ ਲਓ ਮੁਖੀ ਹੈ, ਕੱਲ੍ਹ ਨੂੰ ਕੌਣ ਹੋਊਗਾ, ਇਹ ਉਹਨਾਂ ਦਾ ਨਿੱਜੀ ਮਸਲਾ, ਕਿਸੇ ਨੂੰ ਕੋਈ ਉੱਤੇ ਗੁਜ਼ਰ ਨਹੀਂ ਹੋਣਾ ਚਾਹੀਦਾ। ਪਰ ਹਾਂ, ਜਿਹੜੀਆਂ ਚੀਜ਼ਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਹਾਂ ਉਸੇ ਜੇਲ੍ਹ 'ਚ ਜਿਹੜੇ ਬੰਦੇ ਸਜ਼ਾ ਯਾਫਤਾ ਨੇ ਉਹਨਾਂ ਨੂੰ ਕਿੰਨੀ ਕਿਹੜੇ ਪਾਸਿਓਂ ਛੋਟ ਮਿਲਦੀ ਹੈ, ਅਤੇ ਇਸ ਕੇਸ ਦੇ ਵਿੱਚ ਕਿੰਨੀ ਕੁ ਛੋਟ ਮਿਲਦੀ, ਉਹਦਾ ਮੇਰੇ ਖਿਆਲ ਨਾਲ ਧਿਆਨ ਦੇਣਾ ਚਾਹੀਦਾ। ਅਤੇ ਬਾਕੀ ਗੱਲ ਇਹ ਵੀ ਹੈ ਕਿ ਵੀ ਜੇ ਉਹਨਾਂ ਚੀਜ਼ਾਂ ਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਨੂੰ ਜਾਂ ਰਾਜਨੀਤਿਕ ਤੌਰ ਦੇ ਉੱਪਰ ਕਿਤੇ ਨਾ ਕਿਤੇ ਕੋਈ ਫਰਕ ਪੈਂਦਾ, ਉਹਦੇ ਬਾਰੇ ਵੀ ਸੋਚਣਾ ਚਾਹੀਦਾ। ਕਿਉਂਕਿ ਜੇ ਕੋਈ ਬੰਦਾ ਅਗਲਾ ਆਉਂਦਾ ਵੀ ਹਾਂ ਵੀਰ ਮੱਝ ਹੁਣ ਥੋੜ੍ਹੀ ਜਿਹੀ ਭੁੱਖੀ ਹੈ ਅਤੇ ਮੈਂ ਪੱਠੇ ਲੈ ਆਵਾਂ ਟਾਈਮ ਨਾਲ ਮੁੜ ਕੇ ਵੀ ਵੀਰ ਧੁੱਪ ਨਿਕਲ ਆਉਣੀ ਆ, ਅਤੇ ਉਹਨੂੰ ਜਦੋਂ ਬਾਅਦ 'ਚ ਪਤਾ ਲੱਗੇ ਵੀਰ ਤੂੰ ਤਾਂ ਐਵੇਂ ਮੱਝ ਦੇ ਘੇਰੇ ਆਈ ਇਹਨਾਂ ਦਾ ਵੀ ਪ੍ਰਬੰਧ ਤੇ ਹੋਰ ਵੀ ਕਿਸ ਤਰ੍ਹਾਂ ਦੇ ਹੋਏ ਫਿਰਦੇ, ਉਹਦਾ ਫਿਰ ਦਿਲ ਦੁਖਦਾ। ਨਹੀਂ, ਔਖਾ ਹੋ ਜਾਂਦਾ ਸੰਧਾਲੀਆ ਸਾਹਿਬ। ਅਜੇ ਲੋਕ ਉਹੀ ਗੱਲਾਂ ਕਰਦੇ ਸੀ, ਜਦੋਂ ਕਿਤੇ ਤੜਕਾ ਸ਼ਬਦ ਚੇਤੇ ਆਉਂਦਾ ਸੀ ਲੋਕਾਂ ਨੂੰ ਸਾਧੂ ਧਰਮ ਸੁੱਤ ਚੇਤੇ ਆ ਜਾਂਦਾ ਸੀ। ਹੁਣ ਜਿਹੜੇ ਬੰਦੇ ਨੂੰ 6, 6:30, 7 ਵਜੇ 8 ਵਜੇ ਉੱਠਣ ਦੀ ਆਦਤ ਹੈ, ਉਹਨੂੰ ਮੈਨੂੰ ਲੱਗਦਾ ਕਿ ਭੋਆ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਜੋਗਿੰਦਰਪਾਲ ਹੋਰੀ ਚੇਤੇ ਆ ਜਾ ਕਰਨੇ ਆ। ਹੁਣ ਇੱਕ ਪਾਸੇ ਜਿਹਾ ਹਲਕਾ ਪੈਂਦਾ, ਬਹੁਤਾ ਜ਼ਿਆਦਾ ਚਰਚਾ ਦੇ ਵਿੱਚ ਰਹਿੰਦਾ ਨਹੀਂ, ਨਾ ਜੋਗਿੰਦਰਪਾਲ ਹੋਰੀ ਕਦੇ ਮੁੱਖ ਖਬਰਾਂ ਦੇ ਵਿੱਚ ਆਏ ਆ। ਪਰ ਉਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਜੋਗਿੰਦਰਪਾਲ ਹੋਰੀ ਕੌਣ ਨੇ। 2017 ਦੇ ਵਿੱਚ ਜਿੱਤੇ ਸੀ ਉਹ 26-27 ਹਜ਼ਾਰ ਵੋਟਾਂ ਦੇ ਫਰਕ ਦੇ ਨਾਲ ਭਾਜਪਾ ਦੀ ਉਮੀਦਵਾਰ ਬੀਬੀ ਸੀਮਾ ਦੇਵੀ ਨੂੰ ਹਰਾ ਕੇ। ਉਦੋਂ ਅਕਾਲੀ ਦਲ ਦੀ ਸਪੋਰਟ ਸੀ ਬੀਬੀ ਸੀਮਾ ਦੇਵੀ ਨੂੰ, 17 ਦੀ ਗੱਲ ਕਰਦਾ। ਤੇ ਜੋਗਿੰਦਰਪਾਲ ਹੋਰੀ ਐਤਕੀ ਜਦੋਂ ਇਲੈਕਸ਼ਨ ਸੀ, ਸਭ ਤੋਂ ਪਹਿਲਾਂ ਲੋਕਾਂ ਨੇ ਉਹਨਾਂ ਨੂੰ ਉਦੋਂ ਤੱਕਿਆ ਸੀ ਜਦੋਂ ਇੱਕ ਥਾਂ ਦੇ ਉੱਤੇ ਉਹ ਸੰਬੋਧਨ ਕਰਦੇ ਸੀ, ਵੀਡੀਓ ਬਣਦੀ ਸੀ, ਇੱਕ ਮੁੰਡਾ ਗਿਆ ਉਹਨੇ ਸਵਾਲ ਪੁੱਛਣ ਕਰਦਾ, ਖੱਚ ਕੇ ਥੱਪੜ ਐਮਐਲਏ ਉਸ ਵੇਲੇ ਦੇ ਅੱਜ ਦੇ ਸਾਬਕਾ, ਉਹਨਾਂ ਨੇ ਗੱਲ ਦੇ ਉੱਤੇ ਮਾਰੇ, ਹੁੰਦਾ ਕੌਣ, ਉਹਨਾਂ ਨੇ ਤੇ ਇੱਕ ਹੀ ਮਾਰਿਆ, ਉਹਨਾਂ ਦੇ ਨਾਲ ਦਿਆਂ ਫੜ ਕੇ ਮੁੰਡਾ ਠੋਰ ਦਿੱਤਾ। ਵੀਡੀਓ ਬਣ ਗਈਆਂ ਸੀ, ਫਿਰ ਚਾਰੇ ਪਾਸੇ ਰੌਲਾ ਪਿਆ। ਕਦੇ ਕਹਿਣ ਜੀ ਮੁੰਡੇ ਨੇ ਨਸ਼ਾ ਕੀਤਾ ਸੀ, ਕਦੇ ਕਹਿਣ ਜੀ ਮੁੰਡਾ ਬਹੁਤਾ ਠੀਕ ਨਹੀਂ, ਮੁੰਡਾ ਜੀ ਢਿੱਲਾ ਰਹਿੰਦਾ। ਤੇ ਬਾਅਦ ਵਿੱਚ ਜੋਗਿੰਦਰਪਾਲ ਕਹਿੰਦੇ ਸਾਡੇ ਤਾਂ ਹਲਕੇ ਦੇ ਬੰਦੇ ਨੇ, ਇੱਦਾਂ ਦੀ ਗੱਲ ਹੀ ਕੋਈ ਨਹੀਂ ਸੀ, ਮੈਂ ਤਾਂ ਇੱਦਾਂ ਉੱਦਾਂ ਲੱਲਾ ਭੱਪਾ ਜਿਹਾ ਕਰਤਾ। ਤੇ ਮੁੜ ਕੇ ਫਿਰ ਇਹ ਮਸਲਾ ਤਾਂ ਥੋੜ੍ਹਾ ਜਿਹਾ ਠੰਡਾ ਜਿਹਾ ਪਿਆ। ਮੁੜ ਕੇ ਲੋਕ ਕਹਿਣ ਲਾਲ ਚੰਦ ਕਟਾਰੂ ਚੱਕ ਹੋਰੀ ਕੌਣ ਨੇ ਬਈ, ਉਹ ਕਹਿੰਦੇ ਆ ਵੀ ਉਹ ਜਿੱਤ ਗਏ, ਉਹਨਾਂ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ। ਤੇ ਬਾਅਦ 'ਚ ਪਤਾ ਲੱਗਾ ਕਿ ਇੱਕ ਬਹੁਤ ਹੀ ਆਰਥਿਕ ਤੌਰ ਦੇ ਉੱਤੇ ਸਧਾਰਨ ਘਰੋਂ ਸਾਰੀ ਉਮਰ ਕਾਮਰੇਡ ਰਿਹਾ, ਲੋਕਾਂ ਦੇ ਹੱਕਾਂ ਦੇ ਲਈ ਜੂਝ ਰਿਹਾ ਲਾਲ ਚੰਦ ਕਟਾਰੂ ਚੱਕ ਹੋਰਾਂ ਨੇ 1200-1300 ਵੋਟਾਂ ਦੇ ਨਾਲ ਜੋਗਿੰਦਰਪਾਲ ਹੋਰਾਂ ਦੀ ਜਿਹੜੀ ਹੈ ਉਛਾਲਣੀ ਦੇ ਵਿੱਚੋਂ ਰੇਤਾ ਥੱਲੇ ਕਰਤੀ। ਹਾਂ, ਨਹੀਂ ਕਟਾਰੂ ਚੱਕ ਸਾਹਿਬ ਤਾਂ ਵੈਸੇ ਹੁਣ ਮੰਤਰੀ ਵੀ ਨੇ। ਮੈਂ ਦੱਸਦਾ ਵੀ ਆ ਜਿਹੜਾ ਪਿਛਲੇ ਸਮੇਂ ਦੇ ਵਿੱਚ ਚੁਕਾਈ ਵਾਲਾ ਕੰਮ ਹੋਇਆ ਜੀ, ਜਿੰਟਸਾਂ ਵਾਲਾ ਮੰਡੀਆਂ ਵਾਲਾ, ਉਹ ਮਹਿਕਮਾ ਉਹਨਾਂ ਦੇ ਕੋਲ ਆ। ਅਤੇ ਉਹ ਕਟਾਰੂ ਚੱਕ ਹੋਰਾਂ ਦੀ ਮੈਨੂੰ ਉਹ ਗੱਲ ਨਹੀਂ ਭੁੱਲਦੀ ਜਦੋਂ ਉਹਨਾਂ ਨੂੰ ਮੰਤਰੀ ਬਣਾਇਆ ਸੀ ਤੇ ਉਹ ਪੁੱਛ ਲਿਆ, ਕਹਿੰਦੇ ਯਾਰ ਮੁਬਾਰਕਾਂ ਵਧਾਈਆਂ ਜੀ, ਮੰਤਰੀ ਬਣ ਗਿਆ। ਕਾਹਦੀਆਂ ਵਧਾਈਆਂ ਜੀ, ਮੈਨੂੰ ਤੇ ਉਹ ਕਹਿੰਦੇ ਤੁਹਾਨੂੰ ਫੋਨ ਆਇਆ ਹੋਣਾ, ਕੇਜਰੀਵਾਲ ਸਾਹਿਬ ਨੂੰ ਦੱਸਿਆ ਕਿ ਮਾਨ ਸਾਹਿਬ ਨੇ ਦੱਸਿਆ, ਕਿਸੇ ਨੇ ਨਹੀਂ ਦੱਸਿਆ। ਇੱਥੇ ਆ ਗਏ ਬੰਦੇ ਕੈਮਰੇ ਵਾਲੇ ਤੁਹਾਡੇ ਵਾਲੇ, ਤੇ ਮੈਂ ਤੇ ਲੀਡੇ ਤੋਂ ਹੀ ਜਾਣਾ ਆ। ਤੇ ਮੈਨੂੰ ਕਿਤੇ ਇਦਾਂ ਨਹੀਂ ਕਹਿੰਦੇ, ਇੱਕ ਮਿੰਟ ਯਾਰ ਮੈਨੂੰ ਪਜਾਮਾ ਮੜੀਆ ਛੰਡ ਕੇ ਤਾਰ ਤੇ ਪਾ ਲੈਂਦੇ ਆ। ਤੇ ਮੈਨੂੰ ਆਦੇ ਮੰਤਰੀ ਬਣਾ ਦਿੰਦੇ, ਮੈਂ ਚਲੋ ਬਣਾ। ਹੋ ਸਕਦਾ ਕਿ ਯਾਰ ਬੰਦਾ ਇਦਾਂ ਵੀ ਕਹਿੰਦਾ
ਯਾਰ ਨੀਲ ਪੂਰਾ ਚੜਿਆ ਨਹੀਂ। ਚਲੋ ਖੈਰ, ਹੁਣ ਉਹ ਇਮਾਨਦਾਰ ਆਪਣੀ ਥਾਂ ਤੇ ਰਹਿ ਕੇ ਕੰਮ ਕਰਨ ਤੇ ਵਧੀਆ ਗੱਲ ਆ। ਫਿਰ ਉਹ ਜਾਣੇ ਭੂਆ ਵਿਧਾਨ ਸਭਾ ਹਲਕੇ ਵਾਲੇ ਵੀ ਆਖਣਗੇ ਵੀ ਅਸੀਂ ਚੰਗੇ ਬੰਦੇ ਨੂੰ ਚੁਣ ਲਿਆ। ਪਰ ਹਾਂ, ਦੂਜੇ ਪਾਸੇ ਫਿਰ ਜਗਿੰਦਰਪਾਲ ਹੋਰਾਂ ਦੇ ਉੱਪਰ ਆਈਏ ਤੇ ਕਿਹਾ ਇਹ ਜਾਂਦਾ ਕਿ ਵੀ ਪਿਛਲੇ ਸਮੇਂ ਦੇ ਵਿੱਚ ਵੀ ਕੰਮ ਚੱਲਦਾ ਰਿਹਾ ਕ੍ਰੈਸ਼ਰ ਦਾ। ਹੁਣ ਵੀ ਕਹਿੰਦੇ ਵੀ ਪਿਛਲੇ ਦਿਨ ਹੀ ਛਾਪਾ ਇੱਕ ਵੱਜਾ ਸੀਗਾ ਤੇ ਉੱਥੇ ਕਹਿੰਦੇ ਵੀ ਉਹ ਚੀਜ਼ ਜਾਂ ਜਿੱਥੇ ਵੀ ਉਹਨਾਂ ਦਾ ਕੰਮ ਚੱਲਦਾ ਸੀ ਉਹ ਕਾਨੂੰਨੀ ਤੌਰ ਤੇ ਜਾਇਜ਼ ਨਹੀਂ। ਇਹ ਮਹਿਕਮਾ ਕਹਿੰਦਾ, ਜੇ ਮਹਿਕਮੇ ਨੂੰ ਲੱਗਿਆ ਵੀ ਉਹ ਜਾਇਜ਼ ਨਹੀਂ ਆ ਤੇ ਉਸੇ ਕੰਮ ਦੇ ਵਿੱਚ 50% ਹਿੱਸਾ ਸਾਬਕਾ MLA ਸਾਹਿਬ ਦਾ ਵੀ ਸੀਗਾ। ਇਸੇ ਕਰਕੇ ਉਹ ਕਹਿੰਦੇ ਵੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਪੁੱਛ ਗਿੱਛ ਹੋਣੀ ਹੈ। ਦੇਖੋ ਸੰਧਾਲੀਆ ਸਾਹਿਬ, ਇੱਕ ਸਾਬਕਾ ਵਿਧਾਇਕ ਦਾ ਫੜਿਆ ਜਾਣਾ ਕੋਈ ਛੋਟੀ ਗੱਲ ਤਾਂ ਹੈ ਨਹੀਂ। ਵੈਸੇ ਇੱਕ ਮੈਂ ਮਾਫੀ ਚਾਹਾਂਗਾ, ਪੁੱਛ ਗਿੱਛ ਸ਼ਬਦ ਜਿਹੜਾ ਇਹ ਵੀ ਕੈਸਾ ਸ਼ਬਦ ਹੈ ਨਾ ਵੀ ਜੇ ਮੰਨ ਲਓ ਕਿਸੇ ਦੀ ਘਰ 'ਚ ਪੁੱਛ ਗਿੱਛ ਨਾ ਹੋਏਗਾ ਯਾਰ, ਹੁਣ ਤੇ ਮੇਰੀ ਪੁੱਛ ਗਿੱਛ ਹੀ ਨਹੀਂ ਤੇ ਜੇ ਕਿਤੇ ਇਹੋ ਜਿਹੇ ਮਾਮਲੇ ਜੋ ਵੀ ਤੇਰੀ ਪੁੱਛ ਗਿੱਛ ਕਰਨੀ ਹੈ ਫਿਰ ਬੰਦਾ ਕਹਿੰਦਾ ਮੈਨੂੰ ਮੇਰੀ ਨਾ ਕਰੋ, ਮਾਰਾ ਪੁੱਛ ਗਿੱਛ ਤੋਂ ਬਚਾ ਲਓ ਕਿਸੇ ਦੀ। ਜਿਹੜਾ ਨਾ ਪਠਾਨਕੋਟ ਵਾਲਾ ਇਲਾਕਾ ਇੱਧਰਲੇ ਪਾਸੇ ਥੋੜ੍ਹਾ ਜਿਹਾ ਹੁਸ਼ਿਆਰਪੁਰ ਦਾ, ਫਿਰ ਭੂਰਾ ਕਿ ਨਵਾਂ ਸ਼ਹਿਰ ਦਾ, ਇੱਧਰਲੇ ਪਾਸੇ ਰੋਪੜ ਲਾ ਲਓ, ਮੋਹਾਲੀ ਲਾ ਲਓ, ਇਹ ਇਲਾਕਾ ਬਹੁਤ ਸੋਹਣਾ। ਜਾਣੀ ਇੱਥੇ ਗਰਮੀ ਬਾਕੀ ਪੰਜਾਬ ਤੋਂ ਘੱਟ ਪੈਂਦੀ ਹੈ। ਥੋੜ੍ਹਾ ਜਿਹੜਾ ਕੰਢੀ ਖੇਤਰ ਆਉਂਦਾ ਉੱਥੇ ਬੱਤੀ ਬੁੱਤੀ ਵੀ ਵੱਧ ਰਹਿੰਦੀ ਹੈ। ਇਹਦੇ ਤੋਂ ਇਲਾਵਾ ਉੱਥੇ ਬਹੁਤ ਸਾਰੀਆਂ ਹੋਰ ਚੀਜ਼ਾਂ ਬਨਸਪਤੀ ਦੇ ਪੱਖ ਤੋਂ ਜਿਹੜੀਆਂ ਬਾਕੀ ਪੰਜਾਬ 'ਚ ਨਹੀਂ ਹੁੰਦੀਆਂ ਕਿਉਂਕਿ ਨੀਮ ਪਹਾੜੀ ਇਲਾਕਾ। ਜੇ ਕਿਸੇ ਦਾ ਜੀ ਕਰਦਾ ਗਰਮੀ ਬਹੁਤ ਹੈ ਹਿਮਾਚਲ ਘੁੰਮਣ ਜਾਣਾ ਤਾਂ ਝੱਟ ਹਿਮਾਚਲ ਆ ਜਾਂਦਾ ਹੈ। ਪਰ ਉੱਥੋਂ ਜਿਹੜੀ ਆ ਬਜਰੀ ਬੁਜਰੀ ਰੇਤਾ ਰੂਤਾ ਨਿਕਲਦੀ ਸੀ, ਪਹਿਲਾਂ ਤਾਂ ਕਹਿੰਦੇ ਆ ਜੀ ਉਹਦੇ ਨਾਲ ਲੋਕਾਂ ਨੇ ਜੇਬਾਂ ਜੂਬਾਂ ਬਹੁਤ ਭਰੀਆਂ। ਜਦੋਂ ਸਾਧੂ ਸਿੰਘ ਧਰਮਸੋਤ ਹੋਰਾਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਤੋਂ ਬਾਅਦ ਕਹਿੰਦੇ ਸੀ ਜੀ 15-15 ਲੱਖ ਰੁਪਈਆ, ਸਾਨੂੰ ਨਹੀਂ ਪਤਾ ਕੋਈ ਲੈਂਦਾ ਸੀ ਕਿ ਨਹੀਂ ਲੈਂਦਾ। ਇਹ ਜੰਗਲਾਤ ਵਿਭਾਗ ਦਾ ਜੇ ਜ਼ਿਲ੍ਹਾ ਅਧਿਕਾਰੀ ਲੱਗਣਾ ਤਾਂ ਲੱਗਦਾ ਸੀ ਕੰਢੀ ਖੇਤਰ ਦਾ 7-8 ਲੱਖ ਦੇ ਵਿੱਚ ਬਾਕੀ ਪਾਸੇ ਗੱਲ ਬਣੀ, ਜਿਹੜਾ ਪੱਧਰਾ ਜਿਹਾ। ਹੁਣ ਜਿੱਥੇ ਇੱਕ ਅਧਿਕਾਰੀ ਲੱਗਣ ਦਾ ਲੱਖਾਂ ਰੁਪਈਆ ਵੱਧ ਲੱਗਦਾ ਸੀ, ਕੁਛ ਨਾ ਕੁਛ ਤਾਂ ਉੱਥੇ ਹੋਣਾ। ਚਰਚਾ ਚੱਲਦੀ ਸੀ ਚਿਰਾਂ ਦੀ ਕਿ ਭਾਈ ਕੋਈ ਨਾ ਕੋਈ ਮਾੜਾ ਮੋਟਾ ਰੇਤੇ ਦੇ ਵਿੱਚੋਂ ਨੋਟ ਨਾਟ ਰੋਲਦੇ ਆ ਬੰਦੇ। ਪਰ ਸਰਕਾਰਾਂ ਕਈ ਵਾਰੀ ਕੰਮ ਕਰਦੀਆਂ ਹੁੰਦੀਆਂ, ਕਈ ਵਾਰੀ ਨਹੀਂ। ਹੁਣ ਇਹਨਾਂ ਨੇ ਬੰਦਾ ਫੜ ਲਿਆ, ਅਸੀਂ ਉਮੀਦ ਕਰਦੇ ਹਾਂ ਕਿ ਜੇ ਤਾਂ ਉਹ ਬੰਦਾ ਦੋਸ਼ੀ ਹੈ ਛੁੱਟਣਾ ਨਹੀਂ ਚਾਹੀਦਾ ਤੇ ਇਕੱਲਾ ਉਹ ਕੰਮ ਕਰ ਨਹੀਂ ਸਕਦਾ, ਬਾਕੀ ਬੰਦੇ ਨਾਲ ਅੜਕੇ ਆਉਣੇ ਚਾਹੀਦੇ ਆ ਦੂਸਰੇ ਪਾਸੇ। ਤੇ ਜੇ ਉਹ ਦੋਸ਼ੀ ਨਹੀਂ ਤਾਂ ਫਿਰ ਕੱਖ ਨਹੀਂ ਉਹਦਾ ਵਿਗੜਨਾ ਚਾਹੀਦਾ। ਹਾਂ, ਪੰਜਾਬ ਸਰਕਾਰ ਦਾ ਖਜ਼ਾਨਾ ਭਰ ਸਕਦਾ। ਜਿਹੜੇ ਆ ਬੱਚੇ ਅੱਜ ਕੋਈ ਟੈਂਕੀਆਂ ਦੇ ਉੱਤੇ ਚੜ੍ਹਿਆ ਤੇ ਕੋਈ ਕਿਸੇ ਦਫ਼ਤਰ ਦੇ ਮੂਹਰੇ ਜਾ ਕੇ ਧਰਨਾ ਦਿੰਦਾ ਜੀ ਸਾਡੀਆਂ ਤਨਖਾਹਾਂ ਪੂਰੀਆਂ ਕਰ ਦਿਓ ਜਾਂ ਸਾਨੂੰ ਬੇਰੁਜ਼ਗਾਰਾਂ ਨੂੰ ਭਰਤੀ ਕਰ ਦਿਓ ਜਾਂ ਕੱਚਿਆਂ ਨੂੰ ਪੱਕੇ ਕਰ ਦਿਓ, ਉਹਦੇ ਵਿੱਚ ਇੱਕੋ ਹੀ ਚੀਜ਼ ਦੀ ਰੁਕਾਵਟ ਆ, ਰੁਪਈਏ। ਤਾਂ ਰੁਪਈਏ ਸੰਧਾਲੀਆ ਸਾਹਿਬ ਬਹੁਤ ਖਾਧੇ ਗਏ ਪਿਛਲੇ ਸਮੇਂ 'ਚ। ਅਸੀਂ ਨਹੀਂ ਕਹਿੰਦੇ ਕਿ ਇੰਨੇ ਖਾਧੇ ਆ। ਜੇ ਰੇਤਾ ਮਹਿੰਗੀ, ਬਜਰੀ ਮਹਿੰਗੀ, ਨਜਾਇਜ਼ ਮਾਈਨਿੰਗ ਹੋਈ ਤਾਂ ਰੁਪਈਏ ਖਾਧੇ ਆ। ਉਹਨਾਂ ਕੋਲੋਂ ਰੁਪਈਏ ਰੋਲੋ, ਐਨ ਝਾੜ ਝੂੜ ਕੇ ਵਿੱਚ ਮਿੱਟੀ ਮੁੱਟੀ ਕੋਈ ਨਾ ਹੋਵੇ, ਖਜ਼ਾਨੇ 'ਚ ਦਿੱਕ ਰੱਖੋ, ਖਜ਼ਾਨੇ 'ਚ ਹੋਏ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਦਿਓ ਤਨਖਾਹ ਦੇ ਰੂਪ 'ਚ। ਨਹੀਂ, ਇਹ ਹੁਣ ਚਰਚਾ ਤੇ ਚੱਲਦੀ ਹੈ ਵੀ ਸ਼ਾਇਦ ਮਾਈਨਿੰਗ ਪਾਲਿਸੀ ਜਿਹੜੀ ਉਹ ਬਣਾਈ ਜਾ ਰਹੀ ਹੈ, ਬਹੁਤ ਛੇਤੀ ਉਹਦੇ ਤੇ ਕੰਮ ਹੋ ਜਾਊਗਾ। ਇਹਦੀ ਕੋਈ ਪੁਸ਼ਟੀ ਕਿਸੇ ਨੇ ਨਹੀਂ ਕੀਤੀ। ਉੱਦਾਂ ਹੀ ਜਿੱਦਾਂ ਸੂਤਰਾਂ ਦੇ ਹਵਾਲੇ ਤੋਂ ਨਹੀਂ ਹੁੰਦੀ ਗੱਲ, ਸੂਤਰਾਂ ਦੇ ਹਵਾਲੇ ਤੋਂ ਇਹ ਕਿਹਾ ਜਾ ਰਿਹਾ ਵੀ ਨਵੀਂ ਮਾਈਨਿੰਗ ਪਾਲਿਸੀ ਬਹੁਤ ਛੇਤੀ ਲਾਗੂ ਹੋਊਗੀ, ਜਿਹਦੇ 'ਚ ਇਹ ਵੀ ਹੋ ਸਕਦਾ ਵੀ ਜਿਹੜਾ ਤੁਸੀਂ ਰੇਤ ਵਾਲਾ ਜਾਂ ਬਜਰੀ ਵਾਲਾ ਕੋਈ ਟਰੱਕ ਦੇਖੋ, ਸਾਧਨ ਦੇਖੋ, ਵਾਹਨ ਦੇਖੋ, ਉਹਦਾ ਰੰਗ ਵੀ ਕੋਈ ਪਰਟੀਕੂਲਰ ਹੋਵੇ ਵੀ ਯਾਰ ਇਸੇ ਰੰਗ ਦਾ ਹੀ ਹੈ। ਇਹ ਵੀ ਹੋ ਸਕਦਾ ਵੀ ਉਹਦੇ ਵਿੱਚ ਵੀ ਉਹ ਯੰਤਰ ਲੱਗਾ ਹੋਵੇ ਜਿਹੜਾ ਤੁਸੀਂ ਕਿਤੇੋਂ ਵੀ ਟਰੈਕ ਕਰ ਸਕਦੇ ਹੋ ਵੀ ਹਾਂਜੀ ਕਿੱਥੋਂ ਚੱਲੀ ਗੱਡੀ ਤੇ ਕਿੱਥੇ ਪਹੁੰਚੀ ਜੀ। ਫਿਰ ਇਹ ਵੀ ਹੋ ਸਕਦਾ ਹੈ ਕਿ ਵੀ ਤੁਹਾਨੂੰ ਪੰਜਾਬ ਦੇ ਜਿੱਦਾਂ ਸ਼ਰਾਬ ਦੇ ਮਾਮਲੇ 'ਚ ਐਕਸਾਈਜ਼ ਵਾਲਿਆਂ ਨੇ ਉਹ ਬਲੈਰੋ ਜੀ ਲਾਈ ਹੁੰਦੀ ਹੈ ਇੱਕ ਨੁੱਕਰ ਤੇ, ਕਹਿੰਦਾ ਯਾਰ ਪਤਾ ਨਹੀਂ ਆ ਸ਼ਾਮ ਨੂੰ ਲੰਘਦੀਆਂ ਗੱਡੀਆਂ ਤੇ ਫਿਰ ਸਾਨੂੰ ਹੁੰਦਾ ਵੀ ਇਹ ਸਮਗਲਿੰਗ ਨਹੀਂ ਹੁੰਦੀ ਨਹੀਂ। ਉਹ ਵੀ ਕਹਿੰਦੇ ਹੋ ਸਕਦਾ ਵੀ ਬਾਰਡਰਾਂ ਦੇ ਉੱਪਰ ਇਸ ਚੀਜ਼ ਦਾ ਵੀ ਧਿਆਨ ਰੱਖਿਆ ਜਾਵੇ ਵੀ ਮਹਾਰਾਜ ਕੋਈ ਇੱਧਰੋਂ ਉੱਧਰੋਂ ਸੱਜਿਓਂ ਖੱਬਿਓਂ ਕੋਈ ਆਉਂਦਾ ਕੋਈ ਜਾਂਦਾ, ਆਉਂਦੀ ਕੁੜੀ ਹੈ ਜਾਂਦੀ ਕੁੜੀ ਹੈ ਨਾ, ਚੱਕ ਲਿਆ ਬਾਜ਼ਾਰ ਵਿੱਚੋਂ ਰੇਤਾ, ਉਹੋ ਜਿਹਾ ਨਾ ਕੁਛ ਆ ਜਾਵੇ, ਉਹਦਾ ਵੀ ਕਹਿੰਦੇ ਪ੍ਰਬੰਧ ਕਰਨਾ। ਪਰ ਇਹ ਪਾਲਿਸੀ ਚਲੋ ਜੇ ਬਣ ਜਾਵੇ ਤੇ ਚੰਗੀ ਗੱਲ ਹੈ, ਕਿਉਂਕਿ ਬੜੇ ਸਾਲ ਹੋ ਗਏ ਆ ਪੰਜਾਬੀਆਂ ਦੇ ਸਿਰ ਤੇ ਰੇਤਾ ਹੀ ਪੈਣ ਡਿਆ। ਮੈਂ ਕਹਿੰਦਾ ਬਣ ਜਾਵੇ ਚੰਗੀ ਗੱਲ ਹੈ, ਜੇ ਲਾਗੂ ਵੀ ਹੋ ਜਾਵੇ ਬਣ ਕੇ ਹੋਰ ਚੰਗੀ ਗੱਲ ਆ। ਅੱਛਾ, ਲਾਗੂ ਦੀ ਆਸ ਨਹੀਂ ਆਸ ਹੈ, ਬਹੁਤ ਕੁਛ ਹੈ ਪੰਜਾਬ ਦੇ ਵਿੱਚ ਜਿਹੜਾ ਬਣਿਆ ਹੋਇਆ ਪਰ ਲਾਗੂ ਨਹੀਂ ਹੁੰਦਾ। ਇਹ ਵੀ ਗੱਲ ਹੈ। ਸੰਧਾਲੀਆ ਸਾਹਿਬ ਇੱਥੇ ਥੋੜ੍ਹਾ ਜਿਹਾ ਰਾਜਸਥਾਨ ਨੂੰ ਚਲੀਏ। ਜਿਹੜੇ ਬੰਦੇ ਕੋਈ 4 ਪੈਸੇ ਪੰਜਾਬ 'ਚ ਹੁੰਦੇ ਨੇ ਉਹ ਕਹਿੰਦਾ ਜੀ ਘੁੰਮਣ ਜਾਣਾ ਕਿੱਥੇ, ਰਾਜਸਥਾਨ 'ਚ ਪੁਰਾਣੇ ਕਿਲੇ ਵਧੀਆ ਹੈ ਨਾ, ਦੇਖਣਾ ਉੱਥੇ ਸਾਰਾ ਕੁਛ। ਪਰ ਸਿਆਲਾਂ ਨੂੰ ਚਾਹੀਦਾ, ਗਰਮੀ 'ਚ ਰਾਜਸਥਾਨ ਬੰਦਾ ਮਾਰਨਾ। ਪ੍ਰੋਗਰਾਮ ਲੰਬਾ ਸੋਚੋ ਨਾ ਥੋੜ੍ਹਾ। ਅੱਛਾ, ਠੀਕ 2-4 ਮਹੀਨੇ ਅੱਗੇ ਦੀ ਪਲੈਨਿੰਗ ਕਰੋ। ਓਕੇ, ਹਾਂ। ਤੇ ਉੱਥੇ ਮੁੱਖ ਮੰਤਰੀ ਨੇ ਅਸ਼ੋਕ ਗਹਿਲੋਤ ਸਾਹਿਬ ਦੇ ਭਰਾਤਾ ਸ਼੍ਰੀ ਨੇ ਅਗਰਸੈਨ ਗਹਿਲੋਤ। ਕੰਮ ਕਰ ਚੰਗਾ, ਭਰਾ ਮੁੱਖ ਮੰਤਰੀ ਹੋਵੇ ਕੰਮ ਕਰਦਾ ਹੋਣਾ ਹੀ ਆ ਨਾ। ਹੁਣ ਭਾ ਨੇ ਮੇਰੇ ਨੇ ਮੁੱਖ ਮੰਤਰੀ ਪਤਾ ਨਹੀਂ ਕਦ ਬਣਨਾ, ਮੈਨੂੰ ਹੁਣੇ ਹੀ ਪਤਾ ਵੀ ਮੇਰਾ ਕੰਮ ਕਰ ਚੰਗਾ ਹੋ ਜਾਣਾ ਉਹਦੇ ਨੂੰ। ਨਹੀਂ, ਇਹ ਤੇ ਗੱਲ ਹੈ ਨਾ। ਪਰ ਹੁਣ ਕੀ ਹੋਇਆ, 3 ਵਜੇ ਇਕੱਠੇ ਹੀ ਖੜਦੇ ਹੁੰਦੇ ਬੰਦੇ। CBI ਨੇ ਛਾਪਾ ਮਾਰਿਆ। ਕਹਿੰਦੇ ਜੀ ਵੀ ਕਹਾਣੀ ਇਦਾਂ ਕਿ 15 ਕੁ ਸਾਲ ਪਹਿਲਾਂ 2007 ਤੋਂ 9 ਦੇ ਵਿਚਾਲੇ ਕਿ ਵਿਦੇਸ਼ ਤੋਂ ਕਿਸਾਨਾਂ ਦੇ ਲਈ ਪੋਟਾਸ਼ ਜਾਂ ਇਦਾਂ ਦੀਆਂ ਕੁਝ ਹੋਰ ਚੀਜ਼ਾਂ ਆਉਂਦੀਆਂ ਸੀ ਜਿਹੜੀਆਂ ਖੇਤ ਦੇ ਵਿੱਚ ਖਾਦ ਦੇ ਰੂਪ ਦੇ ਵਿੱਚ ਜ਼ਰੂਰੀ ਹੁੰਦੀਆਂ। ਭਾਰਤ 'ਚ ਥੋੜ੍ਹੀਆਂ ਸੀ, ਵਿਦੇਸ਼ੋਂ ਮੰਗਵਾਈਆਂ ਜਾਂਦੀਆਂ ਸੀ। 80% ਸਬਸਿਡੀ ਸਰਕਾਰ ਦਿੰਦੀ ਸੀ। ਉਹ ਸਬਸਿਡੀ ਵਾਲੀ ਉਹ ਖਾਦ ਜਿਹੜੀ ਆ ਕਿਸਾਨ ਨੂੰ ਦਿੱਤੀ ਜਾਂਦੀ ਸੀ ਕਿ ਤੂੰ ਪਾ ਖੇਤਾਂ 'ਚ ਪਾਈ।
ਦੋਸ਼ ਕੀ ਲੱਗਾ ਸਾਨੂੰ ਨਹੀਂ ਪਤਾ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗਰਸੈਨ ਗਹਿਲੋਤ ਨੇ ਕੋਈ ਵਿੱਚੋਂ ਸੱਜਾ ਖੱਬਾ 33 25 35 45 57 ਕੁਛ ਕੀਤਾ ਕਿ ਨਹੀਂ ਕੀਤਾ। ਪਰ ਦੋਸ਼ ਇਹ ਲਾਇਆ ਜਾ ਰਿਹਾ ਹੈ, ਉਹ ਕਹਿੰਦੇ ਜੀ ਉਹ ਸਮਾਨ ਵਿਦੇਸ਼ੋਂ ਮੰਗਵਾਇਆ ਗਿਆ, 80% ਸਬਸਿਡੀ ਦੇ ਨਾਲ ਕਾਗਜ਼ਾਂ ਦੇ ਵਿੱਚ ਕਿਸਾਨਾਂ ਨੂੰ ਦਿੱਤਾ ਗਿਆ, ਜਦ ਕਿ ਦਿੱਤਾ ਗਿਆ ਹੀ ਨਹੀਂ। ਉਹ ਫਿਰ ਜਿਹੜਾ ਕਿ ਭਾਰਤ ਤੋਂ ਬਾਹਰ ਐਕਸਪੋਰਟ ਕਰਨਾ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਅਪਰਾਧ ਸੀ, ਉਹ ਕਹਿੰਦੇ ਜੀ ਹੋਰ ਕਿਸੇ ਚੀਜ਼ ਦਾ ਨਾਂ ਲਿਖ ਕੇ ਬੋਰਿਆਂ ਦੇ ਵਿੱਚ ਤੇ ਉਹ ਨਿੱਜੀ ਕੰਪਨੀਆਂ ਨੂੰ ਵੇਚ ਕੇ ਵਿਦੇਸ਼ ਨੂੰ ਸਮਗਲ ਕੀਤਾ ਗਿਆ। ਕਰੋੜਾਂ ਰੁਪਈਆ ਜਿਹੜਾ ਉਹ ਖਾ ਲਿਆ ਗਿਆ। ਦੇਖੋ ਚੀਜ਼ ਵਿਦੇਸ਼ੋਂ ਆਈ, ਰੁਪਈਏ ਭਾਰਤ ਸਰਕਾਰ ਨੇ ਦਿੱਤੇ ਕਿਸਾਨਾਂ ਨੂੰ, ਤੇ ਉਹ ਕਿਸਾਨਾਂ ਨੂੰ ਖਾਦ ਵੀ ਨਹੀਂ ਮਿਲਿਆ। ਭਾਰਤ ਸਰਕਾਰ ਦੇ ਰੁਪਈਏ ਵੀ ਲੱਗ ਗਏ। ਵਿਦੇਸ਼ ਨੂੰ ਭੇਜਣਾ ਗੈਰ ਕਾਨੂੰਨੀ ਸੀ, ਵਿਦੇਸ਼ ਨੂੰ ਵੀ ਭੇਜਤਾ, ਰੁਪਈਏ ਕੋਈ ਹੋਰ ਖਾ ਗਿਆ, ਜਿਹਨੇ ਵੀ ਖਾਧੇ ਆ। ਅਸ਼ੋਕ ਗਹਿਲੋਤ ਹੋਰੀ ਕਹਿੰਦੇ ਕਿ ਮੈਂ ਸਰਗਰਮ ਬਹੁਤ ਹਾਂ ਕੌਮੀ ਰਾਜਨੀਤੀ ਦੇ ਵਿੱਚ ਵੀ, ਰਾਜਸਥਾਨ 'ਚ ਵੋਟਾਂ ਹੈ, ਮੇਰੀ ਸਰਗਰਮੀ ਦਾ ਖਮਿਆਜ਼ਾ ਮੇਰੇ ਬੇਕਸੂਰ ਭਰਾ ਨੂੰ ਭੁਗਤਣਾ ਪੈ ਰਿਹਾ। ਇਹਨਾਂ ਨੇ ਏਜੰਸੀਆਂ ਕਾਂਗਰਸੀਆਂ ਨੂੰ ਬਦਨਾਮ ਕਰਨ ਦੇ ਉੱਤੇ ਲਾਈਆਂ। ਜੇ ਤਾਂ ਬੇਕਸੂਰ ਆ ਬਿਲਕੁਲ ਕੁਝ ਨਹੀਂ ਕਰਨਾ ਚਾਹੀਦਾ, ਪਰ ਜੇ ਕਿਸਾਨ ਦੇ ਬੂਟੇ ਦੇ ਮੁੱਢ ਰੱਖੇ ਜਾਣ ਵਾਲਾ ਖਾਦ ਉਹ ਵੀ ਕੋਈ ਖਾ ਗਿਆ, ਫਿਰ ਪਤਾ ਵੀ ਲਾਉਣਾ ਚਾਹੀਦਾ ਕਿ ਨੌਲਕੇ ਨਾ ਖਾਧਾ, ਕਿਸੇ ਹੋਰ ਜੀ ਨਾ ਖਾਧਾ। ਇਹ ਪਰ ਇੱਕ ਗੱਲ ਹੈ ਬਾਟ ਸਾਹਿਬ, ਇਹ ਨਾ ਮੈਨੂੰ ਲੱਗਦਾ ਐਸਾ ਫਾਰਮੂਲਾ ਜਿਹੜਾ ਇੰਡੀਆ 'ਚ ਪਤਾ ਨਹੀਂ ਜਿੱਥੇ ਮਰਜ਼ੀ ਫਿੱਟ ਕਰ ਦਿੰਦੇ ਅਗਲੇ ਟਾਈਮ ਨਾਲ ਲਾਗੂ ਹੋ ਜਾਂਦਾ। ਅੱਗੇ ਆਪਾਂ ਇੱਕ ਦਿਨ ਗੱਲ ਕਰਦੇ ਸੀ ਨਾ ਵੀ ਉਹ ਕਹਿੰਦਾ ਜੀ ਉਹ ਮਹਾਰਾਜ ਗ੍ਰਾਂਟ ਆ ਗਈ ਵੀ ਆਪਾਂ ਇਹਦੇ ਸਵੀਮਿੰਗ ਪੂਲ ਬਣਾਉਣਾ ਹੀ, ਉਹ ਕਹਿੰਦਾ ਉਹ ਹੋ ਜੀ ਬਣਾ ਤੇ ਦਿੱਤਾ ਸੀਗਾ ਮਹਾਰਾਜ ਵੀ ਇਹ ਤਾਂ ਬੜੀਆਂ ਕੰਪਲੇਂਟਾਂ ਆਉਂਦੀਆਂ ਵੀ ਨਿਆਣੇ ਡੁੱਬ ਜਾਣੇ, ਇਹਦਾ ਪੂਰਨਾ ਹੀ। ਉਹ ਕਹਿੰਦੇ ਉਦੋਂ ਬਾਅਦ ਫੇਰ ਗ੍ਰਾਂਟ ਆ ਗਈ, ਫਿਰ ਪੂਰ ਵੀ ਦਿੱਤਾ ਜੀ। ਜੇ ਕੋਈ ਬਾਅਦ ਚੈਕਿੰਗ ਕਰਨ ਆਇਆ ਯਾਰ ਤੁਸੀਂ ਸਵੀਮਿੰਗ ਪੂਲ ਬਣਾਇਆ ਸੀ, ਉਹ ਕਹਿੰਦੇ ਉਹਦੇ ਪੂਰਤਾ ਉੱਪਰ ਹੀ ਤਾਂ ਖੜੇ ਹੋ ਤੁਸੀਂ, ਇੱਥੇ ਬਣਿਆ ਸੀ ਮਹਾਰਾਜ। ਉਹੀ ਗੱਲ ਮੈਨੂੰ ਲੱਗਦਾ ਵੀ ਇਹ ਇੱਕ ਐਸਾ ਫਾਰਮੂਲਾ ਵੀ ਓਕੇ ਜੀ ਸਮਾਨ ਆਇਆ, ਸਮਾਨ ਆ ਗਏ ਤੇ ਉਸ ਤੋਂ ਬਾਅਦ ਜੀ ਅਸੀਂ ਜੀ ਖਾਦ ਬਣਾਈ, ਫਿਰ ਖਾਦ ਬਣਾ ਕੇ ਜੀ ਉਹਦੇ 'ਤੇ ਸਬਸਿਡੀ ਲਈ, ਫਿਰ ਸਬਸਿਡੀ ਲੈ ਕੇ ਜੀ ਉਹ ਜਿਹੜੀ ਮਤਲਬ ਚੀਜ਼ ਸੀਗੀ ਉਹ ਕਿਸਾਨਾਂ ਨੂੰ ਦਿੱਤੀ, ਕਿਸਾਨਾਂ ਨੇ ਫਸਲਾਂ ਪੈਦਾ ਕੀਤੀਆਂ ਹੋਣਗੀਆਂ ਸਾਨੂੰ ਪਤਾ ਨਹੀਂ ਜੀ। ਫਿਰ ਉਹ ਕਹਿੰਦੇ ਜੀ ਅਚਾਨਕ ਤੁਸੀਂ ਇੱਧਰੋਂ ਵੀ ਆ ਵੀ ਕੁਛ ਕੀਤਾ, ਇਹ ਤਾਂ ਹੀ ਸਾਡੀ ਫਲਾਨੀ ਚੀਜ਼ ਅਸੀਂ ਐਕਸਪੋਰਟ ਕੀਤੀ। ਹੁਣ ਜਿਹੜਾ ਇਹੋ ਜਿਹੀਆਂ ਚੀਜ਼ਾਂ ਮੈਨੂੰ ਲੱਗਦਾ ਵੀ ਨਵੀਆਂ ਘੁੰਤਰਾਂ ਨੇ, ਇਹ ਕੋਈ ਜੇ ਆਖੇ ਵੀ ਹੁਣ ਆਪਾਂ ਕੱਢ ਲੈਣੀਆਂ ਜਾਂ ਕਿਸੇ ਆਮ ਹੱਥ, ਉਹੀ ਬੰਦਾ ਪੱਠਿਆਂ ਵਾਲਾ ਉਹ ਲੈ ਕੇ ਆ ਗਿਆ ਪੰਡ, ਉਹਨੇ ਹੈ ਕੁਤਰ ਕੇ ਪਾਉਣੇ, ਪਾਣੀ ਪੀ ਲਈਏ ਮਾੜਾ ਜਿਹਾ, ਅਤੇ ਉਹਨੂੰ ਆਪਾਂ ਇਹ ਗੱਲ ਦਸੀਏ ਵੀ ਵੀਰ ਤੂੰ ਪੱਠੇ ਲੈਣ ਗਿਆ ਤੇ ਮਗਰੋਂ ਤਾਂ ਅਗਲਿਆਂ ਨੇ ਆਹ ਕੰਮ ਕਰਕੇ ਤੇ ਇੱਦਾਂ ਕਰ ਲਿਆ, ਉਹਨੂੰ ਗਸ਼ੀ ਪੈ ਜਾਣੀ ਗਰੀਬ ਨੂੰ। ਸੰਧਾਲੀਆ ਸਾਹਿਬ ਆਪਣੇ ਦੇਖਣ ਵਾਲੇ ਸੁਣਨ ਵਾਲੇ ਟੱਬਰ ਦੇ ਮੈਂਬਰ ਬਹੁਤ ਸਿਆਣੇ ਸੂਝਵਾਨ ਸੁਘੜ ਨੇ। ਜਦੋਂ ਉਹ ਗੱਲ ਸੁਣਾਈ ਸੀ ਨਾ ਕਿ ਸਵਿਮਿੰਗ ਪੂਲ ਕੱਢਣ ਦੀ ਗ੍ਰਾਂਟ ਛਕੀ, ਮੁੜ ਕੇ ਪੂਰਨ ਦੀ ਖਾਲੀ ਗ੍ਰਾਂਟ ਬਣਾਇਆ ਕੁਛ ਬਿਨਾਂ, ਉਹ ਕਹਿੰਦੇ ਤੁਸੀਂ ਕੱਚੇ ਬੰਦੇ, ਇੱਕ ਸੱਜਣ ਨੇ ਲਿਖਿਆ ਟਿੱਪਣੀ ਕੀਤੀ, ਕਹਿੰਦੇ ਕਿਵੇਂ? ਉਹ ਕਹਿੰਦੇ ਇੱਕ ਗ੍ਰਾਂਟ ਵਿੱਚੋਂ ਮਿਸ ਆ। ਉਹ ਕਹਿੰਦੇ ਜੀ ਜਿਹੜਾ ਬਹੁਤ ਜ਼ਿਆਦਾ ਹੀ ਸਿਆਣਾ ਲੀਡਰ ਹੋਵੇ ਉਹ ਪਹਿਲਾਂ ਸਵਿਮਿੰਗ ਪੂਲ ਕੱਢਦਾ ਨਹੀਂ, ਕੱਢਣ ਦੀ ਗ੍ਰਾਂਟ ਮੰਗਾ ਕੇ ਪੈਸੇ ਖਾਂਦਾ, ਉਸ ਤੋਂ ਬਾਅਦ ਸਿੱਧੀ ਪੂਰਨ ਦੀ ਨਹੀਂ, ਉਸ ਤੋਂ ਬਾਅਦ ਇੱਕ ਵਾਰੀ ਰਿਪੇਅਰ ਦੇ ਵੀ ਪੈਸੇ ਮੰਗਵਾ ਕਿ ਰਿਪੇਅਰ ਕਰਨ ਵਾਲਾ ਆ, ਉਹਨੂੰ ਡੂੰਘਾ ਕਰਨਾ ਆ ਜਾਂ ਉਹਨੂੰ ਥੋੜ੍ਹਾ ਜਿਹਾ ਛੋਟਾ ਕਰਨਾ, ਉਹਦੇ ਪੈਸੇ, ਉਹਦੇ ਤੋਂ ਬਾਅਦ ਕਹਿੰਦੇ ਫਿਰ ਪੂਰਨ ਵਾਲੀ ਗ੍ਰਾਂਟ ਆਉਂਦੀ ਹੈ ਕਿ ਤੁਸੀਂ ਕੱਚੇ ਜੇ, ਤੁਹਾਡੀ ਨਹੀਂ ਗੱਲ ਬਣਦੀ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੇ ਇਹੀ ਗੱਲ ਮੇਰੇ ਭਾ ਨੇ ਸੁਣਾਈ ਹੁੰਦੀ, ਉਹ ਬੰਦਾ ਲੀਡਰ ਹੈ, ਉਹਨੇ ਹੋ ਸਕਦਾ ਕਿ ਚੌਥੀ ਗ੍ਰਾਂਟ ਵੀ ਵਿੱਚ ਲੈ ਆਉਂਦਾ। ਨਹੀਂ ਇਹਦੇ ਜੇ ਕਿ ਹੈਗੀ ਆ ਨਵੀਂ ਗੱਲ ਤੁਹਾਨੂੰ ਦੱਸ ਦਿੰਦਾ, ਪਾਣੀ ਬਦਲਣ ਦੀ ਤਾਂ ਨਹੀਂ, ਪਾਣੀ ਬਦਲਣ ਵਾਲੀ ਨਹੀਂ ਹੈਗੀ। ਉਹ ਇਹ ਆ ਵੀ ਅੱਜ ਕੱਲ੍ਹ ਨਵਾਂ ਟਰੈਂਡ ਚੱਲਦਾ ਮੇਰਾ ਖਿਆਲ ਹੁਣ ਦਿੱਲੀ 'ਚ, ਇਹ ਮੈਂ ਤਾਂ ਯਾਦ ਆਇਆ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਵੀ ਅਸੀਂ ਮਹਾਰਾਜ ਉਹ ਕੰਮ ਫੜਿਆ, ਤੇ ਸ਼ਾਇਦ ਹੁਣ ਮਾਨ ਸਾਹਿਬ ਵੀ ਕਹਿੰਦੇ ਵੀ ਅਸੀਂ ਵੀ ਪੰਜਾਬ 'ਚ ਉਹ ਕੰਮ ਕਰਾਂਗੇ। ਉਹ ਇਹ ਆ ਵੀ ਨਹੀਂ ਉਹ ਕੰਮ ਫੜਿਆ ਜਿਹਦਾ ਠੇਕੇ ਤੇ ਲਿਆ ਹੁੰਦਾ ਕੰਮ, ਕਹਿੰਦੇ ਨਾ ਕੰਮ ਫੜਿਆ ਹੀ ਕੋਠੀ ਦਾ। ਨਹੀਂ ਦੂਜੇ ਰੋਗ ਵੀ ਉਹ ਚੱਲਦਾ ਕੰਮ ਫੜ ਲਿਆ ਉੱਥੇ ਭਾਈ ਸਾਹਿਬ, ਇਹ ਗਲਤ ਚੱਲਦਾ ਹੀ। ਉਹਦੇ 'ਚ ਇਹ ਆ ਵੀ ਸਵੀਮਿੰਗ ਪੂਲ ਬਣਨਾ ਸੀ, ਮੰਨ ਲਓ ਵੀ ਸਵੀਮਿੰਗ ਪੂਲ ਬਣਾਇਆ ਜਾਊਗਾ 2022 'ਚ। ਉਹ ਕਹਿੰਦੇ ਠੀਕ ਹੈ ਜੀ, ਪਹਿਲਾਂ ਮੰਤਰੀ ਸਾਹਿਬ ਆਏ, ਉੱਥੇ ਇੱਕ ਉਦਘਾਟਨ ਸਮਾਗਮ ਹੋ ਗਿਆ, ਉੱਤੇ ਨਾਂ ਨੂੰ ਲਿਖਤਾ ਜੀ ਬਣਾਇਆ ਜਾਵੇਗਾ। ਫਿਰ ਉਦੋਂ ਬਾਅਦ ਟੈਂਡਰ ਲਾ ਦਿੱਤਾ ਜੀ, ਉਹ ਚੀਜ਼ ਜਾਵੇਗਾ ਜੀ, ਕੀਤਾ ਜੀ, ਫਿਰ ਵਿੱਚ ਆਹ ਮੁਸ਼ਕਿਲ ਆ ਗਈ, ਆਹ ਆ ਗਈ, 2023 ਆ ਗਿਆ ਅਚਾਨਕ। ਫਿਰ ਟੈਂਡਰ ਦਿਓ ਜੀ, ਠੇਕੇਦਾਰ ਭੱਜ ਗਿਆ ਮਾਰਾ, ਉਹ ਕਹਿੰਦਾ ਵੀ ਸਮੱਗਰੀ ਮਹਿੰਗੀ ਹੋ ਗਈ ਮਾਰਾ, ਇਹ ਥੋੜ੍ਹਾ ਜਿਹਾ ਵਧਾਓ ਇਹਦਾ ਕੰਮ। ਉਹ ਕਹਿੰਦੇ ਤੁਸੀਂ ਤਾਂ ਕਿਤੇ 23 ਤੱਕ ਬਣ ਜਾਂਦਾ, ਨਹੀਂ ਸਾਰੇ ਹੁਣ 24 ਤੱਕ ਬਣੂਗਾ ਜੀ, 24 ਤੱਕ ਫਿਰ ਲੱਗੇ ਰਹੋ ਕਰਦਿਆਂ ਕਤਰਦਿਆਂ ਜੀ, ਉਦਘਾਟਨ ਹੁੰਦਿਆਂ ਨੂੰ 25 ਆ ਜਾਣੀ ਹੈ, ਫਿਰ 25 ਉਹ ਬਸ ਸਾਰਾ ਕੁਝ ਬਣ ਗਿਆ, ਟਾਈਲਾਂ ਰਹਿ ਗਈਆਂ ਲੱਗਣ ਵਾਲੀਆਂ, ਉਹਦੇ ਲਈ ਥੋੜ੍ਹਾ ਜਿਹਾ ਖਰਚਾ ਹੋਰ ਚਾਹੀਦਾ। ਮਤਲਬ ਜਿਹੜਾ ਸਵੀਮਿੰਗ ਪੂਲ ਸਟਾਰਟਿੰਗ 'ਚ ਹੋ ਸਕਦਾ 22 ਦੇ ਵਿੱਚ 2 ਲੱਖ ਦਾ ਪਾਸ ਹੋਣਾ, ਉਹ 25 'ਚ ਅਗਲੇ 5 ਲੱਖ ਦਾ ਬਣਾਉਣ। ਹੁਣ ਜਦੋਂ 5 ਲੱਖ ਦਾ ਬਣ ਜਾਣਾ, ਫਿਰ ਉਹਦੀ ਰਿਪੇਅਰ ਕਰਨੀ ਆ। ਨਹੀਂ ਆ ਗੱਲ ਤੁਹਾਡੀ ਠੀਕ ਹੈ, ਮੈਂ ਫਿਰ ਉਹ ਤੋਂ ਬਾਅਦ ਉਹਨੂੰ ਪੂਰਨਾ। ਇਹ ਹੋਵੇ ਤੁਸੀਂ ਜੇ ਤੁਹਾਡੀ ਐਡੀ ਲੰਮੀ ਸੋਚ ਹੈ ਨਾ, ਤੜਕੇ 3 ਵਜੇ ਦੀ ਤਿਆਰੀ ਰੱਖਿਓ, ਇੱਕ ਝੋਲੇ 'ਚ ਕੱਪੜੇ ਪਾ ਕੇ ਰੱਖੇ ਤੇ ਬੰਦਾ ਨਾਲ ਟੰਗ ਲੈ। ਨਹੀਂ ਗੱਲ ਪਤਾ ਕੀ, ਉਹ ਬੰਦਾ ਠਾਓ ਮੱਝ ਵਾਲਾ ਜਿਹੜਾ ਪੱਠੇ ਲੈ ਕੇ ਆਏ, ਉਹ ਕਹਿੰਦਾ ਵੀਰ ਉੱਠ ਯਾਰ ਤੂੰ ਹੋ ਖੜਾ ਹੋ, ਹੌਸਲਾ ਕਰੀ ਤਾਂ ਨਿੰਬੂ ਪਾਣੀ ਬਣਾ ਕੇ ਦੇਣਾ। ਕੋਈ ਗੱਲ ਨਹੀਂ, ਚਲੋ ਆ ਖਾਦੀ ਕੜੀ ਕੀ ਫਰਕ ਪੈਂਦਾ। ਚਲਿਏ, ਮਿਹਰਬਾਨੀ। ਲਓ ਜੀ, ਮੇਰੇ ਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਜੇ ਚੰਗਾ ਲੱਗੇ ਲਾਈਕ ਵਾਲਾ ਬਟਨ ਵੀ ਦਬ ਦਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ। ਧੰਨਵਾਦ। ਦੇਖਦੇ ਰਹਿਣਾ ਪ੍ਰਾਈਮ ਮਿਸ਼ਨ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।